ਦੇ ਵਿੱਚ ਕਿਵੇਂ ਆਇਆ ਜਜ਼ਬਾ, ਕਿਵੇਂ ਉੱਠਿਆ ਵੀ ਚਿਣਗ ਕਿੱਥੋਂ ਲੱਗ ਗਈ ਵੀ ਯਾਰ ਕੋਇਨਸ, ਚਲੋ ਕੋਇਨਸ ਤੋਂ ਸ਼ੁਰੂਆਤ ਕੀਤੀ ਹੈ, ਪਰ ਸ਼ੁਰੂਆਤ ਕਰਨ ਦਾ ਜਜ਼ਬਾ ਕਿੱਥੋਂ ਆਇਆ ਵੀ ਚਲੋ ਹੁਣ ਕੋਇਨਸ ਸਾਂਭਦੇ ਆ? ਬੜੀ ਵਿਲੱਖਣ ਦੀ ਚੀਜ਼ ਸੀ 40 ਸਾਲ ਪਹਿਲਾਂ ਦੀ ਗੱਲ ਕਰੀਏ ਜੀ। ਮੈਂ ਇਸ ਵਿਸ਼ੇ 'ਤੇ ਕੋਈ ਪੜ੍ਹਾਈ ਨਹੀਂ ਕੀਤੀ। ਮੈਂ ਇਹ ਸਮਝਦਾ ਕਿ ਜਿਹੜੀ ਮੇਰੇ ਅੰਦਰ ਜੋ ਚੀਜ਼ਾਂ ਆਈਆਂ, ਮੈਨੂੰ ਇਹ ਪੁਰਾਣੀ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਪੈਦਾ ਹੋਇਆ, ਇਹ ਕਿਸੇ ਨੇ ਫੋਰਸਫੁਲੀ ਨਹੀਂ ਕੀਤਾ, ਨਾ ਮੈਂ ਕੋਈ ਇਹਦੀ ਐਜੂਕੇਸ਼ਨ ਲੈ ਕੇ ਇਸ ਵੱਲ ਨੂੰ ਮੁੜਿਆ। ਇਹ ਮੈਂ ਸਮਝਦਾ ਕਿ ਪਰਮਾਤਮਾ ਵੱਲੋਂ ਕੋਈ ਇੱਦਾਂ ਦਾ ਮੈਨੂੰ ਗੋਡ ਗਿਫਟਡ ਹੀ ਹੈ ਕਿ ਮੈਂ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਮੈਂ ਆਪਣੀ ਹੋਸ਼ ਸੰਭਾਲੀ ਹੈ, ਮੈਨੂੰ ਆਦਤ ਹੈ ਕਿ ਹਰ ਡਾਕੂਮੈਂਟ, ਹਰ ਚਿੱਠੀ, ਹਰ ਲੈਟਰ, ਕੋਈ ਵੀ ਚੀਜ਼ ਹੋਣੀ ਮੈਂ ਸੰਭਾਲ ਕੇ ਰੱਖਣੀ। ਤੁਸੀਂ ਕਹੋਗੇ ਇਹਦਾ ਕੀ ਕਰਨਾ ਹੈਗਾ, ਪਰ ਇਹਦੀ ਇੱਕ ਖਾਸੀਅਤ ਹੈ ਕਿ ਅੱਜ ਦਾ 1 ਰੁਪਈਆ ਜਿਹੜਾ ਹੈਗਾ, ਤੁਸੀਂ ਉਹਦੇ 2 ਟੁਕੜੇ ਕਰਕੇ ਦੇਣ ਜਾਓਗੇ, ਉਹਦਾ ਤੁਹਾਨੂੰ ਇੱਕ ਨਵਾਂ ਪੈਸਾ ਵੀ ਨਹੀਂ ਮਿਲੇਗਾ। ਇਹਦੇ ਤੁਸੀਂ 10 ਟੁਕੜੇ ਵੀ ਕਰੋਗੇ ਤਾਂ ਤਾਂਬੇ ਦੇ ਪੈਸੇ ਤੁਹਾਨੂੰ ਜ਼ਰੂਰ ਮਿਲ ਜਾਣਗੇ। ਜਿੰਨੇ ਗਲਾਸ ਤੁਸੀਂ ਦੇਖ ਰਹੇ ਹੋ ਸਾਰੇ ਡਿਫਰੈਂਟ ਗਲਾਸ ਨੇ, ਇਹਦੇ ਛੰਨੇ ਵੀ ਨੇ, ਇਹਦੇ 'ਚ ਡੱਬੇ ਨੇ, ਕੁਝ ਕੱਪ ਨੇ, ਕੁਝ ਟੀ ਸੈੱਟ ਪਏ ਨੇ ਇੱਥੇ। ਦੁਨੀਆ ਦਾ ਸਭ ਤੋਂ ਛੋਟਾ ਸਿੱਕਾ ਹੈਗਾ ਇਹ, 400 BC ਦਾ ਪੀਰੀਅਡ ਹੈਗਾ। ਇਹ ਭਾਜੀ ਸਿੱਕੇ ਨੇ, ਇਹ ਪੰਚਮਾਰਕ ਮਾਸ਼ਕ ਨੇ, ਮਗਧ ਦੇ ਸਿੱਕੇ। ਇਹਦੇ ਅੰਦਰ ਚਾਂਦੀ ਦੇ ਸਿੱਕੇ ਲੱਗੇ ਹੋਏ ਨੇ ਜਿਹੜੇ ਛੋਟੇ ਵਾਲੇ, ਸਿਰਫ ਲੈਂਸ ਦੇ ਨਾਲ ਹੀ ਤੁਸੀਂ ਇਹਦੇ 'ਚ ਦੇਖ ਸਕਦੇ ਹੋ। ਸਿੰਬੋਲਿਕ ਕੋਇਨ ਨੇ ਵੀ। ਤੁਸੀਂ ਚਾਹਵਾਨ ਹੋ ਇਸ ਚੀਜ਼ਾਂ ਨੇ ਵੀ ਕੋਈ ਮੁੱਲ ਨਹੀਂ, ਮੈਂ ਖਰੀਦ ਲੈਣੇ, ਚਾਹੇ ਤੂੰ ਜਿੰਨਾ ਮਰਜ਼ੀ ਮੁੱਲ ਦੱਸ ਦੇ। ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ, ਕਈ ਲੋਕ ਐਸੇ ਵੀ ਹੁੰਦੇ ਹੋਣਗੇ ਵੀ ਇਹਨਾਂ ਨੂੰ ਵੇਚ ਕੇ ਪੈਸੇ ਵੱਟ ਕਹਿੰਦੇ ਹੋਣਗੇ ਕਿ ਨਹੀਂ। ਨਸ਼ੇ ਵਾਲਾ ਬੰਦਾ ਹੁੰਦਾ ਨਾ, ਉਹਦੇ ਦੋਸਤ ਮਿੱਤਰ ਵੀ ਸਾਰੇ ਉੱਦਾਂ ਦੇ ਹੁੰਦੇ ਨੇ। ਉਹ ਕਦੇ ਇੱਕ ਦੂਜੇ ਨੂੰ ਨਹੀਂ ਕਹਿੰਦੇ ਕਿ ਤੂੰ ਗਲਤ ਕੰਮ ਕਰ ਰਿਹਾ। ਉਸ ਚੀਜ਼ ਨੂੰ ਪ੍ਰਮੋਟ ਕਰਦੇ ਨੇ ਕਿ ਆਪਾਂ ਇਹਦੇ 'ਚ ਹੋਰ ਕੀ ਸੁਧਾਰ ਲਿਆ ਸਕਦੇ ਹਾਂ। ਜਿੰਨੇ ਵਿਦਵਾਨ ਨੇ, ਜਿਹੜੇ ਲੇਖਕ ਨੇ, ਲਿਖਾਰੀ ਨੇ, ਉਹਨਾਂ ਦੇ ਦੋਸਤ ਸਾਰੇ ਲਿਖਾਰੀ ਹੁੰਦੇ ਨੇ। ਉਹ ਹਮੇਸ਼ਾ ਸੋਚਦੇ ਆ ਕਿ ਨਵੀਂ ਕੀ ਚੀਜ਼ ਅਸੀਂ ਲਿਖ ਸਕਦੇ ਹਾਂ, ਨਵਾਂ ਕੀ ਪੇਸ਼ ਕਰ ਸਕਦੇ ਹਾਂ। ਮੇਰੇ ਦੋਸਤ ਮਿੱਤਰ ਵੀ ਸਾਰੇ ਇੱਦਾਂ ਦੇ ਨੇ। ਜਦੋਂ ਲੜਦੇ ਸੀਗੇ, ਇਹ ਪਹਿਲਾਂ ਮਿੱਟੀ ਦਾ ਬਣਾਇਆ ਜਾਂਦਾ ਸੀਗਾ ਇਸ ਤਰ੍ਹਾਂ, ਇਹਦੇ ਉੱਤੇ ਇੰਪ੍ਰੈਸ਼ਨ ਦਿੱਤਾ ਜਾਂਦਾ ਸੀਗਾ ਇੱਦਾਂ, ਫਿਰ ਇਹਨੂੰ ਬੇਕ ਕਰਦੇ ਸੀਗੇ। ਉਸ ਤਰ੍ਹਾਂ ਇਹਨੂੰ ਫੜ ਕੇ ਇਸ ਤਰ੍ਹਾਂ ਇਹ ਮਾਰਨ ਦੇ ਕੰਮ ਆਉਂਦਾ ਸੀਗਾ। ਜਿਵੇਂ ਆਪਾਂ ਇੱਟ ਪਕਾ ਲੈਂਦੇ ਆ, ਇੱਟ ਦੀ ਮਿੱਟੀ ਬਣਾ ਕੇ ਉਹਨੂੰ ਪਕਾ ਲੈਂਦੇ ਆ। ਆਪਣੇ ਹੱਥ 'ਚੋਂ ਪਿੱਛੇ ਵੀ ਗਿਰ ਸਕਦੀ ਹੈ, ਸਕਦੀ ਹੈ, ਛੇਤੀ ਵੀ ਨੇੜੇ ਵੀ ਗਿਰ ਸਕਦੀ ਹੈ। ਤਾਂ ਇਹਨੂੰ ਗਿਰੇ ਨਾ, ਗ੍ਰਿਪ ਬਣੇ ਰਹੇ। ਇਹਨੂੰ ਫੜ ਕੇ ਜਦੋਂ ਫੋਰਸ ਨਾਲ ਮਾਰਦੇ ਸੀ ਤੇ ਜਿੰਨਾ ਟਾਰਗੇਟ ਮਾਰਦੇ ਉੱਥੇ ਤੱਕ ਪਹੁੰਚ ਜਾਂਦਾ ਸੀ। ਇਹ ਸਾਰੇ ਵੈਪਨ ਸੀਗੇ। ਅੱਛਾ, ਉੱਥੇ ਵੀ ਕਈ ਮਿਊਜ਼ੀਅਮ ਤੁਸੀਂ ਗਏ ਵਿਜ਼ਿਟ ਕੀਤਾ, ਉੱਥੇ ਵੀ ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਇੰਡੀਅਨ ਕਲਚਰ ਦੀਆਂ ਉੱਥੇ ਸਾਂਭੀਆਂ ਹੋਣਗੀਆਂ। ਇੱਕ ਪੂਰਾ ਉੱਥੇ ਹਾਲ ਹੈ ਜੀ, ਤੁਸੀਂ ਇੱਕ ਦਿਨ ਦੇ ਵਿੱਚ ਵੀ ਨਹੀਂ ਦੇਖ ਸਕਦੇ ਉਸ ਹਾਲ ਨੂੰ, ਇੰਨਾ ਵੱਡਾ ਹਾਲ ਹੈ। ਈਰਾਨ ਦਾ ਵੱਖਰਾ, ਉੱਥੇ ਜਾਪਾਨ ਦਾ ਵੱਖਰਾ। ਗੋਰਿਆਂ ਨੇ ਕਿਹਨੂੰ ਲੁੱਟਿਆ ਉੱਥੇ, ਹਰ ਮੁਲਕ ਨੂੰ ਲੁੱਟਿਆ ਉਹਨਾਂ ਨੇ। ਜਿਹਦਾ ਲੁੱਟਿਆ ਉੱਥੇ ਸਾਰਾ ਸਮਾਨ ਡਿਸਪਲੇ ਕੀਤਾ ਉਹਨਾਂ ਨੇ। ਸਾਡੀਆਂ ਪੱਥਰ ਦੀਆਂ ਜਿਹੜੀਆਂ ਮੂਰਤੀਆਂ ਉੱਥੇ ਪਈਆਂ, ਜਿਹੜੀਆਂ ਕੁਇੰਟਲਾਂ ਟਨਾਂ ਦੀਆਂ ਜਿਹਨਾਂ ਦਾ ਵਜ਼ਨ ਹੈਗਾ, ਉਹ ਸਾਰਾ ਚੁੱਕ ਕੇ ਉੱਥੇ ਲੈ ਗਏ। ਜੇ ਮੰਨ ਲਓ, ਜਸਟ ਐਜ਼ਿਊਮ, ਇਮੈਜਿਨ ਕਰ ਲਓ ਕਿ ਇੱਕ ਬੰਦਾ ਕੋਈ ਆਉਂਦਾ ਹੈ, ਇਹ ਸਾਰੀ ਤੁਹਾਡੀ ਮਿਊਜ਼ੀਅਮ ਦਾ ਇੱਕ ਮੁੱਲ ਲਾਉਣਾ ਚਾਹੁੰਦਾ ਆ, ਕੀ ਮੁੱਲ ਹੋਊ ਭਾਜੀ? ਇੱਕ ਪਹਿਲਾਂ ਮੇਰਾ ਮੁੱਲ ਲਾਉਣਾ ਪਊਗਾ ਉਹਨੂੰ, ਉਸ ਤੋਂ ਬਾਅਦ ਮੇਰੇ ਮਿਊਜ਼ੀਅਮ ਦਾ ਮੁੱਲ ਲੱਗੂਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ, ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ, ਸਿਹਤਮੰਦ ਹੋਵੋਗੇ, ਘਰਾਂ ਦੇ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹੋਵੋਗੇ ਤੇ ਆਹ ਵੀਡੀਓ ਵੇਖ ਰਹੇ ਹੋਵੋਗੇ। ਦੋਸਤੋ, ਅੱਜ ਮੈਂ ਤੁਹਾਡੀ ਮੁਲਾਕਾਤ ਨਾਲ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਨਾਲ ਕਰਾਵਾਂਗਾ। ਹੁਣ ਤੁਸੀਂ ਪੁੱਛੋਗੇ ਵੀ ਮੈਂ ਸ਼ਾਇਦ ਕਿਤੇ ਬਾਹਰਲੀ ਕੰਟਰੀ ਚਲ ਗਿਆ ਜਾਂ ਕਿਸੇ ਫੋਰਨ ਕੰਟਰੀ 'ਚ ਆ ਗਿਆ, ਪਰ ਨਹੀਂ, ਕਿਉਂਕਿ ਵਾਈਬਸ ਵੀ ਤੁਹਾਨੂੰ ਕੁਛ ਉਸ ਤਰੀਕੇ ਦੀਆਂ ਮਿਲ ਰਹੀਆਂ ਹੋਣਗੀਆਂ। ਤੁਸੀਂ ਮੇਰੇ ਪਿੱਛੇ ਜਿਹੜਾ ਬੈਕਗਰਾਊਂਡ ਵੇਖ ਰਹੇ ਹੋਗੇ, ਜਿਹੜਾ ਬੈਕਗਰਾਊਂਡ ਰੱਖ ਕੇ ਮੈਂ ਇੰਟਰਵਿਊ ਸ਼ੁਰੂ ਕੀਤੀ ਆ, ਇਹ ਕੁਛ ਜਿਹੜੀਆਂ ਨੇ ਚੀਜ਼ਾਂ ਪਈਆਂ ਨੇ। ਕੀ ਚੀਜ਼ਾਂ ਨੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ, ਤੇ ਬਾਈ ਦਾ ਨਾਮ ਵੀ ਤੁਹਾਨੂੰ ਮੈਂ ਦੱਸਦਾ ਆ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਇਹ ਉਹ ਜਗ੍ਹਾ ਆ ਜਿੱਥੇ ਮਤਲਬ ਕਿ ਛੋਟੀ ਜਿਹੀ ਜਗ੍ਹਾ ਦੇ ਵਿੱਚ ਹੀ ਤੁਸੀਂ ਪੂਰੇ
ਸੰਸਾਰ ਦੀਆਂ ਚੀਜ਼ਾਂ ਪ੍ਰਾਪਤ ਕਰ ਸਕਦੇ ਹੋ। ਪੰਜਾਬ ਦਾ ਵਿਰਸਾ ਹੀ ਨਹੀਂ, ਇਸ ਦੇਸ਼ ਦਾ, ਭਾਰਤ ਦੇਸ਼ ਦਾ ਜਿਹੜਾ ਆ ਵਿਰਸਾ ਅਸਲ ਕੀ ਸੀਗਾ, ਉਸ ਦੀਆਂ ਹਰ ਇੱਕ ਚੀਜ਼ਾਂ ਜਿਹੜੀਆਂ ਨੇ ਇਹ ਛੋਟੀ ਜੀ ਜਗ੍ਹਾ ਦੇ ਵਿੱਚ ਤੁਹਾਨੂੰ ਈਜ਼ੀਲੀ ਮਿਲ ਜਾਣਗੀਆਂ। ਯਾਨੀ ਕਿ ਪੂਰੇ, ਜੇ ਤੁਸੀਂ ਕਹਿ ਸਕਦੇ ਹੋ ਵੀ ਇੰਡੀਆ ਨਹੀਂ ਘੁੰਮੇ, ਪਰ ਇੰਡੀਆ ਦਾ ਦਰਸ਼ਨ ਕਰਨੇ ਚਾਹੁੰਦੇ ਹੋ, ਪੁਰਾਣੇ ਟਾਈਮ ਦੇ ਵਿੱਚ ਜਾਣਾ ਚਾਹੁੰਦੇ ਹੋ, ਜਿਵੇਂ ਮੈਂ ਗੱਲ ਕਰਦਾ ਹੁੰਨਾ ਕਿ ਟਾਈਮ ਮਸ਼ੀਨ 1000 ਸਾਲ ਪਿੱਛੇ, 2000 ਸਾਲ ਪਿੱਛੇ ਦੀਆਂ ਚੀਜ਼ਾਂ ਦੇਖਣੀਆਂ ਚਾਹੁੰਦੇ ਹੋ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ 'ਤੇ ਆਏ ਹੋ। ਇਸ ਸਮੇਂ ਅਸੀਂ ਪਟਿਆਲਾ ਸ਼ਹਿਰ ਦੇ ਵਿੱਚ ਖੜ੍ਹੇ ਹਾਂ, ਰਿਆਸਤੀ ਸ਼ਹਿਰ ਹੈ। ਪਟਿਆਲੇ ਸ਼ਹਿਰ ਦੇ ਵਿੱਚ ਅਸੀਂ ਅੱਜ ਤੁਹਾਡੀ ਮੁਲਾਕਾਤ ਕਮਰਜੀਤ ਸਿੰਘ ਸੇਖੋਂ ਜੀ ਨਾਲ ਕਰਾਵਾਂਗੇ, ਜਿਹੜੇ ਕਿ ਬਹੁਤ ਜ਼ਿਆਦਾ ਮੈਂ ਕਹਿ ਸਕਦਾ ਹਾਂ ਕਿ ਪ੍ਰੇਮੀ ਨੇ ਉਹਨਾਂ ਚੀਜ਼ਾਂ ਦੇ ਜਿਹੜੀਆਂ ਲੁਪਤ ਹੋ ਗਈਆਂ, ਉਹਨਾਂ ਚੀਜ਼ਾਂ ਦੇ ਜਿਹੜੀਆਂ ਮੈਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਵੇਖੀਆਂ ਨਹੀਂ ਸੀ, ਪਰ ਅੱਜ ਇੱਥੇ ਆ ਕੇ ਮੈਨੂੰ ਉਹਨਾਂ ਚੀਜ਼ਾਂ ਦੇ ਦਰਸ਼ਨ ਹੋਏ ਨੇ। ਮੇਰੇ ਨਾਲ ਨੇ ਭਾਜੀ ਕਮਰਜੀਤ ਸਿੰਘ ਸੇਖੋਂ। ਸੇਖੋਂ ਸਾਹਿਬ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ। ਚੜ੍ਹਦੀ ਕਲਾ 'ਚੋਂ? ਬਹੁਤ ਸ਼ੁਕਰ ਹੈ ਪ੍ਰਮਾਤਮਾ ਦਾ। ਸਭ ਤੋਂ ਪਹਿਲਾ ਸਵਾਲ ਤਾਂ ਭਾਜੀ ਮੇਰਾ ਇਹੀ ਹੋਊਗਾ, ਕਿਉਂਕਿ ਦਰਸ਼ਕ ਵੀ ਪਿੱਛੇ ਦੇਖ ਰਹੇ ਨੇ, ਵੀ ਜਿਹੜੀ ਚੀਜ਼ ਵੱਲ ਜਿਹੜੇ ਕੋਨੇ ਤੇ ਝਾਤ ਮਾਰ ਲਓ ਇੱਕ ਐਸੀ ਚੀਜ਼ ਮਿਲਦੀ ਹੈ ਕਿ ਪੁੱਛਣਾ ਪੈਂਦਾ ਭਾਜੀ ਆਹ ਕਦੋਂ ਦੀ ਸਾਂਭੀ ਪਈ ਹੈ, ਇਹ ਸ਼ੁਰੂਆਤ ਕਦੋਂ ਦੀ ਹੋਈ, ਕਿੰਨੇ ਟਾਈਮ ਲੱਗ ਗਿਆ? ਕਿਉਂਕਿ ਬਹੁਤ ਚੀਜ਼ਾਂ ਹੁਣ ਤਾਂ ਸਾਂਭ ਲੀਆਂ, ਕਿੰਨੇ ਟਾਈਮ ਤੋਂ ਪਹਿਲਾਂ ਸ਼ੁਰੂ ਕੀਤਾ ਸੀ? ਸ਼ੁਰੂਆਤ ਹੋਈ ਸੀ ਲਗਭਗ 40 ਸਾਲ ਪਹਿਲਾਂ, ਜਦੋਂ ਜਾਣਕਾਰੀ ਦੀ ਘਾਟ ਸੀ, ਸਾਧਨਾਂ ਦੀ ਘਾਟ ਸੀ, ਰਿਸੋਰਸਿਸ ਥੋੜ੍ਹੇ ਸੀ, ਫਾਈਨੈਂਸ਼ੀਅਲ ਵੀ ਥੋੜ੍ਹਾ ਜਿਹਾ, ਤੁਹਾਨੂੰ ਪਤਾ ਕਿ 40 ਸਾਲ ਪਹਿਲਾਂ ਜਿਹੜਾ ਸੀ ਪੈਸੇ ਦੀ ਕੀ ਕੀਮਤ ਸੀਗੀ। ਬਿਲਕੁਲ। ਉਦੋਂ ਸਿੱਕਿਆਂ ਤੋਂ ਸ਼ੁਰੂ ਕੀਤਾ ਸੀਗਾ ਤੇ ਇੰਡੀਅਨ ਕੋਇਨਸ ਇਕੱਠੇ ਕਰਨੇ ਸ਼ੁਰੂ ਕੀਤੇ, ਜਿੱਦਾਂ ਮੋਹਰੀ ਵਾਲੇ ਪੈਸੇ ਹੁੰਦੇ ਨੇ, ਡਬਲੀ ਪੈਸੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀਗੇ ਜੀ। ਫਿਰ ਹੌਲੀ ਹੌਲੀ ਜਿਹੜੀ ਸਾਡੀ ਪੋਸਟ ਇੰਡੀਪੈਂਡੈਂਟ ਜਿਹੜੀਆਂ ਕਰੰਸੀਜ਼ ਆਈਆਂ, 1 ਪੈਸੇ ਤੋਂ ਲੈ ਕੇ ਕੋਇਨ ਆਉਣੇ ਸ਼ੁਰੂ ਹੋਏ, ਉਹ ਇਕੱਠੇ ਕੀਤੇ। ਅੱਛਾ। ਫਿਰ ਨਾਲ ਫੋਰਨ ਕਰੰਸੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਅੱਜ 40 ਸਾਲਾਂ ਤੋਂ ਬਾਅਦ ਕੁੱਲ ਮਿਲਾ ਕੇ 200 ਕੰਟਰੀਜ਼ ਦੀ ਜਿਹੜੀ ਕਰੰਸੀ ਹੈ, ਕੋਇਨਸ ਔਰ ਕਰੰਸੀ ਨੋਟਸ 200 ਕੰਟਰੀਜ਼ ਜੀ। ਫਿਰ ਬ੍ਰਿਟਿਸ਼ ਇੰਡੀਆ ਇਕੱਠਾ ਕੀਤਾ ਜੀ। ਮੈਂ ਬ੍ਰਿਟਿਸ਼ ਇੰਡੀਆ ਦੇ ਵਿੱਚ ਮੈਂ ਈਸਟ ਇੰਡੀਆ ਕੰਪਨੀ ਤੋਂ ਲੈ ਕੇ ਜਾਰਜ 6 ਤੱਕ ਕੰਪਲੀਟ ਕਲੈਕਸ਼ਨ ਕੀਤੀ ਹੈ, ਜਿਹਦੇ 'ਚ 2-4 ਕੋਇਨ ਮੇਰੇ ਕੋਲ ਨਹੀਂ ਹੈਗੇ, ਜਿਹੜੇ ਕਾਫੀ ਰੇਅਰ ਨੇ, ਉਹ ਇੱਥੇ ਮੈਂ ਡਿਸਪਲੇ ਵੀ ਕੀਤੇ ਨੇ ਸਾਰੇ। ਫਿਰ ਮਨ 'ਚ ਖਿਆਲ ਆਇਆ ਕਿ ਕਿਉਂ ਨਾ ਇਹ ਚੀਜ਼ਾਂ ਨੂੰ ਜਿਹੜਾ ਡਿਸਪਲੇ ਕੀਤਾ ਜਾਵੇ, ਤਾਂ ਕਿ ਮੇਰੇ ਤੋਂ ਇਲਾਵਾ ਬਾਕੀ ਲੋਕ ਵੀ ਇਹਨੂੰ ਦੇਖ ਸਕਣ, ਚਾਹੇ ਉਹ ਸੋਸ਼ਲ ਮੀਡੀਆ ਹੋਵੇ, ਚਾਹੇ ਕੋਈ ਪ੍ਰਿੰਟ ਮੀਡੀਆ ਹੋਵੇ, ਜਾਂ ਕੋਈ ਵੀ ਆ ਕੇ ਇੱਥੇ ਨੂੰ ਆਪਣੀ ਅੱਖਾਂ ਨਾਲ ਦੇਖ ਸਕੇ। ਸੇਖੋਂ ਸਾਹਿਬ ਸਵਾਲ ਇੱਥੇ ਪਰ ਇੱਕੋ ਇਹੀ ਹੁੰਦਾ ਵੀ ਜਿਵੇਂ ਸ਼ੁਰੂਆਤ ਤੁਸੀਂ ਦੱਸਿਆ ਕਿ 40 ਸਾਲ ਹੋ ਗਏ ਹੈ ਨਾ, 40 ਸਾਲ ਪਹਿਲਾਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀਗਾ, ਪਰ ਮਨ ਦੇ ਵਿੱਚ ਕਿਵੇਂ ਆਇਆ, ਜਜ਼ਬਾ ਕਿਵੇਂ ਉੱਠਿਆ, ਵੀ ਚਿਣਗ ਕਿੱਥੋਂ ਲੱਗ ਗਈ ਵੀ ਯਾਰ ਕੋਇਨਸ, ਚਲੋ ਕੋਇਨਸ ਤੋਂ ਸ਼ੁਰੂਆਤ ਕੀਤੀ ਹੈ, ਪਰ ਸ਼ੁਰੂਆਤ ਕਰਨ ਦਾ ਜਜ਼ਬਾ ਕਿੱਥੋਂ ਆਇਆ ਵੀ ਚਲੋ ਹੁਣ ਕੋਇਨਸ ਸਾਂਭਦੇ ਆ? ਬੜੀ ਵਿਲੱਖਣ ਜੀ ਚੀਜ਼ ਸੀ 40 ਸਾਲ ਪਹਿਲਾਂ ਦੀ ਗੱਲ ਕਰੀਏ ਜੀ। ਦੇਖੋ, ਕੁਝ ਚੀਜ਼ਾਂ ਲਈ ਹੁੰਦੀ ਹੈ ਐਜੂਕੇਸ਼ਨ, ਤੁਸੀਂ ਉਹਦੀ ਪੜ੍ਹਾਈ ਕਰਦੇ ਹੋ, ਪੜ੍ਹਾਈ ਤੋਂ ਬਾਅਦ ਤੁਹਾਡਾ ਸ਼ੌਕ ਵੀ ਬਣ ਜਾਂਦਾ, ਤੁਹਾਡੀ ਮਜਬੂਰੀ ਵੀ ਬਣ ਜਾਂਦੀ ਹੈ, ਕਿਉਂਕਿ ਜੋ ਤੁਸੀਂ ਪੜ੍ਹਾਈ ਕੀਤੀ ਹੈ ਉਹਦੇ ਨਾਲ ਰਿਲੇਟਡ ਤੁਸੀਂ ਕੰਮ ਵੀ ਕਰਨਾ ਹੁੰਦਾ ਹੈ। ਡਾਕਟਰੀ ਦੀ ਪੜ੍ਹਾਈ ਕਰਕੇ ਲੋਕ ਡਾਕਟਰ ਹੀ ਬਣਦੇ ਨੇ, ਚਾਹੇ ਉਹ ਸੇਵਾ ਕਰਨ, ਚਾਹੇ ਪੈਸੇ ਲੈ ਕੇ ਕਰਨ, ਜਾਂ ਜਿਵੇਂ ਵੀ ਕਰਨ, ਪੇਸ਼ਾ ਉਹਨਾਂ ਦਾ ਡਾਕਟਰ ਹੀ ਹੁੰਦਾ ਹੈ। ਮੈਂ ਇਸ ਵਿਸ਼ੇ 'ਤੇ ਕੋਈ ਪੜ੍ਹਾਈ ਨਹੀਂ ਕੀਤੀ। ਮੈਂ ਇਹ ਸਮਝਦਾ ਕਿ ਜਿਹੜੀ ਮੇਰੇ ਅੰਦਰ ਜੋ ਚੀਜ਼ਾਂ ਆਈਆਂ, ਮੈਨੂੰ ਇਹ ਪੁਰਾਣੀ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਪੈਦਾ ਹੋਇਆ, ਇਹ ਕਿਸੇ ਨੇ ਫੋਰਸਫੁਲੀ ਨਹੀਂ ਕੀਤਾ, ਨਾ ਮੈਂ ਕੋਈ ਇਹਦੀ ਐਜੂਕੇਸ਼ਨ ਲੈ ਕੇ ਇਸ ਵੱਲ ਨੂੰ ਮੁੜਿਆ। ਇਹ ਮੈਂ ਸਮਝਦਾ ਕਿ ਪਰਮਾਤਮਾ ਵੱਲੋਂ ਕੋਈ ਇੱਦਾਂ ਦਾ ਮੈਨੂੰ ਗੋਡ ਗਿਫਟਡ ਹੀ ਹੈ ਕਿ ਮੈਂ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਮੈਂ ਆਪਣੀ ਹੋਸ਼ ਸੰਭਾਲੀ ਹੈ, ਮੈਨੂੰ ਆਦਤ ਹੈ ਕਿ ਹਰ ਡਾਕੂਮੈਂਟ, ਹਰ ਚਿੱਠੀ, ਹਰ ਲੈਟਰ, ਕੋਈ ਵੀ ਚੀਜ਼ ਹੋਣੀ ਮੈਂ ਸੰਭਾਲ ਕੇ ਰੱਖਣੀ। ਔਰ ਈਵਨ ਮੈਂ 37 ਸਾਲ ਮੇਰੇ ਵਿਆਹ ਨੂੰ ਹੋ ਗਏ, ਮੈਂ ਆਪਣੇ ਵਿਆਹ ਦੀ ਚਿੱਠੀ ਵੀ ਸੰਭਾਲ ਕੇ ਰੱਖੀ ਹੋਈ ਹੈ, ਮੇਰੇ ਮਦਰ ਫਾਦਰ ਦੇ ਵਿਆਹ ਦੀ ਚਿੱਠੀ ਮੈਂ ਸੰਭਾਲ ਕੇ ਰੱਖੀ ਹੋਈ ਹੈ। ਅਰੇ ਕੀ ਬਾਤ। ਸੋ ਇਹ ਚੀਜ਼ਾਂ ਜਦੋਂ ਪਰਮਾਤਮਾ ਕੋਲੋਂ ਹੁੰਦਾ, ਗੋਡ ਗਿਫਟਡ ਹੁੰਦਾ, ਤੁਸੀਂ ਕਿਸੇ ਨੂੰ ਜ਼ਬਰਦਸਤੀ ਚੀਜ਼ਾਂ ਇਕੱਠੀਆਂ ਕਰਨ 'ਤੇ ਨਹੀਂ ਲਗਾ ਸਕਦੇ। ਫਿਰ ਇਹਦੇ ਪਿੱਛੇ ਇੱਕ ਮੇਰਾ ਮਕਸਦ ਹੈ, ਮਕਸਦ ਮੇਰਾ ਕਿ ਅਸੀਂ ਆਪਣੀ ਹੈਰੀਟੇਜ ਨੂੰ ਸੰਭਾਲਣਾ ਹੈ। ਇਹਦੇ ਪਿੱਛੇ ਪੈਸਾ ਕਮਾਉਣਾ ਮੇਰਾ ਮਕਸਦ ਨਹੀਂ ਹੈ, ਕਿਉਂਕਿ ਮੈਂ ਕੋਈ ਚੀਜ਼ ਵੇਚਦਾ ਨਹੀਂ ਹਾਂ ਇੱਥੋਂ। ਅਤੇ ਜਿੰਨੇ ਚੀਜ਼ਾਂ ਪਈਆਂ ਨੇ ਸਾਰੀਆਂ ਡਿਸਪਲੇ ਵਾਸਤੇ ਨੇ, ਲੋਕਾਂ ਦੇ ਦੇਖਣ ਲਈ ਨੇ, ਐਜੂਕੇਸ਼ਨ ਪਰਪਸ ਲਈ ਨੇ, ਇਹ ਵੇਚਣ ਲਈ ਨਹੀਂ ਹੈਗੀਆਂ। ਸੋ ਜਦੋਂ ਤੁਸੀਂ ਉਹਨੂੰ ਕਮਰਸ਼ਲੀ ਕੋਈ ਕੰਮ ਕਰਦੇ ਹੋ, ਫਿਰ ਉਹ 'ਚ ਤੁਹਾਡੀ ਜਿਹੜੀ ਉਹ ਭਾਵਨਾ ਖਤਮ ਹੋ ਜਾਂਦੀ ਹੈ ਕਿ ਤੁਸੀਂ ਆਪਣੇ ਵਿਰਸੇ ਲਈ ਕੀ ਕਰ ਰਹੇ ਹੋ। ਸੋ ਮੇਰੀ ਕੋਸ਼ਿਸ਼ ਹੈ ਕਿ ਜਿਹੜੀਆਂ ਚੀਜ਼ਾਂ ਸਾਡੀ ਵਿਰਾਸਤ ਨੂੰ ਸੰਭਾਲ ਕੇ ਨੈਕਸਟ ਪੀੜ੍ਹੀ, ਅਗਲੀ ਜਨਰੇਸ਼ਨ ਵਾਸਤੇ ਇਹਨੂੰ ਸੰਭਾਲ ਕੇ ਰੱਖਾਂ। ਇੱਧਰ ਮੈਂ ਹੁਣ ਸ਼ੁਰੂਆਤ ਕਰੂੰਗਾ, ਕਿਉਂਕਿ ਭਾਜੀ ਉੱਥੋਂ ਜੇ ਸ਼ਾਰਟਸ ਤੁਹਾਡੀ ਟੀਵੀ ਸਕਰੀਨ 'ਤੇ ਚੱਲ ਰਹੇ ਹੋਣਗੇ, ਆਪਾਂ ਅੱਗੇ ਜਾ ਕੇ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਤੁਸੀਂ ਸਭ ਤੋਂ ਪਹਿਲਾਂ ਭਾਜੀ ਇਹ ਪੋਸਟ ਕਾਰਡਸ ਨੇ, ਕੁਛ ਇਹ ਸਟੈਂਪਸ ਲੱਗੀਆਂ ਹੋਈਆਂ ਨੇ, ਇਹ ਕਦੋਂ ਦੇ ਨੇ? ਕਿਉਂਕਿ ਇਹਦੇ ਬ੍ਰਿਟਿਸ਼ ਉੱਪਰ ਸਾਈਨ ਲੱਗਿਆ ਹੋਇਆ ਮੇਰੇ ਖਿਆਲ ਨਾਲ। ਇਹ ਪਟਿਆਲਾ ਸਟੇਟ ਦੀ ਕਲੈਕਸ਼ਨ ਹੈ, ਇਹਦੇ 'ਚ ਪੋਸਟ ਕਾਰਡ ਨੇ, ਪਟਿਆਲਾ ਸਟੇਟ ਦੀਆਂ ਹੁੰਡੀਆਂ ਨੇ, ਪ੍ਰਾਈਵੇਟ ਇਸ਼ੂ ਜਿਹੜੇ, ਉਹਨਾਂ ਦੇ ਲੈਟਰ ਹੈਡਸ ਨੇ, ਐਨਵੈਲਪਸ ਨੇ,
ਸੋ ਇੱਕ ਮੈਂ ਛੋਟੀ ਜਿਹੀ ਕਲੈਕਸ਼ਨ ਪਟਿਆਲਾ ਸਟੇਟ ਦੀ ਜਿਹੜੀ ਉਹਨਾਂ ਦੀ ਸਟੇਸ਼ਨਰੀ ਹੈ ਉਹ ਡਿਸਪਲੇ ਕੀਤੀ ਹੈ ਔਰ ਬ੍ਰਿਟਿਸ਼ ਗਵਰਨਮੈਂਟ ਵੱਲੋਂ ਇਹਨਾਂ ਨੂੰ ਆਥੋਰਾਈਜ਼ ਕੀਤਾ ਗਿਆ ਸੀਗਾ ਕਿ ਤੁਸੀਂ ਇਹਦੇ ਉੱਤੇ ਪਟਿਆਲਾ ਓਵਰ ਪ੍ਰਿੰਟ ਕਰ ਸਕਦੇ ਹੋ ਸਾਡੀ ਟਿਕਟ ਦੇ ਉੱਤੇ। ਤੁਸੀਂ ਨੋਟਿਸ ਕਰੋਗੇ ਜਿਹੜੀ ਉੱਤੇ ਸਟੈਂਪ ਬਣੀ ਹੈ ਉਹਦੇ ਉੱਤੇ ਪਟਿਆਲਾ ਪ੍ਰਿੰਟ ਕੀਤਾ ਹੋਇਆ ਹੈ। ਬਿਲਕੁਲ ਮੈਂ ਉਹੀ ਸੋ ਇਹ ਪਟਿਆਲਾ ਸਟੇਟ ਦੀ ਹੈ। ਮੇਰੇ ਕੋਲ ਕਾਫੀ ਸਾਰੀ ਸਟੇਟਾਂ ਦੀ ਸਟੇਸ਼ਨਰੀ ਹੈ। ਮੇਰੇ ਕੋਲੇ ਘੱਟੋ ਘੱਟ 60-70 ਸਟੇਟਸ ਦੇ ਮੇਰੇ ਕੋਲੇ ਸਟਾਂਪ ਪੇਪਰ ਨੇ, ਉਹਨਾਂ ਦੀਆਂ ਹੁੰਡੀਆਂ ਨੇ, ਉਹਨਾਂ ਦੀਆਂ ਚਿੱਠੀਆਂ ਨੇ, ਉਹਨਾਂ ਦੀ ਡਾਕ ਟਿਕਟਾਂ ਨੇ। ਸੋ ਇਹ ਪੋਸਟਲ ਸਟੇਸ਼ਨਰੀ ਜਿਹੜੀ ਹੈ ਇਹਦਾ ਇੱਕ ਅਲੱਗ ਮੇਰੇ ਕੋਲ ਸੈਕਸ਼ਨ ਹੈ ਜਿਸ 'ਚ ਮੈਂ ਸਾਰਾ ਸਮਾਨ ਰੱਖਿਆ ਹੋਇਆ। ਫਿਰ ਇਹਨੂੰ ਜਿਵੇਂ 40 ਸਾਲ ਦਾ ਸਮਾਂ ਲੱਗਿਆ ਇਕੱਠੇ ਤਾਂ ਕਲੈਕਟ ਹੋਈਆਂ ਨੇ, 40 ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ। ਫਿਰ ਜਿਹੜੀ ਚੀਜ਼ਾਂ ਤੁਸੀਂ ਖਰੀਦਦੇ ਸੀ ਕਿਸੇ ਤੋਂ ਜਾਂ ਕਲੈਕਟ ਕਰਦੇ ਸੀ, ਉਹ ਤੁਸੀਂ ਪੈਸੇ ਲੈ ਕੇ ਖਰੀਦੇ ਸੀ ਜਾਂ ਤੁਹਾਨੂੰ ਕੋਈ ਗਿਫਟ ਵੀ ਆਈਆਂ ਹੋਈਆਂ ਨੇ? ਦੇਖੋ ਕੁਝ ਚੀਜ਼ਾਂ ਤਾਂ ਘਰਾਂ ਦੇ ਵਿੱਚੋਂ ਹੀ ਮਿਲ ਜਾਂਦੀਆਂ ਨੇ ਕਿਉਂਕਿ ਸਾਡਾ ਪਿਛੋਕੜ ਜ਼ਿਲ੍ਹਾ ਬਠਿੰਡਾ ਨਾਲ ਹੈ, ਅਸੀਂ ਮਾਲਵੇ ਨਾਲ ਆ, ਤੇ ਮਾਲਵੇ ਦੇ ਵਿੱਚ ਜਿਹੜੀਆਂ ਚੀਜ਼ਾਂ ਇਹ ਆਮ ਤੌਰ ਤੇ ਮਿਲਦੀਆਂ। ਅੱਜ ਵੀ ਜੇ ਮੈਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾਂ ਕਿਸੇ ਦੋਸਤ ਮਿੱਤਰ ਦੇ ਘਰ ਜਾਂਦੇ ਤਾਂ ਕੋਈ ਨਾ ਕੋਈ ਚੀਜ਼ ਉੱਥੇ ਪੁਰਾਣੀ ਪਈ ਹੁੰਦੀ ਹੈ ਤੇ ਮੈਂ ਜਾ ਕੇ ਉਹਨੂੰ ਰਿਕੁਐਸਟ ਕਰਦਾ ਕਿ ਯਾਰ ਇਹ ਮੈਨੂੰ ਦੇ ਦੇ, ਮੈਂ ਆਪਣੇ ਮਿਊਜ਼ੀਅਮ ਲਈ ਰੱਖਣੀ ਹੈ। ਤੇ ਤੁਹਾਨੂੰ ਮੈਂ ਬੜੀ ਇੱਕ ਮਜ਼ਾਕੀਆ ਗੱਲ ਹੈਗੀ ਕਿ ਮੈਂ ਪਿੰਡ ਗਿਆ, ਕਿਸੇ ਦੇ ਘਰ 2 ਸੇਰ ਦਾ ਵੱਟਾ ਪਿਆ ਸੀਗਾ। ਅੱਛਾ। ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕਿਉਂ ਰੱਖਿਆ? ਕਹਿੰਦੇ ਅਸੀਂ ਇਹਦੇ ਨਾਲ ਤੋਲਦੇ ਹਾਂ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਇਹ ਜਿਹੜਾ weight ਅੱਜ ਕੱਲ੍ਹ ਇਹ ਡਿਸਕੰਟੀਨਿਊ ਹੋ ਚੁੱਕਿਆ, ਹੁਣ ਕਿਲੋ ਆ ਗਿਆ ਸਾਡੇ ਇੱਥੇ, ਸੇਰ ਨਹੀਂ ਚੱਲਦੇ, ਇਹ ਤੁਸੀਂ ਮੈਨੂੰ ਦੇ ਦਿਓ। ਅੱਛਾ। ਤੇ ਉਹ ਮੈਨੂੰ ਕਹਿੰਦੇ ਬੇਟਾ ਇਹਦੇ ਬਦਲੇ ਮੈਨੂੰ ਦੂਜਾ ਲਿਆ ਕੇ ਦੇਂਗਾ ਤਾਂ ਤੁਹਾਨੂੰ ਦਊਂਗੀ ਮੈਂ। ਸੋ ਸਾਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ, ਕਈ ਵਾਰ ਕੰਪਰੋਮਾਈਜ਼ ਵੀ ਕਰਨਾ ਪੈਂਦਾ ਚੀਜ਼ਾਂ ਕਲੈਕਟ ਕਰਨ ਲਈ, ਮੰਗਣੀਆਂ ਪੈਂਦੀਆਂ ਨੇ, ਫਿਰ ਖਰੀਦਣੀਆਂ ਪੈਂਦੀਆਂ ਨੇ। ਕੁਝ ਚੀਜ਼ਾਂ ਲੋਕੀ ਗਿਫਟ ਵੀ ਕਰ ਦਿੰਦੇ ਨੇ। ਮੋਸਟਲੀ ਸਮਾਨ ਜਿਹੜਾ ਇੱਥੇ ਹੈਗਾ ਸਾਰਾ ਉਹ ਪਰਚੇਜ਼ ਕੀਤਾ ਹੋਇਆ। ਇਹ ਆਹ ਕੀ ਚੀਜ਼ ਦੇਖ ਰਹੇ ਆ ਭਾਜੀ ਜਿਹੜੀ ਇਹ ਪਈਆਂ ਨੇ? ਕੈਮਰਾਮੈਨ ਨੂੰ ਕਹੂੰਗਾ ਕਲੋਜ਼ ਅਪ ਆ ਕੇ ਦਿਖਾਉਣ ਦੀ ਕੋਸ਼ਿਸ਼ ਕਰਨ। ਇੱਕ ਫੋਸਿਲਸ ਦੀ ਕਲੈਕਸ਼ਨ ਹੈ ਜੀ, ਐਮੋਨਾਈਟਸ ਨੇ ਸਾਰੇ। ਇਹ ਇੱਕ ਸਮੁੰਦਰੀ ਜੀਵ ਹੁੰਦੇ ਨੇ, ਉਹਨਾਂ ਦੇ ਫੋਸਿਲ ਨੇ। ਇਹ 66 ਮਿਲੀਅਨ ਤੋਂ ਲੈ ਕੇ 201 ਮਿਲੀਅਨ ਈਅਰਸ 올ਡ ਨੇ, ਯਾਨੀ ਕਿ 6.5 ਕਰੋੜ ਤੋਂ ਲੈ ਕੇ 20 ਕਰੋੜ ਪੁਰਾਣੇ ਨੇ ਜੀ। ਕੀ ਬਾਤ। ਇਹ ਇਹਨਾਂ ਦਾ ਪੀਰੀਅਡ ਹੈ, ਜੁਰੈਸਿਕ ਪੀਰੀਅਡ ਦੇ ਨੇ। ਇਸ ਉੱਪਰ ਹੀ ਮੈਂ ਦੇਖ ਰਿਹਾ ਮਹਾਰਾਜਾ ਰਣਜੀਤ ਸਿੰਘ ਜੀ, ਉਹਨਾਂ ਦੇ ਟਾਈਮ ਦੇ ਕੋਇਨਸ ਨੇ ਜੀ। ਮਹਾਰਾਜਾ ਰਣਜੀਤ ਸਿੰਘ ਦੇ ਪੈਸੇ ਨੇ ਇਹ ਤਾਂਬੇ ਦੇ ਨੇ। ਤੇ ਇਹ ਕਿਉਂਕਿ ਇਹਦੇ ਉੱਤੇ ਸਮੇਂ ਦੇ ਨਾਲ ਜਿਹੜੀ ਹੈਗੀ ਰਸਟ ਆ ਜਾਂਦੀ ਹੈ ਤੇ ਵਿਜ਼ੀਬਲ ਨਹੀਂ ਹੈ ਜ਼ਿਆਦਾ, ਪਰ ਇਹਨਾਂ ਦੇ ਵਿੱਚ ਕਿਤੇ ਨਿਸ਼ਾਨ ਸਾਹਿਬ ਬਣਿਆ ਹੋਇਆ, ਕਿਸੇ ਤੇ ਡੈਗਰ ਬਣਿਆ, ਕਿਸੇ ਤੇ ਫੁੱਲ ਬਣਿਆ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਇਹ ਧਾਰਨਾ ਸੀਗੀ ਕਿ ਉਹ ਹਰ ਧਰਮ ਨੂੰ ਮਾਨਤਾ ਦਿੰਦਾ ਸੀ ਤੇ ਉਹਦੇ ਸਿੱਕਿਆਂ ਦੇ ਉੱਤੇ ਵੀ ਸਤ, ਓਮ ਤੇ ਇਦਾਂ ਦੇ ਅੱਖਰ ਜਿਹੜੇ ਉਹ ਲਿਖੇ ਹੋਏ ਸੀ ਚਾਂਦੀ ਦੇ ਸਿੱਕੇ ਦੇ ਉੱਤੇ। ਇਹ ਜਿੱਦਾਂ ਇਹ ਤੁਸੀਂ ਅੱਗੇ ਦੇਖ ਰਹੇ ਹੋ, ਇਹ ਮਹਾਰਾਜਾ ਰਣਜੀਤ ਸਿੰਘ ਦੇ ਚਾਂਦੀ ਦੇ ਰੁਪਈਏ ਨੇ। ਇਹ ਚਾਂਦੀ ਦੇ ਨੇ ਜੀ। ਮਤਲਬ ਕਮਾਲ ਵਾਲੀ ਗੱਲ ਹੈ ਯਾਰ ਵੀ ਇੱਕ ਇਹੋ ਜਿਹੀ ਚੀਜ਼ ਜਿਵੇਂ ਆਹ ਚੀਜ਼ ਸੁਣ ਕੇ ਹੈਰਾਨੀ ਹੁੰਦੀ ਹੈ ਵੀ 6 ਕਰੋੜ ਸਾਲ, ਮਤਲਬ ਕਿ ਯਾਰ ਹੈਰਾਨੀ ਜੀ ਇਸ ਹਿਸਾਬ ਨਾਲ ਹੋ ਰਹੀ ਹੈ ਵੀ ਇਹੋ ਜਿਹੀ ਚੀਜ਼ ਮੈਂ ਕਦੇ ਨਹੀਂ ਦੇਖੀ ਸੀ। ਕਿਉਂਕਿ ਕਈ ਚੀਜ਼ਾਂ ਭਾਜੀ ਮੈਂ ਤੁਹਾਨੂੰ ਸੱਚੀ ਦੱਸਾਂ ਕਿ ਇੱਥੇ ਆ ਕੇ ਮੈਨੂੰ ਵੇਖਣ ਨੂੰ ਮਿਲੀਆਂ ਨੇ, ਮੈਂ ਕਦੀਆਂ ਦੇਖੀ ਸੁਣੀਆਂ ਵੀ ਨਹੀਂ ਸੀਗੀਆਂ। ਨਹੀਂ, ਇਹਦੇ ਵਿੱਚ ਮੈਂ ਤੁਹਾਡੀ ਗੱਲ ਕੱਟ ਰਿਹਾ, 6 ਕਰੋੜ ਨੇ, ਮੇਰੇ ਕੋਲ ਅੱਗੇ 40 ਕਰੋੜ ਸਾਲ ਪੁਰਾਣੇ ਵੀ ਪਏ ਨੇ। ਤੁਹਾਨੂੰ ਉਹ ਵੀ ਇਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਇਹ ਤੁਸੀਂ, ਮੈਂ ਕੈਮਰਾਮੈਨ ਨੂੰ ਪਹਿਲਾਂ ਕਹੂੰਗਾ ਆਹ ਦਿਖਾਉਣ ਦੀ ਕੋਸ਼ਿਸ਼ ਕਰਨ। ਜ਼ਿਆਦਾਤਰ ਲੋਕਾਂ ਨੂੰ ਲੱਗੂਗਾ ਵੀ ਆਹ ਪੱਥਰ ਜੇ ਕੀ ਸਾਂਭੇ ਪਏ ਨੇ, ਪਰ ਮੈਂ ਦੱਸ ਦੇਵਾਂ ਇਹ ਸਾਰੀ ਡਿਸਪਲੇ ਹੈ। ਇਹ ਸਰਪਲਸ ਕੋਇਨ ਨੇ ਮੇਰੇ, ਜਿਹੜੇ ਮੇਰੇ ਕੋਲ ਫਾਲਤੂ ਨੇ, ਉਹਨਾਂ ਨੂੰ ਇੱਕ ਟੇਬਲ ਦੇ ਉੱਤੇ ਰੱਖ ਕੇ ਮੈਂ ਇੱਕ ਡਿਸਪਲੇ ਕੀਤਾ ਹੋਇਆ। ਜਿਸ ਤਰ੍ਹਾਂ ਅਸੀਂ ਵਿਆਹ ਸ਼ਾਦੀਆਂ ਜਾਂਦੇ ਹਾਂ ਨਾ, ਤੇ ਉੱਥੇ ਉਹਨਾਂ ਨੇ ਆਪਣੀ ਕਰੋਕਰੀ ਦਾ ਜਾਂ ਉਹਨਾਂ ਨੇ ਆਪਣੇ ਸੈਲਡ ਦਾ ਕੁਝ ਬਣਾ ਕੇ ਬੱਤਕਾਂ ਤੋਤੇ ਰੱਖੇ ਹੁੰਦੇ ਨੇ। ਸੋ ਇਹ ਮੇਰਾ ਸਰਪਲਸ ਹੈ ਜਿਹੜਾ ਮੈਂ ਡਿਸਪਲੇ ਕੀਤਾ, ਸਿਰਫ ਇੱਕ ਅਟਰੈਕਸ਼ਨ ਲਈ ਕਿ ਲੋਕੀ ਜਦੋਂ ਆਉਂਦੇ ਨੇ, ਇਹ ਉਹਨਾਂ ਨੂੰ ਸਾਰੇ ਮਿਊਜ਼ੀਅਮ ਵਿੱਚ ਇਹ ਚੀਜ਼, ਇਹ ਟੇਬਲ ਅਟਰੈਕਟ ਕਰਦਾ ਜ਼ਿਆਦਾ। ਬਿਲਕੁਲ। ਪਰ ਫਿਰ ਵੀ ਇਹਦੇ 'ਚ ਕੀ ਹੈ ਕਿ ਸ਼ੇਰਸ਼ਾਹ ਸੂਰੀ ਦੇ ਕੋਇਨ ਨੇ, ਇਹ ਉਹਨਾਂ ਦੇ ਲੜਕਾ ਆਦਿਲ ਸ਼ਾਹ ਦੇ ਕੋਇਨ ਨੇ, ਇਹ ਕੁਸ਼ਾਨ ਪੀਰੀਅਡ ਦੇ ਨੇ, 2200 ਸਾਲ ਪੁਰਾਣੇ ਸਿੱਕੇ ਨੇ। ਇਹ 'ਚ ਮਹਾਰਾਜਾ ਰਣਜੀਤ ਸਿੰਘ ਦੇ ਵੀ ਸਿੱਕੇ ਪਏ ਨੇ। ਅੱਛਾ, ਇਹ ਮਹਾਰਾਜਾ ਰਣਜੀਤ ਸਿੰਘ ਜੀ ਪੈਸੇ ਨੇ, ਕੁਝ ਮੁਗਲਸ ਨੇ, ਕੁਝ ਸਟੇਟਾਂ ਦੇ ਨੇ, ਕੁਝ ਜਿਹੜੇ ਹੈਗੇ ਹਜ਼ਾਰ। ਆ ਚੀਜ਼ ਵੀ ਕੋਇਨਸ ਨੇ? ਇਹ ਕੋਇਨ ਨੇ ਜੀ, ਇਹ ਲੇਕਿਨ ਹਾਲੇ ਤੱਕ ਆਇਡੈਂਟੀਫਾਈ ਨਹੀਂ ਹੋ ਸਕੇ ਕੋਇਨ। ਇਹ ਚਾਂਦੀ ਦੇ ਸਿੱਕੇ ਨੇ, ਪਿਓਰ ਚਾਂਦੀ। ਕਮਾਲ ਹੈ। ਮਤਲਬ ਜੇ ਆਮ ਲੋਕਾਂ ਨੂੰ ਭਾਜੀ ਆਪਾਂ ਚੀਜ਼ ਫੜਾ ਦਈਏ ਨਾ, ਸ਼ਾਇਦ ਉਹ ਇਸ ਚੀਜ਼ ਦਾ ਮੁੱਲ ਹੀ ਨਾ ਪਾਉਣ, ਇਹਨੂੰ ਬੱਟੇ ਵਾਂਗ ਤੋਲ ਦੇਣਗੇ। ਕਿਉਂਕਿ ਦੇਖਣ 'ਚ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਸਿੱਕੇ ਨੇ ਅਸਲ ਦੇ ਵਿੱਚ। ਪਰ ਹਾਂ, ਜਿਹੜੀ ਚੀਜ਼ਾਂ ਵਿਜ਼ੀਬਲ ਨੇ, ਕਿਉਂਕਿ ਟਾਈਮ ਪੀਰੀਅਡ ਬਹੁਤ ਹੋ ਗਿਆ, ਜਿਹੜੀ ਚੀਜ਼ਾਂ ਵਿਜ਼ੀਬਲ ਨੇ, ਜਿਵੇਂ ਆਹ ਦਿਖ ਰਿਹਾ ਆਪਾਂ ਨੂੰ ਉੱਪਰ ਕੁਝ ਪ੍ਰਿੰਟ ਹੋਇਆ, ਇਸ ਚੀਜ਼ ਤੋਂ ਬੰਦਾ ਅੰਦਾਜ਼ਾ ਲਗਾ ਸਕਦਾ ਹੈ। ਪਰ ਆਹ ਚੀਜ਼ਾਂ ਨੂੰ ਕਹਿਣਾ ਤਾਂ ਬਹੁਤ ਮੁਸ਼ਕਿਲ ਲੱਗਦਾ ਮੈਨੂੰ। ਹੀਰੇ ਦੀ ਪਹਿਚਾਣ ਜ਼ੋਰੀ ਨੂੰ ਹੁੰਦੀ ਹੈ ਹਮੇਸ਼ਾ। ਹਾਂ, ਤੁਹਾਡੇ ਰਸਤੇ 'ਚ ਜਿੱਥੇ ਵੀ ਕਿਤੇ ਪਏ ਹੋਣਗੇ ਤੁਸੀਂ ਕਹੋਗੇ ਵੀ ਕਾਪਰ ਦੀ ਡਲੀ ਹੈ, ਕੁਛ ਨਹੀਂ ਹੈ। ਹੁਣ ਇਹ ਇੱਕ ਕੁਸ਼ਾਨ ਪੀਰੀਅਡ ਦਾ ਸਿੱਕਾ ਹੈਗਾ, ਇਹ ਲੇਟਰ ਕੁਸ਼ਾਨ ਹੈ। ਮੇਰੇ ਕੋਲ ਅਰਲੀ ਕੁਸ਼ਾਨ ਵੀ ਹੈਗੇ, ਬੜੇ ਅੱਛੀ ਕਲੈਕਸ਼ਨ ਜਿਹੜੀ ਮੇਰੀ ਐਲਬਮ 'ਚ ਲੱਗੀ ਹੋਈ ਹੈ। ਸੋ ਇਹ ਸਿਰਫ ਤਾਂਬੇ ਦੀ ਡਲੀ ਹੈ। ਤੁਸੀਂ ਕਹੋਗੇ ਇਹਦਾ ਕੀ ਕਰਨਾ ਹੈਗਾ, ਪਰ ਇਹਦੀ ਇੱਕ ਖਾਸੀਅਤ ਹੈ ਕਿ ਅੱਜ ਦਾ 1 ਰੁਪਈਆ ਜਿਹੜਾ ਹੈਗਾ, ਤੁਸੀਂ ਉਹਦੇ 2 ਟੁਕੜੇ ਕਰਕੇ ਦੇਣ ਜਾਓਗੇ, ਉਹਦਾ ਤੁਹਾਨੂੰ ਇੱਕ ਨਵਾਂ ਪੈਸਾ ਵੀ ਨਹੀਂ ਮਿਲੇਗਾ। ਇਹਦੇ ਤੁਸੀਂ 10 ਟੁਕੜੇ ਵੀ ਕਰੋਗੇ ਤੇ ਤਾਂਬੇ ਦੇ ਪੈਸੇ ਤੁਹਾਨੂੰ ਜ਼ਰੂਰ ਮਿਲ ਜਾਣਗੇ।
ਅਰੇ ਕਿਆ ਇਹਦੀ ਮੈਟਲ ਵੈਲਿਊ ਜ਼ਰੂਰ ਹੈਗੀ। ਹਾਂ ਔਰ ਬਿਲਕੁਲ। ਪੁਰਾਣੇ ਟਾਈਮ ਦੇ ਵਿੱਚ ਕੀ ਕੀਤਾ ਜਾਂਦਾ ਸੀ, ਜਿਹੜੇ ਤਾਂਬੇ ਦੇ ਪੈਸੇ ਹੁੰਦੇ ਸੀ ਇਹਨਾਂ 'ਚ ਕੁਝ ਪਰਸੈਂਟੇਜ ਜਿਹੜੀ ਹੈ ਚਾਂਦੀ ਪਾਈ ਜਾਂਦੀ ਸੀ ਕਰੰਸੀ ਦੀ ਵੈਲਿਊ ਮੇਨਟੇਨ ਕਰਨ ਵਾਸਤੇ। ਓਕੇ। ਜਿਹੜੇ ਚਾਂਦੀ ਦੇ ਹੁੰਦੇ ਸੀ ਉਹਨਾਂ 'ਚ ਕੁਝ ਮਾਮੂਲੀ ਜਿਹਾ 골ਡ ਮਿਕਸ ਹੁੰਦਾ ਸੀਗਾ, ਗੋਲਡ ਮਿਕਸ। ਜਿਸ ਕਰਕੇ ਉਹ ਹੁਣ ਤੱਕ ਚੱਲ ਰਹੇ ਨੇ। ਹਾਂ ਅੱਜ ਦੀ ਕਰੰਸੀ ਤਾਂ ਸਾਡਾ ਮੂੰਹ ਚੜਾਉਂਦੀ ਹੈ, ਇਹ ਨੋਟ ਫਟ ਜੇ ਕੋਈ ਲੈਂਦਾ ਨਹੀਂ, ਰਿਕਸ਼ੇ ਵਾਲਾ ਨਹੀਂ ਲੈਂਦਾ ਤੁਹਾਡੇ ਤੋਂ, ਨਹੀਂ ਲੈਂਦਾ। ਉਹ ਕਹਿੰਦਾ ਇਹ ਨਹੀਂ ਚੱਲਦਾ ਜੀ। ਹਾਂ ਸੋ ਇਹ ਅੱਜ ਵੀ ਵੇਚਣ ਜਾਓਗੇ ਤਾਂਬੇ ਦੇ ਪੈਸੇ ਤੇ ਮਿਲ ਹੀ ਜਾਣਗੇ। ਬਿਲਕੁਲ ਬਿਲਕੁਲ। ਆ ਪਿਛਲੀ ਸਾਈਡ ਤੁਸੀਂ ਇੱਧਰ ਵੇਖੋ ਦਰਸ਼ਕੋ, ਆ ਜਿੰਦਰੇ ਪਏ ਨੇ, ਜਿੰਦੇ ਲੌਕਸ, ਇੱਕ ਅਲੱਗ-ਅਲੱਗ ਚੀਜ਼ਾਂ ਦੀ ਇਹਨਾਂ ਦੀ ਸ਼ੇਪ ਹੀ ਪਹਿਲੀ ਗੱਲ ਤਾਂ ਬਹੁਤ ਉਹ ਆ ਵੇਖੋ, ਆ ਵੀ ਇੱਕ ਲੌਕ ਹੈ, ਠੀਕ ਹੈ। ਫਿਰ ਇੱਧਰ ਇੱਕ ਆ ਵੀ ਲੌਕ ਹੈ। ਡਿਜ਼ਾਈਨ ਹਰ ਇੱਕ ਦੇ ਵੱਖੋ ਵੱਖਰੇ ਨੇ। ਜਿਵੇਂ ਕੁਝ ਡਿਜ਼ਾਈਨ ਤਾਂ ਤੁਸੀਂ ਪਿੰਡਾਂ ਦੇ ਵਿੱਚ ਜਿਵੇਂ ਕਿ ਆਹ ਜਿੰਦਰੇ ਨੇ ਇਹ ਪਿੰਡਾਂ ਦੇ ਵਿੱਚ ਦੇਖੇ ਹੋਣਗੇ, ਪਰ ਕਈ ਡਿਜ਼ਾਈਨ ਜਿਵੇਂ ਕਿ ਆਹ ਨੇ, ਆਹ ਲੱਗਦਾ ਹੀ ਨਹੀਂ ਕਿ ਲੌਕ ਹੈ ਪਹਿਲੀ ਗੱਲ ਤਾਂ, ਵੀ ਇਹ ਵੀ ਲੌਕਸ ਨੇ। ਭਾਜੀ ਇਹ ਕਿੰਨੇ ਕੁ ਪੁਰਾਣੇ ਹੋਣਗੇ ਵੇਖਿਆ ਜਾਵੇ ਤਾਂ? ਦੇਖੋ ਜਿੱਦਾਂ ਤੁਸੀਂ ਕਿਹਾ ਕਿ ਪਿੰਡਾਂ ਦੇ ਵਿੱਚ ਵੀ ਅੱਜਕੱਲ ਮਿਲਦੇ ਨੇ, ਮੈਂ ਇੱਥੇ ਕੋਸ਼ਿਸ਼ ਕੀਤੀ ਹੈ ਕਿ ਪੁਰਾਣੇ ਦੇ ਨਾਲ ਕੁਝ ਚੀਜ਼ ਨਵੀਂ ਰੱਖਣ ਦੀ, ਤਾਂ ਕਿ ਪਤਾ ਲੱਗੇ ਕਿ ਜਿਹੜੀ ਨਵੀਆਂ ਸਾਡੀਆਂ ਚੀਜ਼ਾਂ ਹੈਗੀਆਂ ਉਹ ਕਿਸ ਤਰ੍ਹਾਂ ਦੀਆਂ ਨੇ, ਜਿਹੜੀਆਂ ਪੁਰਾਣੀਆਂ ਸੀ ਕਿੱਦਾਂ ਦੀਆਂ ਸੀਗੀਆਂ। ਕੰਪੈਰੀਜ਼ਨ ਕਰਕੇ ਦਿਖਾਇਆ। ਜਿੰਨੀ ਦੇਰ ਤੱਕ ਅਸੀਂ ਕਿਸੇ ਚੀਜ਼ ਨੂੰ ਕੰਪੇਅਰ ਨਹੀਂ ਕਰਾਂਗੇ ਉਨੀ ਦੇਰ ਤੱਕ ਉਸ ਚੀਜ਼ ਦੀ ਵੈਲਿਊ ਨਹੀਂ ਹੋਏਗੀ। ਬਿਲਕੁਲ ਬਿਲਕੁਲ। ਹੁਣ ਇਹ ਜਿੰਦੇ ਹੈਗੇ, ਇਹ ਬੜੇ ਆਰਾਮ ਨਾਲ ਜਦੋਂ ਮਰਜ਼ੀ ਇਹਨੂੰ ਤੁਸੀਂ ਕੋਈ ਵੀ ਬੰਦਾ ਇਹਨੂੰ ਤੋੜ ਸਕਦਾ ਹੈ। ਇਹ ਲੌਕ ਹੈਗੇ ਟੁੱਟਦੇ ਨਹੀਂ ਹੈ। ਅੱਛਾ। ਇਹ ਵੀ ਇੱਕ ਜਿੰਦਾ ਹੈਗਾ, ਹੈਂਡਮੇਡ ਹੈਗਾ, ਇਹ ਇਹਦੀ ਚਾਬੀ ਹੈ। ਅਰੇ ਵਾਹ। ਸੋ ਇਹਨੂੰ ਖੋਲ੍ਹਣ ਦਾ ਵੀ ਇੱਕ ਢੰਗ ਹੈਗਾ। ਇਹ ਨਿਕਲਿਆ, ਔਰ ਤੁਸੀਂ ਇਹਨੂੰ ਹਥਿਆਰ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹਥਿਆਰ ਵਾਂਗ ਵੀ ਵਰਤਿਆ ਜਾ ਸਕਦਾ। ਸੋ ਇਹ ਲੌਕ ਹੋ ਗਿਆ। ਇਹ ਕਿੰਨਾ ਕੁ ਐਸਟੀਮੇਟ ਹੋਵੇ ਅਪਰੋਕਸ ਕਿੰਨਾ ਕੁ ਪੁਰਾਣਾ ਹੋ ਸਕਦਾ? 150-200 ਸਾਲ ਪੁਰਾਣਾ ਹੋਏਗਾ ਜੀ, ਐਗਜ਼ੈਕਟ ਤਾਂ ਮੈਨੂੰ ਵੀ ਨਹੀਂ ਪਤਾ। ਹੁਣ ਜਿਸ ਤਰ੍ਹਾਂ ਇਹ ਹੈਗਾ, ਇਹਦੀ ਚਾਬੀ ਇਸ ਤਰ੍ਹਾਂ ਬਾਹਰ ਅਰੇ ਨਿਕਲਦੀ ਹੈ। ਵਾਹ ਕੀ ਬਾਤ ਹੈ। ਇਹਨੂੰ ਘੁਮਾ ਕੇ ਇਹਦੇ ਅੰਦਰ ਚਾਬੀ ਜਾਂਦੀ ਹੈ ਤੇ ਅੰਦਰੋਂ ਖੁੱਲ੍ਹਦਾ ਉਸ ਤਰ੍ਹਾਂ ਹੀ ਹੈ ਜਿੱਦਾਂ ਅਸੀਂ ਪਹਿਲਾਂ ਵਾਲਾ ਲੌਕ ਖੋਲ੍ਹਿਆ ਸੀਗਾ। ਇਹ ਸਾਰੀ ਚੀਜ਼ਾਂ ਹੈਂਡਮੇਡ ਨੇ ਭਾਜੀ? ਹੈਂਡਮੇਡ ਨੇ ਜੀ, ਇਹ ਮਸ਼ੀਨੀ ਨਹੀਂ ਹੁੰਦੀ। ਕੀ ਬਾਤ। ਪਰ ਇੱਕ ਚੀਜ਼ ਮੈਂ ਦੇਖ ਕੇ ਹੈਰਾਨ ਆ ਕਿ ਜਿਵੇਂ ਕਿ ਕ੍ਰੀਏਟੀਵਿਟੀ ਕਿੰਨੀ ਵਧੀਆ ਸੀਗੀ ਪੁਰਾਣੇ ਟਾਈਮ ਦੇ ਵਿੱਚ ਵੀ, ਹਨਾ ਦੇਖਿਆ ਜਾਵੇ ਤਾਂ। ਜਿਵੇਂ ਹੁਣ ਤਾਂ ਸਿੰਪਲ ਜਿਹੇ ਲੌਕ ਆ ਗਏ। ਤੁਸੀਂ ਮੇਰੇ ਇੱਧਰਲੇ ਪਾਸੇ ਦੇਖੋਗੇ ਸੁਰਮੇਦਾਨੀਆਂ ਜਿਹੜੀਆਂ ਪਈਆਂ ਨੇ ਉਹ ਲੇਟਰ ਨੇ, ਜਿਹੜੀਆਂ ਅੱਜ ਕੱਲ੍ਹ ਵੀ ਲੋਕਾਂ ਦੇ ਘਰਾਂ 'ਚ ਜਿਹੜੀਆਂ ਆ ਸੁਰਮੇਦਾਨੀਆਂ ਨੇ ਜੀ, ਇਹ ਅੱਜ ਕੱਲ੍ਹ ਵੀ ਲੋਕਾਂ ਦੇ ਘਰਾਂ 'ਚ ਮਿਲਦੀਆਂ ਨੇ। ਹੈ ਇਹ ਅਰਲੀ ਸੁਰਮੇਦਾਨੀਆਂ ਨੇ, ਇਸਲਾਮਿਕ ਪੀਰੀਅਡ ਦੀਆਂ, 150-200 ਸਾਲ ਪੁਰਾਣੀਆਂ। ਇਹ ਵਾਲੀਆਂ ਇਹਨਾਂ ਦੇ ਉੱਤੇ ਦੇਖੋ ਮੀਨਾਕਾਰੀ ਕੀਤੀ ਉਹਨਾਂ ਨੇ, ਔਰ ਇਹ ਪਿੱਤਲ ਦੀਆਂ ਨੇ। ਜਿਹੜੀਆਂ ਇਹ ਹੈਗੀਆਂ ਹਾਂ, ਇਹ ਵਾਈਟ ਮੈਟਲ ਹੈ ਵੈਸੇ ਕੁਝ, ਇਹਦੀ ਕੋਈ ਵੈਲਿਊ ਨਹੀਂ ਹੈ। ਤੋਲ ਵੇਚਣ ਜਾਵੇਂ ਕੁਝ ਨਹੀਂ ਮਿਲੇਗਾ, ਨਹੀਂ ਮਿਲਦਾ। ਇਹਨੂੰ ਵੇਚਣ ਜਾਓਗੇ ਪਿੱਤਲ ਦੇ ਪੈਸੇ ਤੁਹਾਨੂੰ ਜ਼ਰੂਰ ਮਿਲਣਗੇ। ਬਿਲਕੁਲ। ਔਰ ਇਹਦੇ ਨਾਲ ਉਹਨਾਂ ਨੇ, ਤੁਸੀਂ ਆ ਨੋਟਿਸ ਕਰੋਗੇ ਕਿ ਆ ਕੁੰਡੇ ਰੱਖੇ ਨੇ ਸਾਈਡਾਂ ਤੇ, ਇਹਨਾਂ ਦੇ ਵਿੱਚ ਘੁੰਗਰੂ ਪਾਏ ਹੁੰਦੇ ਸੀਗੇ। ਅੱਛਾ, ਜਿਹੜੇ ਆ ਹੋਲਸ ਹਾਂਜੀ, ਕੁੰਡੇ ਰੱਖੇ ਹੋਏ ਨੇ। ਇਹਦੇ ਉੱਤੇ ਕਿੰਨੀ ਕਾਰਵਿੰਗ ਕੀਤੀ ਹੋਈ ਹੈ, ਔਰ ਇਹਦਾ ਸੁਰਮਚੂ ਹੈ। ਹਾਂ, ਜਿੱਦਾਂ ਆਪਾਂ ਕਰਦੇ ਸੀ। ਸੋ ਇੱਥੋਂ ਪਤਾ ਲੱਗਦਾ ਕਿ ਪੁਰਾਣੇ ਟਾਈਮ ਦੇ ਵਿੱਚ ਲੋਕੀ ਕੰਪਰੋਮਾਈਜ਼ ਨਹੀਂ ਸੀ ਕਰਦੇ, ਇਸੇ ਕਰਕੇ ਹੁਣ ਤੱਕ ਚੱਲ ਰਹੀਆਂ ਨੇ। ਇਸੇ ਕਰਕੇ, ਹਾਂ, ਇਸੇ ਕਰਕੇ ਤਾਂ ਲੋਕ ਪੁਰਾਣੇ ਟਾਈਮ ਨੂੰ ਯਾਦ ਕਰਦੇ ਨੇ ਕਿ ਪੁਰਾਣਾ 100 ਦਿਨ ਨਵਾਂ 2 ਦਿਨ, 9 ਦਿਨ ਪੁਰਾਣਾ 100 ਦਿਨ। ਇੱਕ ਹਾਫ ਤਾਂ ਸਿਆਣੇ ਨੇ ਐਵੇਂ ਨਹੀਂ, ਬਿਲਕੁਲ ਐਵੇਂ ਤਾਂ ਨਹੀਂ ਬਣਾਈਆਂ। ਇੱਧਰ ਤੁਸੀਂ ਵੇਖ ਸਕਦੇ ਹੋ ਹੋਰ ਵੀ ਕਾਫੀ, ਕਿਉਂਕਿ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਭਾਜੀ ਖੁਦ ਹੀ ਦੱਸਣਗੇ। ਇਹ ਏਂਸ਼ੀਅੰਟ ਕੋਇਨ ਨੇ, ਪੰਚ ਮਾਰਕ 550 BC, 2550 ਸਾਲ ਇਹਨਾਂ ਦਾ ਪੀਰੀਅਡ ਹੈ ਜੀ। ਔਰ ਇਹ ਸਿੰਬੋਲਿਕ ਕੋਇਨ ਹੁੰਦੇ ਸੀਗੇ ਤੇ ਕੈਲੀਗ੍ਰਾਫੀ ਨਹੀਂ ਸੀ ਹੁੰਦੀ, ਪੰਚ ਹੁੰਦਾ ਸੀ ਸਿਰਫ ਇਹਦੇ ਉੱਤੇ। ਅੱਛਾ, ਇਹਦੇ ਉੱਤੇ ਸਿੰਬਲ ਹੁੰਦੇ ਸੀ, ਇਨਸਾਨ ਦਾ ਚਿਹਰਾ ਬਣਾਤਾ, ਜਾਂ ਇਹਦੇ ਉੱਤੇ ਕੋਈ ਦਰਖਤ ਬਣਾਤਾ, ਕੋਈ ਸੱਪ ਬਣਾਤਾ, ਕੋਈ ਗਾਂ ਬਣਾਤੀ। ਓਕੇ। ਤੇ ਫਿਰ ਇਹਦੇ ਅੱਗੇ ਅਸੀਂ ਦੇਖ ਰਹੇ ਹਾਂ ਵੀ ਸਾਰੇ ਫੋਸਿਲਸ ਨੇ। ਇਹ ਚੂੜੀਆਂ ਨੇ 2200 ਸਾਲ ਪੁਰਾਣੀਆਂ, ਸ਼ੈਲ ਬੈਂਗਲਸ ਨੇ, ਇਹ 2800 ਸਾਲ ਪੁਰਾਣੀਆਂ ਨੇ। ਇੱਧਰ ਪਈਆਂ ਮੌਰਨ ਪੀਰੀਅਡ ਦੀਆਂ ਨੇ, ਇਹ 2300-2400 ਸਾਲ ਪੁਰਾਣੀਆਂ ਨੇ। ਫਿਰ ਇਸ ਤੋਂ ਅੱਗੇ ਅਸੀਂ ਦੇਖ ਰਹੇ ਹਾਂ ਵੁੱਡ ਫੋਸਿਲਸ ਨੇ, ਲੱਕੜ ਦੇ ਫੋਸਿਲ, 230 ਮਿਲੀਅਨ 2 ਕਰੋੜ ਸਾਲ ਪੁਰਾਣੇ ਹੈਗੇ ਇਹ ਬਲੇਡ ਨੇ ਜਿਹੜੇ ਪੱਥਰ ਦੇ ਯੂਜ਼ ਕੀਤੇ ਜਾਂਦੇ ਸੀ ਉਸ ਟਾਈਮ 'ਚ, ਚਾਰਟ ਬਲੇਡ ਜਿਹਨੂੰ ਕਹਿੰਦੇ, ਹੜੱਪਣ ਪੀਰੀਅਡ ਦੇ ਨੇ ਇਹ। ਸੋ ਇਹਦੇ ਕੁਛ ਇਹ ਸਾਡੇ ਟ੍ਰੈਡੀਸ਼ਨਲ ਬਰਤਨ ਨੇ, ਘਰਾਂ 'ਚ ਇਸਤੇਮਾਲ ਹੁੰਦੇ ਸੀ, ਅੱਜ ਕੱਲ੍ਹ ਅਲੋਪ ਹੋ ਗਏ ਸਾਰੇ। ਜਿੰਨੇ ਗਲਾਸ ਤੁਸੀਂ ਦੇਖ ਰਹੇ ਹੋ ਸਾਰੇ ਡਿਫਰੈਂਟ ਗਲਾਸ ਨੇ। ਇਹਦੇ ਛੰਨੇ ਵੀ ਨੇ, ਇਹਦੇ 'ਚ ਡੱਬੇ ਨੇ, ਕੁਛ ਕੱਪ ਨੇ, ਕੁਛ ਟੀ ਸੈੱਟ ਪਏ ਨੇ ਇੱਥੇ। ਸ਼ਿੰਗਾਰਦਾਨ ਤੁਹਾਨੂੰ ਮੈਂ ਦਿਖਾਉਣਾ ਭੁੱਲ ਗਿਆ ਇੱਥੇ ਪਿੱਛੇ, ਇਹ ਕੁਛ ਇਹ ਸ਼ਿੰਗਾਰਦਾਨ ਹੈਗੇ। ਹੁਣ ਇਹਦੇ ਉੱਤੇ ਵੀ ਇੰਨੀ ਮੀਨਾਕਾਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਸੀਗੀ, ਸਿੰਪਲ ਵੀ ਬਣਾਇਆ ਜਾ ਸੀ। ਅੱਜ ਕੱਲ੍ਹ ਜਿਹੜੇ ਸਾਡੇ ਸ਼ਿੰਗਾਰਦਾਨ ਆਉਂਦੇ ਨੇ ਉਹ ਕਿੱਟ ਹੁੰਦੀਆਂ ਨੇ ਪਲਾਸਟਿਕ ਦੀਆਂ, ਯੂਜ਼ ਐਂਡ ਥਰੋ ਵਾਲਾ, ਐਕਸਪਾਇਰੀ ਡੇਟ ਵੀ ਹੁੰਦੀ ਇਹਦੇ ਉੱਤੇ ਪਾਈ। ਸੋ ਇਹਦੀ ਕੋਈ ਐਕਸਪਾਇਰੀ ਨਹੀਂ ਹੈ। ਸੋ ਇਸ ਤਰ੍ਹਾਂ ਇਹ ਖੁੱਲ੍ਹਦਾ ਸੀਗਾ ਥੱਲੋਂ, ਇਹ ਤਾਂ ਲੌਕ ਖੁੱਲ੍ਹ ਜਾਂਦਾ ਸੀ।
ਔਰ ਇਹ ਇਸ ਤਰ੍ਹਾਂ ਬਾਹਰ ਨਿਕਲ ਜਾਂਦੇ ਸੀ। ਇਹਨਾਂ ਦੇ ਵਿੱਚ ਮੇਕਅਪ ਦਾ ਸਮਾਨ ਜਿਹੜਾ ਉਹ ਟਾਈਮ ਦੀਆਂ ਜਿਹੜੀਆਂ ਹਾਂਜੀ। ਕੁੜੀਆਂ ਹੁੰਦੀਆਂ ਸੀ ਉਹ ਪਾ ਕੇ ਰੱਖਦੀਆਂ। ਜੀ, ਕਮਾਲ। ਸੋ ਇਹ 'ਚੋਂ ਗਿਰੇ ਨਾ, ਇਹ ਆਪਣੇ ਆਪ ਖੁੱਲ੍ਹਣਾ, ਇਸ ਕਰਕੇ ਇਹਦੇ ਉੱਤੇ ਇੱਕ ਲੌਕ ਲਗਾ। ਲੌਕ ਲਗਾ ਕੇ ਇਹ ਜਿਹੜਾ ਹੈਗਾ ਇਹ ਵੀ ਇਹਦੇ 'ਚ ਹੋਲ ਹੈ, ਇਹ ਹੋਲ ਦੇ ਵਿੱਚ ਜਾ ਕੇ ਫਸਦਾ ਹੈ ਤਾਂ ਕਿ ਹਿੱਲੇ ਨਾ ਇਹ। ਹਾਂ, ਹਾਂ ਪ੍ਰੋਪਰ ਵੈਲ ਡਿਜ਼ਾਈਨਡ ਚੀਜ਼ਾਂ ਪੁਰਾਣੇ ਟਾਈਮ ਦੇ ਵਿੱਚ ਭਾਜੀ ਬਣਾਈਆਂ ਹੁੰਦੀਆਂ ਸੀਗੀਆਂ ਪ੍ਰੋਪਰ, ਜਿਵੇਂ ਹੁਣ ਦੇਖ ਰਹੇ ਹਾਂ, ਕਿਉਂਕਿ ਇਹ ਚੀਜ਼ਾਂ ਮੈਂ ਕਦੇ ਨਹੀਂ ਦੇਖਿਆ ਸੀ, ਅੱਜ ਤੁਹਾਡੇ ਕੋਲੇ ਆ ਕੇ ਵੇਖ ਰਹੇ ਹਾਂ। ਜਾਂ ਹੋਰ ਵੀ ਦਰਸ਼ਕੋ ਮੈਂ ਦੱਸ ਦਵਾਂ, ਕਿਉਂਕਿ ਇਸ ਮਿਊਜ਼ੀਅਮ ਦੇ ਵਿੱਚ ਕਈ ਚੀਜ਼ਾਂ ਐਸੀਆਂ ਵੀ ਹੋਣਗੀਆਂ ਜਿਹੜੀਆਂ ਸਾਡੇ ਕੈਮਰੇ ਤੋਂ ਓਲੇ ਹੋ ਸਕਦੀਆਂ ਨੇ, ਪਰ ਮੈਂ ਪਰਸਨਲੀ ਤੁਹਾਨੂੰ ਰეკਮੈਂਡ ਕਰੂੰਗਾ ਕਿ ਤੁਸੀਂ ਇੱਥੇ ਪਰਸਨਲੀ ਆ ਕੇ ਵਿਜ਼ਿਟ ਜ਼ਰੂਰ ਕਰਕੇ ਜਾਇਓ, ਕਿਉਂਕਿ ਕਈ ਚੀਜ਼ਾਂ ਅਸੀਂ ਜ਼ਿਆਦਾਤਰ ਚੀਜ਼ਾਂ ਸਾਰੀਆਂ ਕੈਮਰੇ ਤੇ ਨਹੀਂ ਦਿਖਾ ਸਕਦੇ। ਕਈ ਚੀਜ਼ਾਂ ਐਸੀਆਂ ਨੇ ਵੀ ਜਿਹੜੀਆਂ ਓਲੇ ਰਹਿ ਵੀ ਜਾਂਦੀਆਂ ਨੇ, ਪਰ ਤੁਸੀਂ ਆਓਗੇ ਕਿਉਂਕਿ ਚੀਜ਼ਾਂ ਹੀ ਇੰਨੀਆਂ ਨੇ ਮਾਈਂਡ ਦੇ ਵਿੱਚ ਮੇਰੇ ਤਾਂ ਆਏ ਹੋ ਰਿਹਾ ਵੀ ਪਹਿਲਾਂ ਉਹਦੇ ਬਾਰੇ ਪੁੱਛ ਲਿਆ ਕਿ ਨਹੀਂ ਪਹਿਲਾਂ ਇਹਦੇ ਬਾਰੇ ਪੁੱਛਦਾ। ਹੁਣ ਭਾਜੀ ਬਸ ਇੱਧਰ ਆ ਰਹੇ ਸੀਗੇ, ਮੇਰਾ ਇੱਕ ਸਵਾਲ ਸੀ। ਹਾਂ, ਉਹਨੇ ਦੀ ਗੱਲ ਕੀਤੀ ਸੀ, ਬਿਲਕੁਲ ਤੁਹਾਡੀ ਬੈਕ ਸਾਈਡ ਤੇ ਕੋਇਨ ਪਏ ਨੇ ਜਿਹੜੇ ਹਾਲੇ ਤੱਕ ਤੁਸੀਂ ਦੇਖੇ ਨਹੀਂ ਹੈ। ਦੁਨੀਆ ਦਾ ਸਭ ਤੋਂ ਛੋਟਾ ਸਿੱਕਾ ਹੈਗਾ ਇਹ, 400 BC ਦਾ ਪੀਰੀਅਡ ਹੈਗਾ। ਇਹ ਭਾਜੀ ਸਿੱਕੇ ਨੇ, ਇਹ ਪੰਚਮਾਰਕ ਮਾਸ਼ਕ ਨੇ ਮਗਧ ਦੇ ਸਿੱਕੇ, ਇਹਦੇ ਅੰਦਰ ਚਾਂਦੀ ਦੇ ਸਿੱਕੇ ਲੱਗੇ ਹੋਏ ਨੇ ਜਿਹੜੇ ਛੋਟੇ ਵਾਲੇ, ਸਿਰਫ ਲੈਂਸ ਦੇ ਨਾਲ ਹੀ ਤੁਸੀਂ ਇਹਦੇ 'ਚ ਦੇਖ ਸਕਦੇ ਹੋ। ਸਿੰਬੋਲਿਕ ਕੋਇਨ ਨੇ ਵੀ। ਅੱਛਾ, ਇਹਦੇ ਅੰਦਰ ਵੀ ਪ੍ਰਿੰਟਿੰਗ ਹੋਈ ਹੈ, ਸਿੰਬਲਸ ਬਣੇ ਹੋਏ ਨੇ, ਸਿੰਬਲ ਬਣੇ ਹੋਏ ਨੇ ਇਹਦੇ ਉੱਤੇ। ਇਹ ਸਭ ਤੋਂ ਛੋਟਾ ਸਿੱਕਾ ਦੁਨੀਆ ਦਾ। ਅਰੇ ਕੀ ਬਾਤ। ਔਰ ਸਭ ਤੋਂ ਵੱਡੇ ਸਿੱਕੇ ਵੀ ਹੁੰਦੇ ਸੀ ਜਿਹੜੇ 2-2 3-3 ਬੰਦੇ ਮੋਢੇ ਤੇ ਰੱਖ ਕੇ ਲੈ ਕੇ ਜਾਂਦੇ ਸੀ, ਜਦੋਂ ਪੂਰੇ ਦਾ ਪੂਰਾ ਬਾਜ਼ਾਰ ਖਰੀਦਿਆ ਜਾਂਦਾ ਸੀ। ਇੱਕ ਪੂਰੇ ਬਾਜ਼ਾਰ ਦਾ ਸੌਦਾ ਹੁੰਦਾ ਸੀਗਾ ਤੇ ਉਹਨੂੰ ਕਹਿੰਦੇ ਸੀ ਵੀ ਆਹ ਸਿੱਕਾ ਤੈਨੂੰ ਦਿੱਤਾ ਤੇ ਬਾਜ਼ਾਰ ਸਾਡਾ। ਉਹ ਵੀ ਸਿੱਕੇ ਹੁੰਦੇ ਸੀ। ਉਹ ਵੀ ਤੁਹਾਡੇ ਕੋਲ ਸਾਂਭੇ ਪਏ ਨੇ? ਨਹੀਂ, ਉਹ ਐਡਾ ਵੱਡਾ ਸੀ ਕਿੱਥੋਂ ਲਿਆਵਾਂਗੇ। ਪਰ ਮੈਨੂੰ ਲੱਗਦਾ ਕੁਝ ਚੀਜ਼ਾਂ ਜਿਹੜੀਆਂ ਸਮੇਂ ਦੇ ਨਾਲ ਗਰਕ ਹੋ ਗਈਆਂ, ਉਹ ਨਹੀਂ ਰਹੀਆਂ। ਪਰ ਜੇ ਮਿਲ ਗਿਆ ਸਿੱਖ ਸਾਹਿਬ ਨੂੰ ਫਿਰ ਤੁਸੀਂ ਸਾਂਭ ਲਓਗੇ? ਮੈਂ ਜ਼ਰੂਰ ਸਾਂਭਾਂਗਾ ਜੀ, ਮੇਰੀ ਤਾਂ ਕਿਉਰਿਓਸਿਟੀ ਹੈ, ਮੈਨੂੰ ਕੋਈ ਵੀ ਪੁਰਾਣੀ ਚੀਜ਼ ਮਿਲਦੀ ਹੈ ਮੈਂ ਉਹਨੂੰ ਸੰਭਾਲ ਕੇ ਰੱਖਦਾ। ਤੁਸੀਂ ਇੱਧਰ ਵੇਖੋ, ਕਿਉਂਕਿ ਇੱਕ ਆਹ ਚੀਜ਼ ਭਾਜੀ ਉਹਨਾਂ ਨੇ ਇੱਕ ਵੈਲ ਮੈਂ ਕਹਿ ਸਕਦਾ ਡਿਸਪਲੇ ਦੇ ਵਿੱਚ ਲਗਾਈ ਹੋਈ ਹੈ। ਇਹ ਇੱਕ ਸੈੱਟ ਹੈ, ਇੱਕ ਕੁੜੀਆਂ ਦਾ ਸ਼ਿੰਗਾਰ ਦਾ ਸੈੱਟ ਹੈ, ਜਿਹਨੇ ਰੂਪ ਰੇਖਾ ਸੋਹਣੀ ਕਰਨ ਵਾਸਤੇ ਇੱਕ ਸੋਹਣਾ ਕਲਚਰ। ਇਹ ਸਿਲਵਰ ਦੀ ਬਣੀ ਹੋਈ ਚੀਜ਼ਾਂ ਨੇ ਭਾਜੀ। ਇਹ ਕਿੱਥੋਂ ਤੁਹਾਨੂੰ ਮਿਲਿਆ ਸੀ ਤੇ ਇਹ ਕਿਹੜੇ ਕਲਚਰ ਦਾ, ਵੈਸੇ ਦੇਖਿਆ ਜਾਵੇ ਕਿਹੜੇ ਕਲਚਰ ਨੂੰ ਡਿਫਾਈਨ ਕਰਦੀ ਹੈ? ਦੇ ਵਿੱਚ ਵੀ ਮਿਲਦੇ ਨੇ, ਯੂਪੀ ਦੇ ਵਿੱਚ ਵੀ ਮਿਲਦੇ ਨੇ, ਕੁਝ ਸਟੇਟਾਂ ਸਾਡੀਆਂ ਹੈਗੀਆਂ। ਮੈਨੂੰ ਇਹ ਅਲੱਗ-ਅਲੱਗ ਮਿਲੇ ਸੀ ਸਾਰੇ, ਤਾਂ ਮੈਨੂੰ ਅੱਛਾ ਲੱਗਿਆ ਤੇ ਮੈਂ ਇਹਨੂੰ ਡਿਸਪਲੇ ਕਰ ਦਿੱਤਾ। ਸੋ ਕਈ ਵਾਰ ਹੁੰਦਾ ਕਿ ਚੀਜ਼ ਤੁਹਾਡੀ ਇੰਨੀ ਜ਼ਿਆਦਾ ਵੈਲਿਊਏਬਲ ਨਹੀਂ ਹੁੰਦੀ, ਪਰ ਜਦੋਂ ਡਿਸਪਲੇ ਕਰਦੇ ਤਾਂ ਉਹਦੀ ਕੀਮਤ ਜ਼ਿਆਦਾ ਹੋ ਜਾਂਦੀ ਹੈ। ਹਾਂ ਬਿਲਕੁਲ। ਤੁਸੀਂ ਮਿਊਜ਼ੀਅਮ ਜਦੋਂ ਐਂਟਰ ਕੀਤਾ ਹੈ ਤਾਂ ਬਿਲਕੁਲ ਸਾਹਮਣੇ ਤੁਹਾਨੂੰ ਇਹ ਦਿਖਾਈ ਦਿੰਦੀ ਹੈ। ਤੁਸੀਂ ਜਦੋਂ ਇੱਥੋਂ ਵਾਪਸ ਜਾਂਦੇ ਹੋ ਤਾਂ ਤੁਹਾਨੂੰ ਉਹ ਟੇਬਲ ਦਿਖਾਈ ਦਿੰਦਾ ਜਿਹਦਾ ਜ਼ਿਕਰ ਅਸੀਂ ਹੁਣੀ ਕਰਕੇ ਹਟੇ ਹਾਂ, ਜਿਹਦੇ ਉੱਤੇ ਮੇਰੇ ਸਰਪਲਸ ਕੋਇਨ ਪਏ ਨੇ। ਜੀ, ਆਪਾਂ ਅੱਗੇ ਚੱਲਦੇ ਹਾਂ, ਦਰਸ਼ਕਾਂ ਨੂੰ ਹੋਰ ਦਿਖਾਉਂਦੇ ਹਾਂ। ਮੈਂ ਤੁਹਾਨੂੰ ਸੌਰੀ ਦੱਸਣਾ ਚਾਹਾਂਗਾ, ਇੱਕ ਇਹ ਕੋਇਨ ਹੈਗਾ, ਇਹ ਯੋਧਿਆ ਕੋਇਨ ਹੈ, ਟਰਾਈਬਲ ਕੋਇਨ। ਅੱਛਾ। ਲੁਧਿਆਣੇ ਦੇ ਵਿੱਚ ਸੁਨੇਤ ਪਿੰਡ ਹੈਗਾ ਜਿੱਥੇ ਇਹਨਾਂ ਦੀ ਟਕਸਾਲ ਹੁੰਦੀ ਸੀ। ਅੱਜ ਕੱਲ੍ਹ ਉਹ ਪ੍ਰੋਟੈਕਟਡ ਹੈ ਸਾਈਟ ਜਿਹੜੀ ISI ਵੱਲੋਂ। ਇਹ ਕੋਇਨ ਹੈ, ਇਹ ਉਹਦੇ ਮੋਲਡ ਨੇ ਨਾਲ ਪਏ ਨੇ, 2100 ਤੋਂ 2200 ਸਾਲ ਪੁਰਾਣੇ ਸਿੱਕੇ ਨੇ। ਇਹਦੀ ਡਾਈ ਵੀ ਮੈਂ ਨਾਲ ਰੱਖੀ ਹੋਈ ਹੈ। ਫਿਰ ਇਹ ਸ਼ੈਲ ਬੈਂਗਲਸ ਕੁਸ਼ਾਨ ਪੀਰੀਅਡ ਦੀਆਂ ਹੈਗੀਆਂ। ਟੈਰਾਕੋਟਾ ਬੈਂਗਲਸ ਨੇ, ਇਹ ਵੀ ਕੁਸ਼ਾਨ ਪੀਰੀਅਡ ਦੀਆਂ ਨੇ। ਇਹ ਵੀ ਕੁਸ਼ਾਨ ਪੀਰੀਅਡ ਦਾ ਐਰੋ ਹੈਡ ਹੈਗਾ। ਇਹ ਸਾਰੇ 2000 ਸਾਲ ਤੋਂ ਪੁਰਾਣੇ ਨੇ। ਕਮਾਲ ਵਾਲੀ ਗੱਲ ਹੈ। ਅੱਛਾ ਭਾਜੀ, ਕਦੇ ਜਿਵੇਂ ਹੁਣ ਤੁਸੀਂ ਇੱਥੇ ਰਹਿੰਦੇ ਹੋ ਪਟਿਆਲੇ ਦੇ ਵਿੱਚ, ਕਈ ਤੁਹਾਡੇ ਫਰੈਂਡ ਸਰਕਲਸ ਵੀ ਹੋਣਗੇ, ਕਦੇ ਕਿਸੇ ਨੇ ਇਹ ਕਹਿਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਵੀ ਯਾਰ ਆ ਕੀ ਕਰਿਆ, ਫਿਰ ਕੀ ਹੋ ਗਿਆ, ਇਹਨੂੰ ਵੇਚ ਤੈਨੂੰ ਪੈਸੇ ਬਹੁਤ ਮਿਲਣਗੇ? ਕਿਉਂਕਿ ਪੁਰਾਣੀਆਂ ਚੀਜ਼ਾਂ ਦੇ ਜਿਹੜੇ ਬਾਹਰਲੇ ਚਾਹਵਾਨ ਨੇ ਨਾ, ਉਹ ਕਰੋੜਾਂ ਅਰਬਾਂ ਮੁੱਲ ਲਾਉਂਦੇ ਨੇ। ਜਿਵੇਂ ਤੁਸੀਂ ਚਾਹਵਾਨ ਹੋ, ਇਸ ਚੀਜ਼ਾਂ ਨੇ ਵੀ ਕੋਈ ਮੁੱਲ ਨਹੀਂ, ਮੈਂ ਖਰੀਦ ਲੈਣੇ, ਚਾਹੇ ਤੂੰ ਜਿੰਨਾ ਮਰਜ਼ੀ ਮੁੱਲ ਦੱਸ ਦੇ। ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ, ਕਈ ਲੋਕ ਐਸੇ ਵੀ ਹੁੰਦੇ ਹੋਣਗੇ ਵੀ ਇਹਨਾਂ ਨੂੰ ਵੇਚ ਕੇ ਪੈਸੇ ਵੱਟ ਕਹਿੰਦੇ ਹੋਣਗੇ ਕਿ ਨਹੀਂ? ਦੇਖੋ, ਜਿਸ ਤਰ੍ਹਾਂ ਕੋਈ ਨਸ਼ੇ ਵਾਲਾ ਬੰਦਾ ਹੁੰਦਾ ਨਾ, ਉਹਦੇ ਦੋਸਤ ਮਿੱਤਰ ਵੀ ਸਾਰੇ ਉੱਦਾਂ ਦੇ ਹੁੰਦੇ ਨੇ। ਉਹ ਕਦੇ ਇੱਕ ਦੂਜੇ ਨੂੰ ਨਹੀਂ ਕਹਿੰਦੇ ਕਿ ਤੂੰ ਗਲਤ ਕੰਮ ਕਰ ਰਿਹਾ। ਹਾਂ ਬਿਲਕੁਲ। ਉਸ ਚੀਜ਼ ਨੂੰ ਪ੍ਰਮੋਟ ਕਰਦੇ ਨੇ ਕਿ ਆਪਾਂ ਇਹਦੇ 'ਚ ਹੋਰ ਕੀ ਸੁਧਾਰ ਲਿਆ ਸਕਦੇ ਹਾਂ। ਜਿੰਨੇ ਵਿਦਵਾਨ ਨੇ, ਜਿਹੜੇ ਲੇਖਕ ਨੇ, ਲਿਖਾਰੀ ਨੇ, ਉਹਨਾਂ ਦੇ ਦੋਸਤ ਸਾਰੇ ਲਿਖਾਰੀ ਹੁੰਦੇ ਨੇ। ਉਹ ਹਮੇਸ਼ਾ ਸੋਚਦੇ ਆ ਕਿ ਨਵੀਂ ਕੀ ਚੀਜ਼ ਅਸੀਂ ਲਿਖ ਸਕਦੇ ਹਾਂ, ਨਵਾਂ ਕੀ ਪੇਸ਼ ਕਰ ਸਕਦੇ ਹਾਂ। ਮੇਰੇ ਦੋਸਤ ਮਿੱਤਰ ਵੀ ਸਾਰੇ ਇੱਦਾਂ ਦੇ ਨੇ। ਅੱਜ ਤੱਕ ਮੈਨੂੰ ਕਿਸੇ ਨੇ ਨਹੀਂ ਕਿਹਾ। ਮੇਰੀ ਵਿਜ਼ਟਰ ਬੁੱਕ ਜਿਹੜੀ ਹੈ ਇੱਕ ਪੁਰਾਣੀ ਪੂਰੀ ਭਰ ਚੁੱਕੀ ਹੈ, ਦੂਸਰੀ ਵੀ ਅੱਧੀ ਤੋਂ ਜ਼ਿਆਦਾ ਹੋ ਗਈ। ਸਮ ਟਾਈਮ ਮੈਂ ਬੈਠ ਕੇ ਆਪਣੀ ਵਿਜ਼ਟਰ ਬੁੱਕ ਦੀ ਪੜਚੋਲ ਕਰਦਾ ਹੁੰਦਾ ਕਿ ਕਿਸੇ ਬੰਦੇ ਨੇ ਕੋਈ ਮੇਰੇ ਬਾਰੇ ਲਿਖਿਆ ਹੋਵੇ ਕਿ ਇਹ ਚੀਜ਼ਾਂ ਇਕੱਠੀਆਂ ਕਰਕੇ ਟਾਈਮ ਵੇਸਟ ਕਰ ਰਿਹਾ ਹੈ ਜਾਂ ਆਪਣਾ ਪੈਸਾ ਲਗਾ ਰਿਹਾ ਹੈ, ਇਹ ਪੈਸਾ ਕਿਤੇ ਹੋਰ ਲਗਾਇਆ ਜਾ ਸਕਦਾ ਹੈ। ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਹ ਪੜ੍ਹ ਕੇ, ਜਦੋਂ ਹਰ ਬੰਦਾ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ ਹੈ, ਕਿਉਂਕਿ ਇਹ ਸਮੇਂ ਦੀ ਲੋੜ ਹੈ। ਇਹ ਜਜ਼ਬਾ ਹਰ ਇਨਸਾਨ ਦੇ ਅੰਦਰ ਹੋਣਾ ਚਾਹੀਦਾ ਹੈ, ਔਰ ਨਵੀਂ ਜਨਰੇਸ਼ਨ ਦੇ ਅੰਦਰ ਤਾਂ ਖਾਸ ਤੌਰ 'ਤੇ ਜਿਹੜੇ ਇਹ ਚੀਜ਼ਾਂ ਨੂੰ ਭੁੱਲੀ ਬੈਠੇ ਨੇ। ਇਹ ਸਾਡਾ ਸਰਮਾਇਆ, ਸਾਡਾ ਵਿਰਸਾ ਹੈ। ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ, ਆਪਣੀ ਮਾਂ ਬੋਲੀ ਨੂੰ ਜਿੱਦਾਂ ਕਹਿੰਦੇ ਅਸੀਂ ਭੁੱਲ ਜਾਂਦੇ ਨੇ, ਉਹ ਕਦੇ ਕਾਮਯਾਬ ਨਹੀਂ ਹੁੰਦੀਆਂ। ਬਿਲਕੁਲ। ਅੱਛਾ, ਪਰਿਵਾਰ ਦੇ ਵਿੱਚ ਭਾਜੀ ਵੈਸੇ ਵੇਖਿਆ ਜਾਵੇ ਤਾਂ ਫੈਮਿਲੀ ਦੇ ਵਿੱਚ ਕੌਣ ਹੈ ਆਪਣੀ? ਫੈਮਿਲੀ ਸੁੱਖ ਨਾਲ ਸਾਰੇ ਨੇ ਜੀ। ਮੇਰੇ ਮਦਰ, ਮੇਰੀ ਵਾਈਫ, ਮੇਰੇ ਬੱਚੇ ਨੇ, ਮੇਰੀ ਬੇਟੀ ਬਾਹਰ ਹੈ, ਬੇਟਾ ਵੀ ਬਾਹਰ ਸੀ, ਹੁਣੀ ਆਇਆ ਹੋਇਆ ਹੈ। ਤਾਂ ਉਹਨਾਂ ਨੂੰ ਕੋਈ ਸ਼ੌਕ ਨਹੀਂ ਹੈ। ਹਾਂ, ਮੈਂ ਇਹੀ ਸਵਾਲ, ਇਹ ਵਨ ਮੈਨ ਸ਼ੋਅ ਹੈ।
ਅੱਛਾ ਤੁਹਾਡਾ ਹੀ ਬਸ ਉਹ ਇਸ ਚੀਜ਼ 'ਚ ਇੰਟਰਸਟ ਨਹੀਂ ਲੈਂਦੇ। ਇਹ ਮੇਰਾ ਵਨ ਮੈਨ ਸ਼ੋਅ ਹੈ। ਮੇਰੀ ਵਸੀਅਤ ਕੀਤੀ ਹੋਈ ਹੈ ਕਿ ਮੇਰੇ ਤੋਂ ਬਾਅਦ ਇਹਨੂੰ ਇੱਦਾਂ ਹੀ ਰੱਖਿਆ ਜਾਵੇ, ਇਹਨੂੰ ਵੇਚਿਆ ਨਾ ਜਾਵੇ। ਅਰੇ ਕੀ ਬਾਤ ਹੈ, ਕੀ ਬਾਤ। ਅੱਗੇ ਦਰਸ਼ਕਾਂ ਨੂੰ ਦਿਖਾਉਂਦੇ ਆ ਕਿਉਂਕਿ ਆ ਨਟ ਕਟਰਸ ਨੇ, ਇਹ ਜਿਵੇਂ ਇਹ ਸੁਪਾਰੀ ਕੱਟ ਕੇ ਕਹਿੰਦੇ ਸੀ ਆਪਾਂ, ਸੁਪਾਰੀ ਜਦੋਂ ਪਹਿਲਾ ਟਾਈਮ ਹੁੰਦਾ ਸੀ ਸੁਪਾਰੀ ਕੱਟ ਕੇ ਕਰਦੇ ਹੁੰਦੇ ਸੀਗੇ। ਇਹਦੇ ਉੱਤੇ ਵੀ ਬੜੀ ਉਹਨਾਂ ਨੇ ਮੀਨਾਕਾਰੀ ਕੀਤੀ, ਸ਼ੀਸ਼ੇ ਲੱਗੇ ਹੋਏ ਸੀ ਇਹਦੇ ਅੰਦਰ। ਅੱਛਾ ਸ਼ਾਇਦ ਦਿਖ ਵੀ ਰਿਹਾ ਛੋਟਾ ਜਿਹਾ। ਹਾਂ ਹਾਂ, ਇਹਦੇ ਅੰਦਰ ਗਲਾਸਿਸ ਹੁੰਦੇ ਸੀਗੇ, ਇਹ ਸੁਪਾਰੀ ਕੱਟਣ ਵਾਸਤੇ ਨੇ, ਤੇ ਲੌਕ ਹੋ ਜਾਂਦਾ ਹੈ। ਅਰੇ ਵਾਹ। ਸੋ ਇਹਦੇ ਉੱਤੇ ਦੇਖੋ ਕਿੰਨਾ ਉਸ ਟਾਈਮ ਲੋਕੀ ਸੋਚਦੇ ਨਹੀਂ ਆਪਣਾ ਸੀਗੇ, ਬਰੀਕ ਵਰਕ ਕੀਤਾ ਇਹਨੂੰ ਸਿੰਪਲ ਵੀ ਬਣਾਇਆ ਜਾ ਸਕਦਾ ਸੀਗਾ। ਪਰ ਇਸ ਚੀਜ਼ ਤੇ ਕੰਮ ਮਿਹਨਤ ਕਿੰਨੀ ਕੀਤੀ ਹੋਈ ਹੈ। ਫਿਰ ਉਹੀ ਗੱਲ ਕਿ ਇਸੇ ਕਰਕੇ ਹੁਣ ਤੱਕ ਚੀਜ਼ਾਂ ਪਈਆਂ ਨੇ, ਸਾਂਭੀਆਂ ਪਈਆਂ। ਇਹ ਇੰਕ ਪੌਟ ਨੇ ਐਕਚੁਅਲੀ ਬ੍ਰਿਟਿਸ਼ ਪੀਰੀਅਡ ਦੇ ਵਿੱਚ ਆਈਆਂ ਸੀਗੀਆਂ ਸਾਰੀਆਂ ਕੰਚ ਦੀਆਂ। ਉਸ ਤੋਂ ਬਾਅਦ ਸਰਕਾਰੀ ਦਫ਼ਤਰਾਂ ਦੇ ਵਿੱਚ ਪੈਪਸੂ ਤੋਂ ਬਾਅਦ ਵੀ ਅੱਜ ਕੱਲ੍ਹ ਵੀ ਦਫ਼ਤਰਾਂ ਦੇ ਵਿੱਚ ਕਿਤੇ ਨਾ ਕਿਤੇ ਇੰਕ ਪੌਟ ਇੱਦਾਂ ਪਈਆਂ। ਇਹ ਮੈਂ ਕੁਝ ਆਪਣੇ ਆਫਿਸ ਤੇ ਚੁੱਕ ਕੇ ਲਿਆਇਆ ਸੀਗਾ, ਕਿਸੇ ਕੋਲ ਪਈ ਸੀਗੀ। ਅੱਛਾ। ਸੋ ਪੇਪਰ ਵੇਟ ਯੂਜ਼ ਕਰ ਰਹੇ ਸੀ, ਅੱਜ ਕੱਲ੍ਹ ਸ਼ਾਹੀ ਤਾਂ ਕੋਈ ਯੂਜ਼ ਨਹੀਂ ਕਰਦੇ। ਹਾਂ ਹਾਂ ਹਾਂ। ਸੋ ਇਹ ਜਿਹੜੀਆਂ ਹੈਗੀਆਂ ਪੁਰਾਣੇ ਇੰਕ ਪੌਟ ਨੇ ਸਾਰੀਆਂ, ਇਹ ਪੁਰਾਣੇ ਟਾਈਮ ਦੀਆਂ, ਇਹ ਵੀ ਇੰਕ ਪੌਟਸ ਨੇ। ਇਹ ਵੀ ਇੰਕ ਪੌਟ ਨੇ ਸਾਰੀਆਂ। ਇਹਦੇ ਤੇ ਡੰਕ ਰੱਖਣ ਵਾਸਤੇ ਜਗ੍ਹਾ ਬਣੀ ਹੋਈ ਹੈ। ਹਾਂ, ਇਹਦੇ ਉੱਤੇ ਇਸ ਤਰ੍ਹਾਂ ਇਹ ਰੱਖ ਦਿੰਦੇ ਸੀਗੇ। ਹਾਂ, ਲਿਖਣ ਤੋਂ ਬਾਅਦ ਟਿਪ ਕਰਕੇ ਉਹਨੂੰ, ਉਸ ਤੋਂ ਬਾਅਦ ਉਹਦੇ ਵਿੱਚ ਨਾਲ ਹੀ ਉਹਦੇ ਵਿੱਚ ਵੀ ਪੈ ਜਾਂਦੇ ਸੀ। ਅੱਛਾ, ਇਧਰਲੀ ਸਾਈਡ ਭਾਜੀ ਆਪਾਂ ਦੇਖਿਆ ਜਾਵੇ ਤਾਂ ਬੈਜਸ ਤੁਸੀਂ ਸਾਹਮਣੇ ਸਾਂਭ ਕੇ ਰੱਖੇ ਹੋਏ ਨੇ। ਇਹ ਕਿਹੜੇ ਬੈਜਸ ਨੇ? ਇਸ ਤੋਂ ਪਹਿਲਾਂ ਹਾਂ ਚਾਹਾਂਗਾ ਕਿ ਮੇਰੇ ਕੋਲ ਟੈਰਾਕੋਟਾ ਪੋਟਰੀ ਦੇ ਕੁਝ ਸਪੈਸੀਮਨਸ ਮੈਂ ਰੱਖੇ ਨੇ। ਇਹਦੇ 'ਚ ਮੁਲਤਾਨ ਹੈ, ਸ਼ੁੰਗਾ ਪੀਰੀਅਡ ਹੈ, ਇਸਲਾਮਿਕ ਹੈ, ਮੁਗਲ ਹੈ, ਗੁਪਤਾ ਪੀਰੀਅਡ ਹੈ, ਕਿ ਹਰ ਪੀਰੀਅਡ ਦੇ ਵਿੱਚ ਕਿੱਦਾਂ ਦੀ ਪੋਟਰੀ ਯੂਜ਼ ਹੁੰਦੀ ਸੀ। ਅੱਛਾ। ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੂੰਗਾ ਕਿ ਇਹ ਜਿਹੜਾ ਮਿਊਜ਼ੀਅਮ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਪੈਸੇ ਕਮਾਉਣ ਲਈ ਨਹੀਂ ਬਣਾਇਆ ਗਿਆ, ਸਿਰਫ ਐਜੂਕੇਸ਼ਨ ਪਰਪਸ ਲਈ ਹੈ। ਮੇਰੇ ਕੋਲੇ ਗਰੁੱਪ ਟੂਰਸ ਅਸੀਂ ਆਰਗੇਨਾਈਜ਼ ਕਰਦੇ ਹਾਂ ਬੱਚਿਆਂ ਦੇ। 25 ਬੱਚਿਆਂ ਦਾ ਅਸੀਂ ਗਰੁੱਪ ਟੂਰ ਆਰਗੇਨਾਈਜ਼ ਕਰਦੇ ਹਾਂ, ਜਿਹੜਾ ਸਿਰਫ ਆਰਟ ਐਂਡ ਮਿਊਜ਼ੀਅਮ ਦੇ ਜਿਹੜੇ ਬੱਚੇ ਹੁੰਦੇ ਨੇ ਮੇਰੇ ਕੋਲ ਆਉਂਦੇ ਨੇ। ਮੇਰੇ ਕੋਲੇ ਸੈਫਟੀ ਯੂਨੀਵਰਸਿਟੀ ਅਹਿਮਦਾਬਾਦ ਤੋਂ ਵੀ ਸਟੂਡੈਂਟਸ ਆਏ ਨੇ ਆਰਕੀਟੈਕਚਰ ਦੇ। ਉਹਨਾਂ ਨੇ ਇਸ ਵੀਕਐਂਡ 'ਤੇ ਫਿਰ ਮੇਰੇ ਕੋਲ ਕੱਲ੍ਹ ਪਰਸੋਂ ਤੱਕ ਆਉਣਾ ਉੱਥੋਂ। ਅੱਛਾ। ਉਹ ਸਿਰਫ ਐਜੂਕੇਸ਼ਨ ਪਰਪਸ ਲਈ ਇੱਥੇ ਆਉਂਦੇ ਨੇ ਕਿ ਸਾਡੀ ਹਿਸਟਰੀ ਕੀ ਸੀਗੀ, ਉਹਨਾਂ ਨੂੰ ਦੱਸਣ ਲਈ। ਬੈਜਸ ਦੀ ਗੱਲ ਕਰ ਰਹੇ ਸਾਰੇ ਇੰਗਲਿਸ਼ ਬੈਜਸ ਨੇ, ਡਿਫਰੈਂਟ ਉਹਨਾਂ ਦੇ ਆਰਮੀ ਦੇ ਯੂਨਿਟਸ ਦੇ। ਫਿਰ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਇਹ ਟੈਰਾਕੋਟਾ ਦੇ ਬੀਡਸ ਪਏ ਨੇ, ਇਹ ਸਾਰੇ ਜੁਐਲਰੀ ਦਾ ਪਾਰਟ ਹੈ। ਅੱਛਾ, ਜੁਐਲਰੀ ਹੈ ਇਹ? ਜੀ ਜੀ। ਅੱਜ ਦੀਆਂ ਮੈਂ ਕਹਿੰਦਾ ਅੱਜ ਦੀਆਂ ਕੁੜੀਆਂ ਨੂੰ ਜੇ ਇਹ ਪਾਉਣ ਨੂੰ ਕਹਿੰਦਾ ਜਾਵੇ ਤਾਂ ਮੈਨੂੰ ਲੱਗਦਾ ਉਹ ਕਹਿਣਗੇ ਵੀ ਰਹਿਣ ਦੋ, ਅਸੀਂ ਬਿਨਾਂ ਜੁਐਲਰੀ ਤੋਂ ਠੀਕ ਹੈ। ਦੇਖੋ ਇਹ ਵੀ ਜੁਐਲਰੀ ਹੈ, ਟੈਰਾਕੋਟਾ ਦੇ ਬੀਡਸ ਨੇ, ਇਹਦੇ ਉੱਤੇ ਵੀ ਕਾਰਵਿੰਗ ਕੀਤੀ ਹੋਈ ਹੈ। ਕੀ ਬਾਤ। ਅੱਛਾ, ਆ ਇੱਕ ਤਲਵਾਰ ਪਈ ਹੈ ਭਾਜੀ, ਆਪਾਂ ਇਹਦਾ ਜ਼ਿਕਰ ਕੀਤਾ ਸੀਗਾ ਸ਼ੁਰੂਆਤ ਦੇ ਵਿੱਚ ਹੀ, ਆਫ ਦਾ ਰੈਕਡ ਆਪਾਂ ਗੱਲ ਕਰਦੇ ਸੀ ਜਦ। ਜੀ ਜੀ। ਇਹ ਦਰਸ਼ਕਾਂ ਨੂੰ ਦੱਸ ਦਿਓ, ਦਰਸ਼ਕ ਵੀ ਸੁਣ ਕੇ ਹੈਰਾਨ ਹੋਣਗੇ ਵੀ ਇਹ ਤਲਵਾਰ ਕਦੋਂ ਦੀ ਹੈ ਤੇ ਕਿੱਥੇ ਯੂਜ਼ ਕੀਤੀ ਗਈ ਸੀ। ਦੇਖੋ ਮੈਂ ਬੇਸਿਕਲੀ ਵੈਪਨਸ ਕਲੈਕਟ ਨਹੀਂ ਕਰਦਾ ਕਿਉਂਕਿ ਮੇਰੇ ਕੋਲੇ ਜਗ੍ਹਾ ਦੀ ਘਾਟ ਹੈ। ਅਦਰਵਾਈਜ਼ ਜੇ ਮੈਂ ਇਹ ਸਮਾਨ ਕਲੈਕਟ ਕਰ ਸਕਦਾ, ਜਗ੍ਹਾ ਹੋਵੇ, ਤਾਂ ਮੈਂ ਵੈਪਨਸ ਵੀ ਕਲੈਕਟ ਕਰਦਾ। ਮੈਨੂੰ ਬਹੁਤ ਆਫਰਸ ਆਉਂਦੀਆਂ ਨੇ, ਮਿਲਦੇ ਵੀ ਨੇ। ਸੋ ਇਹ ਮੈਨੂੰ ਹੁਣੀ ਗਿਫਟ ਮਿਲੀ ਹੈ ਥੋੜ੍ਹੇ ਦਿਨ ਪਹਿਲਾਂ, ਮੇਰੇ ਕੋ ਬ੍ਰਦਰ ਨੇ, ਵਿੰਗ ਕਮਾਂਡਰ। ਸੋ ਉਹਨਾਂ ਨੇ ਕਿਤੋਂ ਲਿਆ ਕੇ ਮੈਨੂੰ ਦਿੱਤੀ ਇਹ। ਸੋ ਇਹਦੇ 'ਚ ਇਹ ਸੈਕੰਡ ਵਰਲਡ ਵਾਰ ਦੀ ਹੈ। ਇਹ ਸੈਕੰਡ ਵਰਲਡ ਵਾਰ ਦੀ ਹੈ, ਜਾਪਾਨ ਦੀ ਹੈਗੀ ਹੈ। ਹਾਂ, ਕਿਉਂਕਿ ਇਹ ਡਿਜ਼ਾਈਨ ਵੀ ਦਾ ਕੁਝ ਜੈਪਨੀਜ਼ ਟਾਈਪ ਲੱਗ ਰਿਹਾ ਸੀ। ਸਮੁਰਾਈ ਜਿੱਦਾਂ ਹੁੰਦੀ ਹੈ ਨਾ, ਉਸ ਤਰ੍ਹਾਂ ਦਾ। ਇਹ ਸਾਰੇ ਓਰੀਜਨਲ ਹੈ, ਨਿੰਜਾ ਵਾਲਿਆਂ ਦੇ ਕੰਮ, ਸਾਰੇ ਓਰੀਜਨਲ ਹੈ। ਅਰੇ ਕੀ ਬਾਤ। ਔਰ ਇਹਦਾ ਤੁਸੀਂ ਜਿਹੜਾ ਲੋਹਾ ਹੈਗਾ ਦੇਖੋ, ਜੰਗਾਲ ਨਹੀਂ ਲੱਗੀ ਇਹਦੇ ਉੱਤੇ। ਹਾਂ, ਕੀ ਬਾਤ ਹੈ। ਇਹ ਤੁਹਾਨੂੰ ਗਿਫਟ ਆਈ ਹੋਈ ਹੈ? ਇਹ ਗਿਫਟ ਹੈ ਜੀ। ਮੇਰੇ ਕੋਲ ਕਾਫੀ ਚੀਜ਼ਾਂ ਗਿਫਟ ਮਿਲੀਆਂ ਇੱਥੇ। ਕੁਝ ਕੈਮਰੇ ਲੋਕਾਂ ਨੇ ਗਿਫਟ ਕੀਤੇ, ਪੱਖੇ ਦਿੱਤੇ, ਕਲੌਕ ਦਿੱਤਾ, ਰਿਕਾਰਡ ਪਲੇਅਰ ਦਿੱਤੇ, ਫੋਸਿਲਸ ਕੁਝ ਲੋਕਾਂ ਨੇ ਗਿਫਟ ਕੀਤੇ। ਮੈਂ ਉਹਨਾਂ ਦੇ ਨਾਂ ਲਿਖ ਕੇ ਰੱਖੇ ਨੇ ਨਾਲ ਇੱਥੇ। ਆਹ ਪਿੱਛੇ ਭਾਜੀ ਇਹ ਕੀ ਪਿਆ ਹੈ ਆਪਣੇ ਦਿਖ ਰਹੇ ਬੋਲਸ? ਸੈਕਸ਼ਨ ਹੈ ਜੀ, ਇਹ ਸਾਰਾ BC ਪੀਰੀਅਡ ਹੈ। ਇਹਦੇ 'ਚ ਮੁਗਲ ਪੀਰੀਅਡ ਵੀ ਹੈ, ਕੁਸ਼ਾਨ ਹੈ, ਹੜੱਪਾ ਹੈ, ਇੰਡਸ ਹੈ, ਸਾਰੀ ਸਭਿਅਤਾ ਜਿਹੜੀਆਂ ਹੋਈਆਂ ਨੇ ਜੀ। ਇਹਦੇ 'ਚ ਮੋਲਡ ਹੈਗੇ, ਜਿੱਦਾਂ ਫਸਟ ਸੈਂਚੁਰੀ ਦਾ ਹੈਗਾ, ਦੁਰਗਾ ਦਾ ਮੋਲਡ ਹੈ, ਦੁਰਗਾ ਮੋਲਡ। ਇਹ ਬਾਉਲ ਨੇ, ਜਿੱਦਾਂ ਨਾਈਫ ਐਜ ਬਾਉਲ ਹੈ, ਇਨਕਾਰਵਡ ਬਾਉਲ ਹੈ। ਇਹਦੇ 'ਤੇ ਪੂਜਾ ਕਰਦੇ ਸੀ, ਹਵਨ ਕਰਨ ਲਈ ਹੁੰਦਾ ਸੀ। 9 ਗ੍ਰਹਿ ਬਣੇ ਹੋਏ ਨੇ, 9 ਸੁਰਾਖ ਨੇ। ਅੱਛਾ। ਇਹ ਇੰਸੈਂਸ ਬਰਨਰ ਨੇ, ਧੂਫਦਾਨ ਜਿਹੜੇ ਪੂਜਾ ਕਰਨ ਦੇ ਕੰਮ ਆਉਂਦੇ ਸੀਗੇ। ਬੱਚਿਆਂ ਦੇ ਖੇਡਣ ਦੇ ਡਾਈਸ, ਟੁਆਇਜ਼ ਬੱਚਿਆਂ ਦੇ। ਇਹ ਸਾਰੀਆਂ ਸਪ੍ਰਿੰਕਲਰਸ ਹੈਗੀਆਂ, ਜਿਹੜੀਆਂ ਬੋਟਲ ਦੇ ਨੈਕ ਹੈਗੇ, ਜਿਹੜੇ ਉੱਪਰ ਤੁਸੀਂ ਦੇਖ ਰਹੇ ਸਾਰੇ ਇਹ ਮਿੱਟੀ ਦੇ ਹਥਿਆਰ ਨੇ। ਅੱਛਾ, ਇਹ ਵੈਪਨਸ ਨੇ ਜੀ। ਜਦੋਂ ਲੜਦੇ ਸੀਗੇ, ਇਹ ਪਹਿਲਾਂ ਮਿੱਟੀ ਦਾ ਬਣਾਇਆ ਜਾਂਦਾ ਸੀਗਾ ਇਸ ਤਰ੍ਹਾਂ, ਇਹਦੇ ਉੱਤੇ ਇੰਪ੍ਰੈਸ਼ਨ ਦਿੱਤਾ ਜਾਂਦਾ ਸੀਗਾ ਇੱਦਾਂ, ਫਿਰ ਇਹਨੂੰ ਬੇਕ ਕਰਦੇ ਸੀਗੇ। ਉਸ ਤਰ੍ਹਾਂ ਇਹਨੂੰ ਫੜ ਕੇ ਇਸ ਤਰ੍ਹਾਂ
ਇਹ ਮਾਰਨ ਦੇ ਕੰਮ ਆਉਂਦਾ ਸੀਗਾ। ਜਿਵੇਂ ਆਪਾਂ ਇੱਟ ਪਕਾ ਲੈਂਦੇ ਆ, ਇੱਟ ਤੇ ਮਿੱਟੀ ਬਣਾ ਕੇ ਉਹਨੂੰ ਪਕਾ ਲੈਂਦੇ ਕਿਤੇ ਆਪਣੇ ਹੱਥ ਚੋਂ ਪਿੱਛੇ ਵੀ ਗਿਰ ਸਕਦੀ ਹੈ, ਗਿਰ ਸਕਦੀ ਹੈ, ਛੇਤੀ ਵੀ ਨੇੜੇ ਵੀ ਗਿਰ ਸਕਦੀ ਹੈ। ਤਾਂ ਇਹਨੂੰ ਗਿਰੇ ਨਾ, ਗ੍ਰਿਪ ਬਣੇ ਰਹੇ। ਇਹਨੂੰ ਫੜ ਕੇ ਜਦੋਂ ਫੋਰਸ ਨਾਲ ਮਾਰਦੇ ਸੀ ਤੇ ਜਿੰਨਾ ਟਾਰਗੇਟ ਮਾਰਦੇ ਉੱਥੇ ਤੱਕ ਪਹੁੰਚ ਜਾਂਦਾ ਸੀ। ਉੱਥੇ ਪਹੁੰਚ ਜਾਂਦਾ ਸੀ। ਇਹ ਸਾਰੇ ਵੈਪਨ ਸੀਗੇ। ਅੱਛਾ, ਇਹਦੇ 'ਚ ਹੁਣ ਛੋਟੇ ਵੱਡੇ ਹਰ ਕੋਈ ਲੜਦਾ ਸੀਗਾ। ਹਰੇਕ ਬੰਦੇ ਨੇ ਬਣਾਏ ਸੀ ਆਪਣੇ ਕਿ ਕੋਈ ਕਬੀਲੇ ਹੁੰਦੇ ਸੀਗੇ ਉੱਚੀਆਂ ਥਾਵਾਂ ਤੇ ਉਹ ਸਾਰਾ ਪਿੰਡ ਹੀ ਲੜਦਾ ਹੁੰਦਾ ਸੀਗਾ। ਤੇ ਫਿਰ ਉਸ ਹਿਸਾਬ ਨਾਲ ਜਿੱਦਾਂ ਬੰਦੇ ਸੀ ਉਸ ਤਰ੍ਹਾਂ ਦੇ ਉਸ ਬਣਾਏ। ਹਿਸਾਬ ਦੀ ਚੀਜ਼ਾਂ ਬਣਾਈਆਂ ਪਈਆਂ ਜੀ। ਅੱਛਾ, ਆਹ ਕੀ ਚੀਜ਼ ਪਈ ਹੈ ਥੱਲੇ? ਆ ਟੋਪੀ ਵੀ ਸਾਂਭੀ ਹੋਈ ਆ ਪੁਰਾਣੀ ਅੰਗਰੇਜ਼ਾਂ ਵਾਲੀ। ਟੋਪੀ ਇੰਗਲਿਸ਼ ਹੈ, ਮੈਨੂੰ ਕਿਤੋਂ ਮਿਲ ਗਈ, ਮੈਂ ਰੱਖਤੀ। ਮੇਰਾ ਸਬਜੈਕਟ ਨਹੀਂ ਹੈ, ਪਰ ਪੁਰਾਣੀ ਹੈ ਇਸ ਮਿਊਜ਼ੀਅਮ ਦੇ ਵਿੱਚ। ਕਿਉਂਕਿ ਜਦੋਂ ਤੁਸੀਂ ਮਿਊਜ਼ੀਅਮ ਬਣਾਉਂਦੇ ਹੋ ਨਾ, ਉੱਥੇ ਤੁਹਾਨੂੰ ਹਰ ਚੀਜ਼ ਰੱਖਣੀ ਪੈਂਦੀ ਹੈ। ਉਹ ਕਹਿੰਦੇ ਪੰਜਾਬੀ 'ਚ ਕਹਿੰਦੇ ਕਿ ਤੜਕਾ ਹੁੰਦਾ ਨਾ, ਕਿ ਜਦੋਂ ਤੜਕਾ ਲੱਗਦਾ ਤੇ ਫਿਰ ਉਹ ਜਿਹੜੀ ਡਿਸ਼ ਅੱਛੀ ਬਣਦੀ ਹੈ, ਸਵਾਦ ਬਣਦੀ ਹੈ। ਕਿਉਂਕਿ ਮੇਰੀ ਹੌਬੀ, ਜਿੱਦਾਂ ਮੈਂ ਸ਼ੁਰੂ 'ਚ ਦੱਸਿਆ, ਕਿ ਸਿਰਫ ਮੈਂ ਕੋਇਨ ਕਲੈਕਟ ਕਰਦਾ ਸੀਗਾ। ਫਿਰ ਹੌਲੀ ਹੌਲੀ ਕਰਦੇ ਕਰਦੇ ਮੈਂ ਪੋਸਟਲ ਸਟੇਸ਼ਨਰੀ ਵੱਲ ਆਇਆ, ਕਰੰਸੀ ਨੋਟ ਇਕੱਠੇ ਕਰਨੇ ਸ਼ੁਰੂ ਕੀਤੇ, ਚਿੱਠੀ ਪੱਤਰ ਕੀਤੇ, ਫੋਸਿਲ, ਭਾਂਡੇ, ਜਿੰਦੇ, ਤਾਲੇ, ਸਾਰੀ ਚੀਜ਼ਾਂ ਇਕੱਠੀਆਂ ਕੀਤੀਆਂ। ਫਿਰ ਜਦੋਂ ਇਹ ਖਿਆਲ ਆਇਆ ਕਿ ਇਹਨੂੰ ਡਿਸਪਲੇ ਕੀਤਾ ਜਾਵੇ, ਤੇ ਫਿਰ ਜਦੋਂ ਅਸੀਂ ਮਿਊਜ਼ੀਅਮ ਬਣਾਉਂਦੇ ਹੋ, ਉੱਥੇ ਹਰ ਟੇਸਟ ਦਾ ਬੰਦਾ ਆਉਂਦਾ ਹੈ। ਬਿਲਕੁਲ, ਕੋਈ ਇੱਥੇ ਮੇਰੇ ਕੋਲ ਕੋਈ ਆਉਂਦਾ ਟਿਕਟਾਂ ਦੇਖਣ ਲਈ ਆਉਂਦਾ ਇਕੱਲੀਆਂ, ਸੋ ਉਹਨੂੰ ਮੈਂ ਸਟੈਂਪਸ ਦਿਖਾਉਂਦਾ। ਕੋਈ ਮੇਰੇ ਕੋਲ ਕੋਇਨ ਦੇਖਣ ਆਉਂਦਾ, ਉਹਨੂੰ ਮੈਂ ਕੋਇਨ ਦਿਖਾਉਂਦਾ। ਤਾਂ ਕੋਈ ਬੰਦਾ ਪੋਟਰੀ ਦਾ ਸ਼ੌਕੀਨ ਹੈ, ਉਹ ਪੋਟਰੀ ਦੇਖਦਾ। ਸੋ ਇਸ ਕਰਕੇ ਮਿਊਜ਼ੀਅਮ ਦੇ ਵਿੱਚ ਤੁਹਾਨੂੰ ਹਰ ਚੀਜ਼ ਡਿਸਪਲੇ ਕਰਨੀ ਜ਼ਰੂਰੀ ਹੈ। ਇਹ ਤੁਸੀਂ ਦੇਖ ਰਹੇ ਸੀ, ਇਹ ਹਮਾਮ ਹੈਗਾ ਪਾਣੀ ਗਰਮ ਕਰਨ ਵਾਲਾ। ਅੱਛਾ, ਇਹ ਪਾਣੀ ਗਰਮ ਕਰ, ਇੱਥੇ ਪਾਣੀ ਪੈਂਦਾ ਸੀਗਾ, ਇਹਦੇ 'ਚ ਸਾਈਡਾਂ ਤੇ ਇੱਥੇ ਪਾਣੀ ਪੈ ਜਾਂਦਾ ਸੀਗਾ, ਤੇ ਇਹਦੇ 'ਚ ਕੋਲਾ ਪੈਂਦਾ ਸੀਗਾ, ਥੱਲੇ ਟੂਟੀ ਹੁੰਦੀ ਸੀਗੀ। ਓਕੇ, ਹਾਂ, ਉਹ ਥੱਲੇ ਟੂਟੀ ਲੱਗੀ ਹੈ। ਹਾਂ, ਟੂਟੀ ਹੈ ਨਹੀਂ ਇਹਦੇ 'ਚ। ਇਹ ਬਸ ਹੁਣ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਆਪਣੀ ਚੀਜ਼ਾਂ ਨੂੰ ਉਸ ਤਰੀਕੇ ਨਾਲ ਢਾਲਦੇ ਗਏ। ਆਹ ਕੈਮਰੇ ਪਏ ਨੇ ਛੋਟੇ ਜਿਹੇ। ਹਾਂ, ਇਹ ਗਿਫਟ ਕੀਤੇ ਨੇ ਸਾਰੇ ਮੈਨੂੰ। ਇਹ ਮੇਰੇ ਦੋਸਤ ਨੇ ਇੱਕ ਲੁਧਿਆਣੇ, ਡਾਕਟਰ ਸੰਦੀਪ, ਉਹਨਾਂ ਨੇ ਮੈਨੂੰ ਗਿਫਟ ਕੀਤਾ ਸੀਗਾ। ਇਹ ਵੀ ਸਾਡੇ ਮਿੱਤਰ ਪਟਿਆਲੇ ਇੱਥੇ, ਉਹਨਾਂ ਨੇ ਗਿਫਟ ਕੀਤਾ ਮੈਨੂੰ। ਇਹ ਵੀ ਬਹੁਤ ਪੁਰਾਣੇ ਜਿਹੜੇ ਨੇ ਉਹ ਪਏ ਹੋਏ। ਸਾਰੀ ਕਰੰਸੀ ਹੈਗੀ ਇਹਦੇ 'ਚ। ਇਹ ਸਾਰੇ ਕੋਇਨਸ ਜਿਹੜੇ ਸੀ, ਦੇਖ ਰਹੇ ਹੋ, ਪਟਿਆਲਾ ਸਟੇਟ, ਜੀਂਦ, ਕੈਥਲ, ਨਾਭਾ। ਮੈਂ ਤੁਹਾਨੂੰ ਜਿਵੇਂ ਸ਼ੁਰੂ 'ਚ ਜ਼ਿਕਰ ਕੀਤਾ ਸੀ, ਅਸੀਂ ਬੈਠ ਕੇ ਗੱਲਾਂ ਕਰ ਰਹੇ ਸੀਗੇ ਕਿ ਮੇਰਾ ਸ਼ੌਕ ਸੀਗਾ ਕਿ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕੈਥਲ, ਜਿਹੜੇ ਸਾਡੀ CIS ਸਤਲੁਜ ਸਟੇਟ ਸੀਗੀਆਂ, ਇਹਨਾਂ ਦੇ ਕੋਇਨ ਇਕੱਠੇ ਕੀਤੇ ਜਾਣ। ਸੋ ਮੈਂ ਬਾਬਾ ਆਲਾ ਤੋਂ ਲੈ ਕੇ ਮਹਾਰਾਜਾ ਰਜਿੰਦਰ ਸਿੰਘ ਤੱਕ ਕਲੈਕਟ ਕੀਤੇ। ਉਸ ਤੋਂ ਬਾਅਦ ਜਿਹੜੇ ਸਿੱਕੇ ਆਏ, ਮਹਾਰਾਜਾ ਭੁਪਿੰਦਰ ਸਿੰਘ ਔਰ ਮਹਾਰਾਜਾ ਯਾਦਵਿੰਦਰ ਸਿੰਘ, ਜਿਹੜੇ ਇਹਨਾਂ ਦੇ ਪ੍ਰੈਜ਼ੈਂਟ CM ਦੇ ਫਾਦਰ ਤੇ ਗ੍ਰੈਂਡਫਾਦਰ ਸੀਗੇ। ਪਿੱਛੇ ਮੈਨੂੰ ਲੋਕਡਾਊਨ 'ਚ ਇੱਕ ਉਹਨਾਂ ਦੀ ਮੋਹਰ ਮਿਲੀ ਹੈ, ਮਹਾਰਾਜਾ ਭੁਪਿੰਦਰ ਸਿੰਘ ਦੀ ਗੋਲਡ ਦੀ। ਅੱਛਾ, ਸੋ ਹੁਣ ਜੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਮੈਨੂੰ ਕੁਝ ਮਿਲ ਜਾਂਦਾ ਤਾਂ ਫਿਰ ਪਟਿਆਲਾ ਸਟੇਟ ਮੇਰੀ ਕੰਪਲੀਟ ਹੋ ਜਾਏਗੀ। ਅੱਛਾ, ਉਹ ਸਿਰਫ ਇੱਕ ਚੀਜ਼ ਹਜੇ ਰਹਿ ਰਹੀ ਹੈ। ਹਾਂਜੀ, ਸੋ ਇਹ ਬਾਬਾ ਆਲਾ ਦਾ ਸਿੱਕਾ ਜੀ। ਅਰੇ ਵਾਹ, ਜਿਨ੍ਹਾਂ ਦੇ ਨਾਂ ਦੇ ਉੱਤੇ ਪਟਿਆਲਾ ਸਟੇਟ ਬਣੀ ਹੈ। ਕਿਉਂਕਿ ਪਟਿਆਲਾ, ਇਹ ਬਾਬਾ ਆਲਾ ਦੀ ਗੜ੍ਹੀ ਹੁੰਦੀ ਸੀ, ਜਿੱਥੇ ਕਿਲ੍ਹਾ ਮੁਬਾਰਕ ਹੈ, ਉੱਥੇ ਇਹਨਾਂ ਦੀ ਜੋਤ ਜਲਦੀ ਹੈ ਹੁਣ ਵੀ। ਉੱਥੇ ਬਾਬਾ ਆਲਾ ਨੇ ਆ ਕੇ ਆਪਣੀ ਗੜ੍ਹੀ ਬਣਾਈ ਸੀ, ਉੱਥੇ ਬੈਠੇ ਸੀਗੇ। ਤੁਸੀਂ ਸ਼ਾਇਦ ਉੱਥੇ ਕਦੀ ਨਹੀਂ ਗਏ ਹੋਗੇ, ਅਲਾਉਡ ਨਹੀਂ ਉੱਥੇ ਜਾਣਾ, ਪਰ ਅਸੀਂ ਕਈ ਵਾਰ ਵਿਜ਼ਿਟ ਕੀਤਾ ਉੱਥੇ। ਉੱਥੇ ਉਹਨਾਂ ਦੀ ਧੂਣਾ ਵੀ ਜਲਦਾ, ਕਰੀਰ ਦੀ ਲੱਕੜ ਦਾ, ਔਰ ਉਹਨਾਂ ਦੀ ਇੱਕ ਜੋਤ ਜਲਦੀ ਹੈ। ਉੱਥੇ ਅਖੰਡ ਪਾਠ ਸਾਹਿਬ ਰੱਖੇ ਨੇ ਜਿਹੜੇ 24 ਘੰਟੇ ਚੱਲਦੇ ਨੇ। ਨਾਲ ਹੀ ਉੱਥੇ ਇੱਕ ਮੰਦਿਰ ਸਾਹਮਣੇ ਬਣਿਆ ਹੈ, ਜਿੱਥੇ ਕਾਲੀ ਮਾਤਾ ਦੀ ਓਰੀਜਨਲ ਮੂਰਤੀ, ਜਿਹੜਾ ਮਹਾਰਾਜਾ ਭੁਪਿੰਦਰ ਸਿੰਘ ਲੈ ਕੇ ਆਏ ਸੀ ਕਲਕੱਤੇ ਤੋਂ, ਉਹ ਪਈ ਹੈ। ਸਵੇਰੇ ਸ਼ਾਮ ਉੱਥੇ ਪੁਜਾਰੀ ਆਉਂਦਾ, ਔਰ ਗ੍ਰੰਥੀ ਸਿੰਘ ਜਿਹੜੇ 24 ਘੰਟੇ ਉੱਥੇ ਅਖੰਡ ਪਾਠ ਸਾਹਿਬ ਚੱਲਦਾ ਰਹਿੰਦਾ ਹੈ। ਮਾਨਤਾ ਇਹ ਹੈ ਕਿ ਪਟਿਆਲਾ ਉਨੀ ਦੇਰ ਤੱਕ ਸੁਰੱਖਿਅਤ ਹੈ, ਸੇਫ ਹੈ, ਜਿੰਨੀ ਦੇਰ ਤੱਕ ਬਾਬਾ ਆਲਾ ਦੀ ਜੋਤ ਜਲ ਰਹੀ ਹੈ। ਇਸ ਕਰਕੇ ਉੱਥੇ ਸਿਕਿਉਰਿਟੀ ਅਰੇਂਜਮੈਂਟ ਨੇ, ਉੱਥੇ ਹਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇਹ ਬਾਬਾ ਆਲਾ ਦਾ ਸਿੱਕਾ ਹੈ, ਜਿਹਦੇ ਨਾਂ 'ਤੇ ਪੱਟੀ, ਇਹ ਪੱਤੀ ਹੁੰਦੀ ਸੀ, ਬਾਬਾ ਆਲਾ ਦੀ ਪੱਤੀ ਆਲਾ, ਪੱਟੀ, ਹਾਂ, ਤਾਂ ਪਟਿਆਲਾ ਬਣ ਗਿਆ। ਪੱਟੀ ਆਲਾ। ਪੁਰਾਣੇ ਜਿਹੜੇ ਸਪੈਲਿੰਗਸ ਨੇ ਇੰਗਲਿਸ਼ ਪੀਰੀਅਡ ਦੇ ਵਿੱਚ, ਉਹ 'ਚ ਪਟਿਆਲਾ ਦੇ ਸਪੈਲਿੰਗ ਨੇ PATYALA, ਪੱਤੇ ਆਲਾ। ਅੱਛਾ, ਫਿਰ ਮਹਾਰਾਜਾ ਅਮਰ ਸਿੰਘ ਆਏ ਉਹਨਾਂ ਤੋਂ ਬਾਅਦ, ਫਿਰ ਮਹਾਰਾਜਾ ਸਾਹਿਬ ਸਿੰਘ ਆਏ, ਫਿਰ ਮਹਾਰਾਜਾ ਕਰਮ ਸਿੰਘ ਆਏ, ਕਰਮ ਸਿੰਘ ਤੋਂ ਬਾਅਦ ਫਿਰ ਮਹਾਰਾਜਾ ਨਰਿੰਦਰ ਸਿੰਘ ਆਏ, ਫਿਰ ਮਹਾਰਾਜਾ ਮਹਿੰਦਰ ਸਿੰਘ ਆਏ, ਫਿਰ ਰਜਿੰਦਰ ਸਿੰਘ। ਇਹ ਸਾਰੇ ਚਾਂਦੀ ਦੇ ਸਿੱਕੇ ਨੇ, ਰੁਪਈਏ ਨੇ। ਸਾਰਿਆਂ ਦੀ ਢਲਾਈ ਜਿਹੜੀ ਹੈ ਸਰਹੰਦ ਹੋਈ ਹੈ, ਸਰਹੰਦ ਇਹਨਾਂ ਦੀ ਮਿੰਟ ਹੁੰਦੀ ਸੀ, ਆਫੀਸ਼ੀਅਲ ਮਿੰਟ ਜਿਹੜੀ ਹੈ ਸਰਹੰਦ ਸੀ। ਅੱਛਾ, ਫਿਰ ਉਸ ਤੋਂ ਬਾਅਦ ਜੀਂਦ ਸਟੇਟ ਦੇ ਸਿੱਕੇ ਨੇ, ਕੈਥਲ ਦੇ ਆ, ਔਰ ਨਾਭਾ ਸਟੇਟ ਦੇ। ਕੀ ਬਾਤ, ਮਤਲਬ ਚੀਜ਼ਾਂ ਬੜੀਆਂ ਵਿਲੱਖਣੀਆਂ ਨੇ, ਸੰਦੂਕ ਸਾਂਭਿਆ ਹੋਇਆ ਹੈ, ਚੀਜ਼ਾਂ ਬੜੀਆਂ ਵਿਲੱਖਣ, ਕਿਉਂਕਿ ਕਈ ਚੀਜ਼ਾਂ ਦਾ ਨਾ ਜਿੱਧਰ ਵੀ ਨਿਗਾਹ ਮਾਰੋ, ਦਰਸ਼ਕੋ ਤੁਸੀਂ ਕਹਿ ਰਹੇ ਹੋਗੇ ਪਤਾ ਨਹੀਂ ਕੀ ਗੱਲਾਂ ਕਰੀ ਜਾਂਦਾ, ਵੀ ਜਿੱਧਰ ਵੀ ਨਿਗਾਹ ਮਾਰੋ ਨਾ, ਪਤਾ ਨਹੀਂ, ਬਸ ਐਂ ਪਤਾ ਲੱਗਦਾ ਵੀ ਇਹ 2000 ਸਾਲ ਪੁਰਾਣੀ ਹੈ, ਇਹ ਇੰਨੇ 1000 ਸਾਲ ਪੁਰਾਣੀ ਹੈ, ਬਸ ਐਂ ਪਤਾ ਲੱਗਦਾ ਦੇਖਣ ਨੂੰ। ਆਹ ਵੇਖੋ ਤੁਸੀਂ, ਇਹ ਭਾਜੀ ਇਹਦੇ ਅੰਦਰ ਕੀ ਰੱਖਿਆ ਹੈ? ਇਹ ਇੱਕ ਛੋਟੀ ਜਿਹੀ ਕਲੈਕਸ਼ਨ ਕੀਤੀ ਹੈ ਜੀ, ਸਟੋਨਸ ਐਂਡ ਕ੍ਰਿਸਟਲਸ ਦੀ। ਅਰੇ ਵਾਹ, ਇਹ ਸਾਰੇ ਜਿਵੇਂ ਐਮਰਲਡ ਹੈ, ਐਮੇਥਿਸਟ ਹੈ, ਜਿਹਨਾਂ ਦੇ ਨਗ ਬਣਦੇ ਨੇ ਪੱਥਰਾਂ ਦੇ, ਇਹ ਰਾ ਫਾਰਮ ਦੇ ਵਿੱਚ ਨੇ, ਥੱਲੇ ਪਏ ਨੇ। ਇਹਨਾਂ ਨੂੰ ਪਾਲਿਸ਼ ਕਰਕੇ
ਫਿਰ ਬਣਦੇ ਫਿਰ ਨਗ ਬਣਾਏ ਤਰਾਸ਼ੇ ਜਾਂਦੇ ਨੇ ਜਾ ਕੇ। ਜੀ। ਅੱਛਾ, ਮਤਲਬ ਕਮਾਲ ਹੈ ਯਾਰ। ਤੁਸੀਂ ਕੱਲੀ ਚੀਜ਼ ਜੇ ਕਿਸੇ ਜਗ੍ਹਾ ਤੇ ਪਈ ਹੈ ਤਾਂ ਉਹਦਾ ਕੋਈ ਮਤਲਬ ਬਣਦਾ ਹੈ। ਕਿਉਂਕਿ ਤੁਸੀਂ ਨੋਟਿਸ ਨਹੀਂ ਕੀਤਾ ਜਿਹੜੇ ਥੱਲੇ ਸਭ ਤੋਂ ਪਏ ਨੇ ਗੋਲ ਪੱਥਰ ਤੁਸੀਂ ਦੇਖ ਰਹੇ ਹੋ, ਮਿੱਟੀ ਦੇ ਨੇ ਇਹ। ਅੱਛਾ, ਇਹ ਕੁਸ਼ਾਨ ਪੀਰੀਅਡ ਦੇ ਨੇ, ਜਦੋਂ ਸਰਦੀਆਂ ਦੇ ਵਿੱਚ ਇਹਨਾਂ ਨੂੰ ਗਰਮ ਕਰਕੇ ਕਮਰੇ 'ਚ ਰੱਖ ਲਿਆ ਜਾਂਦਾ ਸੀਗਾ, ਫਿਰ ਇਹ ਹੀਟ ਰਿਲੀਜ਼ ਕਰਦੇ ਐਜ਼ ਅ ਹੀਟਰ। ਜੀ। ਅੱਛਾ, ਐਜ਼ ਅ ਹੀਟਰ ਪਹਿਲਾਂ ਪੱਥਰ ਮਿੱਟੀ ਯੂਜ਼ ਕੀਤੀ ਜਾਂਦੀ ਸੀ। ਬੇਕ ਕਰਕੇ ਪਕਾਏ ਹੋਏ ਨੇ, ਇਹਨਾਂ ਨੂੰ ਗਰਮ ਕਰਦੇ ਸੀ ਤੇ ਕਮਰੇ 'ਚ ਰੱਖ ਲੈਂਦੇ ਸੀ। ਅਰੇ ਵਾਹ, ਮਤਲਬ ਚੀਜ਼ਾਂ ਕੱਲੀ ਜੇ ਦੇਖ ਰਹੀ ਆ ਤਾਂ ਉਹਦਾ ਪੁਰਾਣੇ ਟਾਈਮ ਦੇ ਵਿੱਚ ਕੋਈ ਯੂਜ਼ ਹੁੰਦਾ ਸੀਗਾ। ਅੱਜ ਕੱਲ ਜੇ ਮੈਨੂੰ ਤਾਂ ਕੁਝ ਨਹੀਂ ਪਤਾ ਸੀਗਾ, ਇੱਥੇ ਆਇਆ ਯਾਰ ਫਿਰ ਭਾਜੀ ਹੁਣ ਦੱਸ ਰਹੇ ਨੇ, ਜਿਵੇਂ ਨੌਲੇਜ ਵਧਾ ਰਹੇ ਨੇ, ਉਸ ਤਰੀਕੇ ਨਾਲ ਪਤਾ ਲੱਗਦਾ ਰਿਹਾ ਵੀ ਆਹ ਚੀਜ਼ ਇਹਦਾ ਇਹ ਮਤਲਬ ਹੈ, ਇਹਦਾ ਇਹ ਮਤਲਬ ਹੈ। ਹੁਣ ਜਿਵੇਂ ਪਤਾ ਲੱਗਿਆ ਕਿ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਹੀਟਰ ਹੁੰਦੇ ਸੀਗੇ ਉਹ ਮਿੱਟੀ ਵਾਲੇ ਹੁੰਦੇ ਸੀਗੇ, ਮਿੱਟੀ ਨੂੰ ਗਰਮ ਕਰਕੇ ਬੇਕ ਕਰਕੇ ਕਮਰੇ ਦੇ ਵਿੱਚ ਰੱਖ ਲੈਂਦੇ ਸੀ। ਭਾਜੀ ਇਹ ਕੀ ਚੀਜ਼ ਹੈ ਹੁਣ? ਇਹ ਬੀਡਸ ਨੇ ਜਿਹੜੇ ਜਿਊਲਰੀ ਦੇ ਵਿੱਚ ਯੂਜ਼ ਹੁੰਦੇ ਸੀਗੇ, ਸਾਰੇ BC ਪੀਰੀਅਡ ਹੈ, 2000 ਸਾਲ ਤੋਂ ਪੁਰਾਣਾ। ਇਹ ਗਹਿਣੇ ਦੇ ਵਿੱਚ ਯੂਜ਼ ਹੁੰਦੇ, ਸੈਮੀ ਪ੍ਰੀਸੀਅਸ ਸਟੋਨਸ ਕਹਿੰਦੇ ਨੇ ਇਹਨਾਂ ਨੂੰ। ਔਰ ਇੱਕ ਨਗ ਜਿਹੜਾ ਹੈਗਾ ਉਹਦੀ ਕੀਮਤ ਹੈ। ਇਹਦੇ ਵਿੱਚੋਂ ਕਈ ਚੀਜ਼ਾਂ ਭਾਜੀ ਜਿਵੇਂ ਆ ਤੁਸੀਂ ਕਲੈਕਟ ਕੀਤੀਆਂ ਨੇ, ਕਈ ਚੀਜ਼ਾਂ ਐਸੀ ਵੀ ਹੋਣਗੀਆਂ ਜਿਹੜੀ ਬਾਹਰੋਂ ਵੀ ਕਲੈਕਟ ਕੀਤੀਆਂ ਹੋਣਗੀਆਂ, ਬਾਹਰੋਂ ਕਿਸੇ ਫੋਰਨ ਕੰਟਰੀ ਤੋਂ ਕਿਸੇ ਤੁਸੀਂ? ਇਹ ਸਾਰੇ ਇੰਡੀਅਨ ਹੈ। ਇੰਡੀਅਨ ਹੈ। ਓਕੇ। ਔਰ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੰਡੀਆ ਦੀ ਕੋਈ ਵੀ ਚੀਜ਼ ਬਾਹਰ ਨਾ ਜਾਵੇ। ਸਾਡੀ ਵਿਰਾਸਤ ਹੈ, ਸਾਡੇ ਮੁਲਕ 'ਚ ਹੀ ਰਹਿਣੀ ਚਾਹੀਦੀ ਹੈ। ਅੱਜ ਕੱਲ੍ਹ ਲੋਕਾਂ ਨੇ ਬਿਜ਼ਨਸ ਬਣਾ ਲਿਆ ਇਸ ਚੀਜ਼ ਨੂੰ, ਪੈਸੇ ਦੇ ਲਾਲਚ ਆ ਕੇ ਉਹਨੂੰ ਬਾਹਰ ਵੇਚ ਦਿੰਦੇ ਨੇ, ਉੱਥੇ ਜਾ ਕੇ ਅੱਛੀ ਕੀਮਤ ਮਿਲ ਜਾਂਦੀ ਹੈ ਇਹਨਾਂ ਦੀ, ਬਹੁਤ ਜ਼ਿਆਦਾ। ਕਾਫੀ ਚੀਜ਼ਾਂ ਜਿਹੜੀਆਂ ਇੱਥੋਂ ਸਾਡੀਆਂ ਫੋਰਨ 'ਚ ਚਲੇ ਗਈਆਂ। ਬ੍ਰਿਟਿਸ਼ ਮਿਊਜ਼ੀਅਮ ਅਸੀਂ ਦੇਖ ਕੇ ਆਏ ਇੰਗਲੈਂਡ ਜਾ ਕੇ, ਖੈਰ ਉਹਨੇ ਬੜੇ ਤਰੀਕੇ ਨਾਲ ਸੰਭਾਲਿਆ ਹੈ ਉਸ ਚੀਜ਼ ਨੂੰ, ਪਰ ਉਹ ਇੱਥੇ ਵੀ ਸੰਭਾਲਿਆ ਜਾ ਸਕਦਾ ਸੀ। ਉੱਥੇ ਵੀ ਕਈ ਮਿਊਜ਼ੀਅਮ ਤੁਸੀਂ ਗਏ ਵਿਜ਼ਿਟ ਕੀਤਾ, ਉੱਥੇ ਵੀ ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਇੰਡੀਅਨ ਕਲਚਰ ਦੀਆਂ ਉੱਥੇ ਸਾਂਭੀਆਂ ਹੋਣਗੀਆਂ। ਇੰਡੀਆ ਦਾ ਇੱਕ ਪੂਰਾ ਉੱਥੇ ਹਾਲ ਹੈ ਜੀ, ਤੁਸੀਂ ਇੱਕ ਦਿਨ ਦੇ ਵਿੱਚ ਵੀ ਨਹੀਂ ਦੇਖ ਸਕਦੇ ਉਸ ਹਾਲ ਨੂੰ, ਇੰਨਾ ਵੱਡਾ ਹਾਲ ਹੈ। ਈਰਾਨ ਦਾ ਵੱਖਰਾ, ਉੱਥੇ ਜਾਪਾਨ ਦਾ ਵੱਖਰਾ। ਗੋਰਿਆਂ ਨੇ ਕਿਹਨੂੰ ਲਈ ਲੁੱਟਿਆ ਉੱਥੇ? ਹਰ ਮੁਲਕ ਨੂੰ ਲੁੱਟਿਆ ਉਹਨਾਂ ਨੇ, ਜਿਹਦਾ ਲੁੱਟਿਆ ਉੱਥੇ ਸਾਰਾ ਸਮਾਨ ਡਿਸਪਲੇ ਕੀਤਾ ਉਹਨਾਂ ਨੇ। ਸਾਡੀਆਂ ਪੱਥਰ ਦੀਆਂ ਜਿਹੜੀਆਂ ਮੂਰਤੀਆਂ ਉੱਥੇ ਪਈਆਂ, ਜਿਹੜੀਆਂ ਕੁਇੰਟਲਾਂ ਟਨਾਂ ਦੀਆਂ ਜਿਹਨਾਂ ਦਾ ਵਜ਼ਨ ਹੈਗਾ, ਉਹ ਸਾਰਾ ਚੁੱਕ ਕੇ ਉੱਥੇ ਲੈ ਗਏ। ਕੋਇਨ ਸਾਡੇ ਉੱਥੇ ਪਏ ਨੇ, ਸੋਨੇ ਚਾਂਦੀ ਦੇ ਗਹਿਣੇ ਉੱਥੇ ਪਏ ਨੇ ਸਾਡੇ, ਪੋਟਰੀ ਸਾਡੀ ਉੱਥੇ ਪਈ ਹੈ, ਸਾਰਾ ਕੁਝ ਪਿਆ। ਅੱਛਾ, ਜਿਹੜਾ ਪੱਖਾ ਦੇਖ ਰਹੇ ਹੋ ਭਾਜੀ, ਇਹ ਕਿੰਨਾ, ਇਹ ਬੜਾ ਦੇਖਣ ਨੂੰ ਤਾਂ ਸੋਹਣਾ ਲੱਗਦਾ ਹੈ। ਇਹ ਕਦੋਂ ਦਾ ਪੱਖਾ ਆ? ਇਹ ਮਰੈਲੀ ਦਾ ਪੱਖਾ, ਇਟਲੀ ਦਾ, 100 ਸਾਲ ਤੋਂ ਪੁਰਾਣਾ ਹੈ। ਸੋਹਣਾ, ਚੱਲਦਾ ਵੀ ਬਹੁਤ ਸੋਹਣਾ। ਅੱਛਾ, ਚੱਲਦਾ ਵੀ ਹੈ ਜੀ। ਅਰੇ ਕੀ ਬਾਤ ਭਾਜੀ। ਖਾਸੀਅਤ ਮੈਂ ਇਹਦੀ ਇਹ ਕੱਢਦਾ ਵੀ ਇਹਦੇ ਤਾਂ ਆਵਾਜ਼ ਹੀ ਨਹੀਂ ਪਤਾ ਲੱਗਦੀ, ਬਿਲਕੁਲ ਹੀ ਸਾਇਲੈਂਟ ਹੈ। ਔਰ ਹਵਾ ਇਹਦੀ ਉਹਦੇ ਨਾਲ ਜ਼ਿਆਦਾ ਹੈ। ਹਾਂ, ਮੈਂ ਉਹੀ ਚੀਜ਼ ਦੇਖ ਰਿਹਾ ਕਿ ਜਮਾ ਹੀ ਸਾਇਲੈਂਟ ਹੈ ਤਾਂ ਜੀ। ਕਮਾਲ ਹੈ। ਤੇ ਇੱਧਰ ਜੇ ਆ ਜਾਈਏ, ਕਿਉਂਕਿ ਕੋਇਨ ਤੁਸੀਂ ਮਿਸ ਕੀਤੇ ਜਿਹੜੇ ਹੈਗੇ, ਇਹ ਥੱਲੇ ਜਿਹੜੇ ਸਿੱਕੇ ਤੁਸੀਂ ਦੇਖ ਰਹੇ ਹੋ, ਉਹ ਜੀ ਇਹ ਸਾਮੰਤ ਦੇਵ ਦੇ ਸਿੱਕੇ ਨੇ, 1000 ਸਾਲ ਪੁਰਾਣੇ, ਜਦੋਂ ਹਿੰਦੂ ਰਾਜਿਆਂ ਦਾ ਰਾਜ ਸੀ ਕਾਬਲ ਦੇ ਉੱਤੇ। ਇਹ ਉਹ ਕੋਇਨ ਨੇ। ਬਿਲਕੁਲ, ਹਾਂ, ਇਸ ਦੇ ਉੱਤੇ ਵੀ ਪ੍ਰਿੰਟ ਜਿਹੜੇ ਕੀਤੇ ਬੁੱਲ ਐਂਡ ਹਾਰਸ ਹੁੰਦਾ ਸੀ ਮੋਸਟਲੀ ਇਹ ਸਾਰੇ ਸਿੱਕਿਆਂ ਦੇ ਉੱਤੇ, ਬੁੱਲ ਐਂਡ ਔਰ ਨਾਲ ਦੇਵਨਾਗਰੀ 'ਚ ਲਿਖਿਆ ਹੁੰਦਾ ਸੀ ਸਾਮੰਤ। ਅੱਛਾ, ਜਦੋਂ ਕਾਬਲ ਤੇ ਹਿੰਦੂ ਰਾਜਿਆਂ ਦਾ ਰਾਜ ਸੀ, ਇਹ ਉਸ ਟਾਈਮ ਦੇ ਸਿੱਕੇ, ਉਸ ਟਾਈਮ ਦੇ ਸਾਹਮਣੇ ਜੀ। ਇੱਕ ਆ ਜਿੰਦਾ ਭਾਜੀ ਕਿੱਡਾ, ਇਹ ਤਾਂ ਬਹੁਤ ਵੱਡਾ, ਇਹਦਾ ਕਿੰਨਾ ਕੁ ਭਾਰ ਹੈ? ਇਹਦਾ ਭਾਰ ਹੀ ਇਹ ਹੈਗਾ ਜੀ 2 ਕਿਲੋ ਦੇ ਕਰੀਬ ਹੈ, 2 ਕਿਲੋ ਤੋਂ ਜ਼ਿਆਦਾ ਹੈ। ਇਹ ਮੈਨੂੰ ਗਿਫਟ ਮਿਲਿਆ ਸਾਡੇ ਇੱਥੇ ਪਟਿਆਲੇ ਜਿਊਲਰ ਨੇ, ਢੇਰਾ ਸਿੰਘ ਐਂਡ ਸਨ, ਮੇਰੇ ਮਿੱਤਰ ਨੇ, ਉਹਨਾਂ ਕੋਲੇ ਪਿਆ ਸੀ। ਉਹਨਾਂ ਦਾ ਪੁਸ਼ਤੈਨੀ ਜਿੰਦਾ ਸੀਗਾ ਇਹ, ਕਿਸੇ ਟਾਈਮ ਦੁਕਾਨ ਨੂੰ ਲਾਉਂਦੇ ਹੁੰਦੇ ਸੀ। ਅੱਛਾ, ਹਾਂਜੀ, ਤਾਂ ਉਹਨਾਂ ਨੇ ਫਿਰ ਮੈਨੂੰ ਇਹ ਦਿੱਤਾ। ਇਹਦੀ ਚਾਬੀ ਵੀ ਕਾਫੀ ਭਾਰੀ ਹੈ। ਬਿਲਕੁਲ, ਇਹਦੀ ਚਾਬੀ ਵੀ ਬਹੁਤ ਭਾਰੀ। ਹਾਂਜੀ। ਹੁਣ ਇੱਧਰ ਦਰਸ਼ਕ ਵੀ ਦੇਖ ਰਹੇ ਹੋਣ, ਕਿਉਂਕਿ ਕਾਫੀ ਚੀਜ਼ਾਂ ਐਸੀਆਂ ਨੇ ਜਿਹੜੀਆਂ ਅਸੀਂ ਇਸ ਵੀਡੀਓ ਦੇ ਵਿੱਚ ਕਵਰ ਅਪ ਨਹੀਂ ਕਰ ਸਕਦੇ। ਪਹਿਲਾਂ ਤਾਂ ਇੱਧਰ ਦਿਖਾ ਦਈਏ, ਕਿਉਂਕਿ ਕੈਮਰਾਮੈਨ ਨੂੰ ਕਹੂੰਗਾ ਕਿ ਆ ਉੱਪਰ ਜਿਹੜੀਆਂ ਸਾਰੇ ਜਿਹੜੇ ਨੇ ਕੋਇਨਸ ਜਿਹੜੇ ਨੇ, ਉਹਨਾਂ ਦੀ ਭਾਜੀ ਨੇ ਇੱਕ ਸਮਰੀ ਰੱਖੀ ਹੋਈ ਆ ਬਣਾ ਕੇ। ਈਸਟ ਇੰਡੀਆ ਕੰਪਨੀ ਜਦ ਆਈ ਸੀ, ਉਹਦੀਆਂ ਕੁਈਨ ਵਿਕਟੋਰੀਆ ਦਾ ਰਾਜ, ਉਸ ਤੋਂ ਬਾਅਦ ਬ੍ਰਿਟਿਸ਼ ਇੰਡੀਆ, ਇਹ ਸਾਰੇ ਜਿੰਨੇ ਵੀ ਰਾਜ ਹੋਏ ਸੀ, ਇਹ ਸਾਰਿਆਂ ਦੇ ਭਾਜੀ ਕੋਇਨਸ ਤੁਹਾਡੇ ਸਾਹਮਣੇ ਹੋਏ ਨੇ। ਮੈਂ ਦੇਖ ਰਿਹਾ 2-3 ਜਿਹੜੇ ਨਹੀਂ ਹੈਗੇ, ਜਿਵੇਂ ਆਹ 2-3 ਕੁਈਨ ਵਿਕਟੋਰੀਆ ਵਾਲੇ ਜਿਹੜੇ ਕੋਇਨਸ ਰੇਅਰ ਨੇ ਜੀ, ਕਾਸਟਲੀ ਕੋਇਨ ਨੇ। ਸੋ ਮੇਰੀ ਪਹੁੰਚ ਨਹੀਂ ਸੀਗੇ, ਇਸ ਕਰਕੇ ਮੈਂ ਨਹੀਂ ਖਰੀਦ ਸਕਿਆ। ਸੋ ਬਾਕੀ ਆਲਮੋਸਟ ਸਾਰੇ ਸਿੱਕੇ ਲੱਗੇ ਨੇ ਇਹਦੇ ਨਾਲ। ਵੈਸੇ ਹੈਗੇ ਨੇ, ਹਾਂ ਕੋਇਨ ਹੈਗੇ ਜੀ ਇਹ, ਪਰ ਮਹਿੰਗੇ ਬਹੁਤ, ਮੁੱਲ ਜ਼ਿਆਦਾ ਜਿਹਨਾਂ ਦਾ। ਇਹਦੇ ਨਾਲ ਇਹਦੀ ਅਸੀਂ ਇਮੇਜ ਬਣਾਈ ਹੈ, ਕੋਇਨ ਦੀ ਪ੍ਰਿੰਟ ਕੀਤੀ ਹੈ, ਥੋੜੀ ਡਿਟੇਲ ਦਿੱਤੀ ਹੈ ਕਿ ਮੈਟਲ ਕੀ ਹੈ, ਉਹਦਾ weight ਕਿੰਨਾ ਹੈਗਾ, ਉਹਦਾ ਸ਼ੇਪ ਕੀ ਹੈ, ਸਾਈਜ਼ ਕੀ ਹੈ, ਡਿਸਕ੍ਰਿਪਸ਼ਨ ਥੋੜੀ ਲਿਖੀ ਹੈ, ਨਾਲ ਉਹਦੇ ਕੋਇਨ ਲਗਾਏ ਜੀ। ਕਿਉਂਕਿ ਇਹ ਕੋਇਨ ਛੋਟਾ ਹੈਗਾ, ਦੂਰੋਂ ਵਿਜ਼ੀਬਲ ਨਹੀਂ ਹੁੰਦਾ, ਇਸ ਕਰਕੇ ਉਹਦੀ ਇਮੇਜ ਇਨਲਾਰਜ ਕਰਕੇ ਲਗਾਈ ਹੈ। ਬਿਲਕੁਲ। ਹੁਣ ਆਪਾਂ ਜਿਵੇਂ ਹੁਣ ਵੀਡੀਓ ਵੱਧਦੀ ਰਹੀ, ਆਪਾਂ ਅੰਤ ਵੀ ਕਰਾਂਗੇ। ਭਾਜੀ ਇੱਕ ਆਹ ਚੀਜ਼ਾਂ ਪਈਆਂ ਨੇ, ਸਟੋਨਸ ਪਏ ਨੇ, ਜਿਵੇਂ ਉੱਥੇ ਗ੍ਰਾਈਂਡ ਸਟੋਨ ਪੈਸਲ ਲਿਖਿਆ ਹੋਇਆ, ਇਹ ਪੀਰੀਅਡ ਦਾ ਜੀ, ਜਿਹੜਾ ਹੈਗਾ ਕਿਸੇ ਬਹੁਤ ਵੱਡੇ ਘਰ ਦਾ ਹੈ,
ਕਿਉਂਕਿ ਮੇਰੇ ਕੋਲ ਇਹਦੇ ਨਾਲ ਦੇ ਛੋਟੇ ਵੀ ਹੈਗੇ ਜਿਹੜੇ ਮੇਰੇ ਉੱਤੇ ਟੈਰਸ ਤੇ ਪਏ ਨੇ। ਇਹ ਨੀਚੋਂ ਟੇਪਰ ਸ਼ੇਪ ਹੈ ਇਹਦੀ। ਅੱਛਾ, ਇਹਦੀ ਸ਼ੇਪ ਇਸ ਤਰ੍ਹਾਂ ਬਣੀ ਹੋਈ ਹੈ ਥੱਲੋਂ, ਜ਼ਮੀਨ ਤੇ ਨਹੀਂ ਰੱਖਿਆ ਜਾਂਦਾ, ਇਹਨੂੰ ਗਰੋਟ ਕੀਤਾ ਅਸੀਂ ਜ਼ਮੀਨ ਦੇ ਵਿੱਚ, ਜੋ ਮੈਂ ਆਬਜ਼ਰਵ ਕੀਤਾ, ਕਿਉਂਕਿ ਜੇ ਸਿੱਧਾ ਹੋਏਗਾ ਤਾਂ ਹੀ ਰੱਖਾਂਗੇ ਜ਼ਮੀਨ ਤੇ ਅਸੀਂ। ਸੋ ਇਹ ਕਿਸੇ ਵੱਡੀ ਫੈਮਿਲੀ ਦਾ ਪੱਥਰ ਹੈ ਜਿਹਦੇ ਉੱਤੇ ਮਸਾਲਾ ਰਗੜ ਵਾਸਤੇ। ਹਾਂਜੀ, ਔਰ ਕਾਫੀ ਯੂਜ਼ ਹੋਇਆ ਹੈ, ਕਿਉਂਕਿ ਤੁਸੀਂ ਦੇਖ ਰਹੇ ਹੋ ਕਰਵ ਬਣੀ ਹੈ, ਇਹਦੇ 'ਚ ਘਸਿਆ ਹੋਇਆ ਹੈ। ਤੇ ਇਹਦੇ 'ਚ ਪਲੇਨ ਵੀ ਆਉਂਦੇ ਨੇ ਅੱਜ ਕੱਲ੍ਹ, ਸਾਡੇ ਬੰਗਾਲ ਦੇ ਵਿੱਚ ਤੇ ਯੂਪੀ ਦੇ ਵਿੱਚ ਲੋਕੀ ਮੋਸਟਲੀ ਯੂਜ਼ ਕਰਦੇ ਨੇ ਘਰਾਂ 'ਚ ਇਹ ਚੀਜ਼ਾਂ ਕਰਦੇ। ਹਾਂਜੀ, ਇਹ 2000 ਸਾਲ ਪੁਰਾਣਾ ਹੈ। ਕਮਾਲ ਹੈ। ਵੀ ਇੱਕ ਖਾਸੀਅਤ ਭਾਜੀ ਦੀ ਇਹ ਵੀ ਹੈ ਕਿ ਭਾਜੀ ਨੇ ਜਿਹੜੇ ਨੋਟਸ ਨੇ ਨਾ ਉਹ ਕਲੈਕਸ਼ਨ ਹੋਰ ਤਰੀਕੇ ਨਾਲ ਵੀ ਕੀਤੀ ਹੋਈ ਹੈ। ਜਿਵੇਂ ਲੋਕਾਂ ਵਾਸਤੇ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਕਿ 786 ਨੰਬਰ ਬੜਾ ਲੱਕੀ ਹੋ ਜਾਂਦਾ ਵੀ 786 ਕਲੈਕਟ ਕੀਤਾ ਜਾਵੇ। 786 ਨੰਬਰ ਜੇ ਗੱਡੀ ਦਾ ਹੋਵੇ ਉਹਦਾ ਮੁੱਲ ਵੱਧ ਜਾਂਦਾ, ਕਹਿੰਦੇ ਕੋਈ ਬਾਈਕ ਦਾ ਨੰਬਰ 786 ਹੋਵੇ ਪਿੱਛੇ ਉਹਦਾ ਮੁੱਲ ਵੱਧ ਜਾਂਦਾ। ਤੇ ਭਾਜੀ ਨੇ ਨੋਟਸ ਵੀ ਤੁਸੀਂ ਸਾਂਭ ਕੇ ਰੱਖੇ ਹੋਏ ਨੇ 786। ਉਹ ਕਿੰਨੇ ਨੋਟਸ ਨੇ ਭਾਜੀ ਤੁਹਾਡੇ ਕੋਲੇ? ਦੇਖੋ ਮੇਰੀ ਧਾਰਨਾ ਤਾਂ ਹੈ ਕਿ ਬਾਬੇ ਨਾਨਕ ਨੇ 13 ਹੀ ਕੀਤਾ ਸੀਗਾ। ਤੋ 786 ਜਿਹੜਾ ਹੈਗਾ ਇਹ ਇਸਲਾਮਿਕ ਨੰਬਰ ਹੈ। ਜਦੋਂ ਕਿ ਸਾਡੇ ਮੁਸਲਮਾਨ ਜਿਹੜੇ ਭਰਾ ਹੈਗੇ ਉਹ ਵੀ ਇਸ ਚੀਜ਼ ਨੂੰ ਮੰਨਦੇ ਨਹੀਂ ਹੈ ਕਿ 786 ਦੀ ਕੋਈ ਮਾਇਨੇ ਨਹੀਂ ਹੈ ਇਹਦੇ 'ਚ। ਉਹ ਕਿਸੇ ਆਇਤ ਦੇ ਵਿੱਚ ਕੋਈ ਨੰਬਰ ਹੈ ਕਿਸੇ ਪੇਜ ਦਾ ਜਾਂ ਕਿਸੇ 'ਤੇ ਕੁਝ ਲਿਖਿਆ ਉਹਨਾਂ ਨੇ। ਤੇ ਪਰ ਸਾਡੇ ਲੋਕਾਂ 'ਚ ਥੋੜ੍ਹਾ ਕਰੇਜ਼ ਹੋ ਗਿਆ ਇਸ ਚੀਜ਼ ਦੇ ਵਿੱਚ। ਤੇ ਗੱਡੀਆਂ ਦਾ ਜ਼ਿਕਰ ਕੀਤਾ ਕਿ ਬੜਾ ਮਹਿੰਗਾ ਨੰਬਰ ਵਿਕਦਾ ਹੈ। ਸੋ ਇਹ ਚੀਜ਼ਾਂ ਕੈਸ਼ ਹੁੰਦੀਆਂ, ਜਦੋਂ ਕੋਈ ਲੈਣ ਵਾਲਾ ਹੁੰਦਾ ਤੇ ਫਿਰ ਕੀਮਤ ਵੀ ਉਸ ਤਰ੍ਹਾਂ ਦੀ ਵੱਧ ਜਾਂਦੀ ਹੈ, ਕਿਉਰਿਓਸਿਟੀ ਹੁੰਦੀ ਹੈ। ਸੋ ਮੈਂ ਕਦੇ ਇਕੱਠੇ ਨਹੀਂ ਸੀ ਕੀਤੇ, ਪਰ ਜਦੋਂ ਮੈਂ ਕਰੰਸੀ ਨੋਟ ਸ਼ੁਰੂ ਕੀਤੇ ਤੇ ਮੇਰੇ ਕਿਸੇ ਮਿੱਤਰ ਨੇ ਕਿਹਾ ਕਿ 786 ਵਾਲੇ ਵੀ ਕਰੋ। ਸੋ ਫਿਰ ਗੱਲ ਉਹੀ ਆ ਜਾਂਦੀ ਕਿ ਜਦੋਂ ਮਿਊਜ਼ੀਅਮ ਤੁਸੀਂ ਬਣਾਉਂਦੇ ਹੋ ਉੱਥੇ ਹਰ ਚੀਜ਼ ਰੱਖਦੇ ਹੋ, ਤਾਂ ਮੈਨੂੰ ਇਹ ਕੁਐਸਚਨ ਵੀ ਕੀਤਾ ਜਾਊਗਾ ਕਿ 786 ਦੇ ਨੋਟ ਨਹੀਂ ਹੈ ਤੁਹਾਡੇ ਕੋਲ। ਸੋ ਫਿਰ ਮੈਂ ਇੱਕ ਉਹਦੀ ਕਲੈਕਸ਼ਨ ਕੀਤੀ, ਇੱਕ ਐਲਬਮ ਉਹਦੀ ਹੈ ਮੇਰੇ ਕੋਲ। ਮੈਂ ਜਿੱਥੇ ਤੱਕ ਇੱਕ ਚੀਜ਼ ਇੱਕ ਹੁਣ ਆਬਜ਼ਰਵ ਕਰ ਰਿਹਾ ਉਹ ਇਹ ਹੈ ਕਿ ਜੇ ਕੋਈ ਮਿਊਜ਼ੀਅਮ ਦੇ ਵਿੱਚ ਆਉਂਦਾ ਤਾਂ ਸੇਖੋ ਸਾਹਿਬ ਉਸ ਨੂੰ ਇਹ ਨਾ ਕਹਿ ਸਕਣ ਵੀ ਆਹ ਚੀਜ਼ ਮੇਰੇ ਕੋਲ ਹੈ ਨਹੀਂ। ਬਲਕਿ ਸੇਖੋ ਸਾਹਿਬ ਦਾ ਇੱਕ ਮਨ ਇਹ ਹੈ ਵੀ ਹਰ ਇੱਕ ਚੀਜ਼ ਜਿਹੜੀ ਹੈ ਜਿਹਦਾ ਨਾਮ ਲਵੇ ਉਹ ਦਿਖਾ ਦੇਣ ਵੀ ਆਹ ਪਈ ਹੈ। ਸਵਾਲ ਕਰੋ ਤੇ ਮੈਂ ਤੁਹਾਨੂੰ ਉਹ ਚੀਜ਼ ਕੱਢ ਕੇ ਦਿਖਾ ਸਕਦਾ, ਕਿਉਂਕਿ ਜਿੰਨਾ ਸਮਾਨ ਮੈਂ ਡਿਸਪਲੇ ਕੀਤਾ ਹੋਇਆ ਹੈ ਇਸ ਤੋਂ ਜ਼ਿਆਦਾ ਮੇਰਾ ਅੰਦਰ ਪਿਆ। ਕਿਉਂਕਿ ਮੇਰੇ ਇਹ ਘਰ ਦੇ ਵਿੱਚ ਮਿਊਜ਼ੀਅਮ ਬਣਾਇਆ ਹੋਇਆ, ਜਗ੍ਹਾ ਥੋੜੀ ਹੈ, ਸਿੰਗਲ ਮੈਨ ਜਿਹੜਾ ਹੈਗਾ ਇਹ ਅਸੀਂ ਮੈਨੂੰ ਹੈਂਡਲ ਕਰ ਰਹੇ ਹਾਂ। ਇਹ 'ਚ ਕੋਈ ਮੈਂ ਕਿਸੇ ਗਵਰਨਮੈਂਟ ਦੀ, ਕਿਸੇ ਐਸੋਸੀਏਸ਼ਨ ਦੀ, ਕਿਸੇ ਸੁਸਾਇਟੀ ਦੀ ਮੈਨੂੰ ਹੈਲਪ ਨਹੀਂ ਹੈ, ਨਾ ਮੈਂ ਲੈਣੀ ਚਾਹੁੰਦਾ। ਠੀਕ ਹੈ ਨਾ, ਇਹ ਮੇਰਾ ਪੈਸ਼ਨ ਹੈ। ਪਰ ਇੱਕ ਜਾਂਦੇ ਜਾਂਦੇ ਮੈਂ ਸਵਾਲ ਭਾਜੀ ਤੁਹਾਨੂੰ ਜ਼ਰੂਰ ਕਰੂੰਗਾ। ਜੇ ਮੰਨ ਲਓ, ਜਸਟ ਐਜ਼ਿਊਮ, ਇਮੈਜਿਨ ਕਰ ਲਓ ਕਿ ਇੱਕ ਬੰਦਾ ਕੋਈ ਆਉਂਦਾ ਹੈ, ਇਹ ਸਾਰੀ ਤੁਹਾਡੀ ਮਿਊਜ਼ੀਅਮ ਦਾ ਇੱਕ ਮੁੱਲ ਲਾਉਣਾ ਚਾਹੁੰਦਾ ਆ, ਕੀ ਮੁੱਲ ਹੋਊ ਭਾਜੀ? ਇੱਕ ਪਹਿਲਾਂ ਮੇਰਾ ਮੁੱਲ ਲਾਉਣਾ ਪਊਗਾ ਉਹਨੂੰ, ਉਸ ਤੋਂ ਬਾਅਦ ਮੇਰੇ ਮਿਊਜ਼ੀਅਮ ਦਾ ਮੁੱਲ ਲੱਗੂਗਾ। ਕੀ ਬਾਤ। ਮੈਂ ਜ਼ਿਕਰ ਕੀਤਾ ਸੀ ਟੈਰਸ ਗਾਰਡਨ ਦਾ, ਉੱਥੇ ਜਿੰਨੇ ਬੂਟੇ ਨੇ ਉਹ ਮੇਰੇ ਬੱਚਿਆਂ ਵਾਂਗੂ ਪਾਲੇ ਨੇ ਮੈਂ। ਇਹ ਵੀ ਮੈਂ ਆਪਣੇ ਬੱਚਿਆਂ ਵਾਂਗੂ ਰੱਖੇ ਹੋਏ ਨੇ। ਕੀ ਬਾਤ। ਇਹ ਸਾਡੀ ਵਿਰਾਸਤ ਹੈ, ਜਿਹੜੀ ਨੈਕਸਟ ਜਨਰੇਸ਼ਨ ਆਏਗੀ। ਬਿਲਕੁਲ। ਲੋਕਾਂ ਨੂੰ ਮਾਣ ਸਨਮਾਨ ਮਿਲਦੇ, ਲਿਮਕਾ ਬੁੱਕ ਆਫ ਰਿਕਾਰਡ 'ਚ ਨਾਮ ਐਡ ਕਰਾਉਂਦੇ ਆ, ਕਿਤੋਂ ਕਰਾਉਂਦੇ ਆ। 2018 ਦੇ ਵਿੱਚ ਇੱਥੇ ਇੰਟਰਨੈਸ਼ਨਲ ਮਿਊਜ਼ੀਅਮ ਡੇ ਸੈਲੀਬ੍ਰੇਟ ਹੋਇਆ ਸੀਗਾ। ਔਨਲਾਈਨ ਰਜਿਸਟ੍ਰੇਸ਼ਨ ਹੋਈ ਸੀ ਉਹਦੀ। ਇੱਥੇ ਆ ਕੇ ਪਤਾ ਲੱਗਿਆ ਕਿ ਕੌਣ ਬੰਦੇ ਆਏ ਨੇ, ਕਿਉਂਕਿ ਅਸੀਂ ਜਾਣਦੇ ਨਹੀਂ ਸੀ। ਕੋਈ ਸਟੂਡੈਂਟ ਵੀ ਸੀ ਉਹਦੇ 'ਚ, ਕੋਈ ਏਜਡ ਬੰਦੇ ਵੀ ਸੀਗੇ। ਉਹਦੀ ਗਰੁੱਪ ਫੋਟੋ ਇੱਥੇ ਖਿੱਚੀ ਗਈ ਸੀ। ਜਦੋਂ ਅਸੀਂ ਉਹ ਗੂਗਲ ਦੇ ਉੱਤੇ ਪਾਈ, ਆਪਣੇ ਗੂਗਲ ਦੇ ਉੱਤੇ ਮੇਰਾ ਅਪਲੋਡ ਹੈ ਐਂਟੀਕ ਮਿਊਜ਼ੀਅਮ ਪਟਿਆਲਾ, ਜਦੋਂ ਉੱਥੇ ਪਾਈ ਤਾਂ ਉੱਥੋਂ ਇੰਟਰਨੈਸ਼ਨਲ ਕਾਉਂਸਲ ਆਫ ਮਿਊਜ਼ੀਅਮ ਹੈ ਪੈਰਿਸ ਦੇ ਵਿੱਚ, ਉਹਨਾਂ ਨੇ ਮੇਰੀ ਫੋਟੋ ਗੂਗਲ ਤੋਂ ਪਿਕ ਕੀਤੀ, ਮੈਨੂੰ ਮੇਲ ਕੀਤੀ ਕਿ ਅਸੀਂ ਆਪਣੀ ਰਿਪੋਰਟ ਦੇ ਵਿੱਚ ਇਹ ਫੋਟੋ ਲਗਾਉਣਾ ਚਾਹੁੰਦੇ ਹਾਂ, ਕਿ ਤੁਹਾਨੂੰ ਕੋਈ ਓਬਜੈਕਸ਼ਨ ਤਾਂ ਨਹੀਂ ਹੈ। ਅਰੇ ਵਾਹ। ਕਿਉਂਕਿ ਸਾਡੇ ਕਲਚਰ ਨਹੀਂ ਹੈ ਇੰਡੀਆ 'ਚ, ਅਸੀਂ ਕਿਸੇ ਦੇ ਵੀ ਰਾਹ ਜਾਂਦੇ ਦੀ ਫੋਟੋ ਖਿੱਚਦੇ ਹਾਂ, ਫੇਸਬੁੱਕ 'ਤੇ ਪਾ ਦਿੰਦੇ ਹਾਂ ਬਿਨਾਂ ਪੁੱਛੇ, ਪਰ ਉੱਥੇ ਪੁੱਛ ਕੇ ਪਾਉਂਦੇ ਹਾਂ। ਮੇਰੇ ਮਿਊਜ਼ੀਅਮ ਦੇ ਵਿੱਚ ਵੀ ਮੈਂ ਜਿਹੜਾ ਵਿਜ਼ਿਟ ਕਰਦਾ ਉਹਨੂੰ ਇੱਕ ਸਰਟੀਫਿਕੇਟ ਦਿੰਦਾ, ਇੱਕ ਮੈਂ ਕੰਸੈਂਟ ਲੈਟਰ ਵੀ ਬਣਾਇਆ ਹੈ। ਉਹ ਤੋਂ ਮੈਂ ਕੰਸੈਂਟ ਵੀ ਲੈਣਾ ਰਿਟਨ ਦੇ ਵਿੱਚ ਕਿ ਮੈਂ ਤੁਹਾਡੀਆਂ ਫੋਟੋ, ਵੀਡੀਓਜ਼ ਜੋ ਵੀ ਹੈਗੀਆਂ, ਇਹਨੂੰ ਐਜੂਕੇਸ਼ਨ ਪਰਪਸ ਲਈ ਜਾਂ ਪ੍ਰਮੋਸ਼ਨ ਲਈ ਆਪਣੇ ਇੰਸਟਾਗ੍ਰਾਮ 'ਤੇ, ਗੂਗਲ 'ਤੇ, ਫੇਸਬੁੱਕ 'ਤੇ ਮੈਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਸਕਾਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਤੋ ਇਸ ਤਰ੍ਹਾਂ ਉਹਨਾਂ ਨੇ ਮੇਰੇ ਤੋਂ ਕੰਸੈਂਟ ਮੰਗੀ, ਮੈਂ ਉਹਨਾਂ ਨੂੰ ਕੰਸੈਂਟ ਦਿੱਤੀ, ਉਹਨਾਂ ਨੇ ਉਹ ਫੋਟੋ ਮੇਰੀ ਰਿਪੋਰਟ ਦੇ ਵਿੱਚ ਛਾਪੀ। 18 ਫੋਟੋਆਂ ਪੂਰੇ ਵਰਲਡ ਦੇ ਵਿੱਚੋਂ ਪ੍ਰਿੰਟ ਹੋਈਆਂ ਸੀ, ਜਿਨ੍ਹਾਂ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਸਿਰਫ ਐਂਟੀਕ ਮਿਊਜ਼ੀਅਮ ਪਟਿਆਲਾ ਦੀ ਫੋਟੋ ਪ੍ਰਿੰਟ ਹੋਈ ਸੀ। ਕੀ ਬਾਤ। 2019 ਦੇ ਵਿੱਚ ਫਰਵਰੀ 'ਚ ਇੰਡੀਆ ਹੈਰੀਟੇਜ ਵਾਕ ਹੋਈ, ਜਿਹੜੀ ਯੂਨੈਸਕੋ ਨੇ ਕਰਵਾਈ ਸੀ। ਉਹ ਵੀ ਇੱਥੇ ਸੈਲੀਬ੍ਰੇਟ ਹੋਈ ਸੀਗੀ। ਉਹ 'ਚ ਨਾਰਥ ਇੰਡੀਆ ਦੇ ਵਿੱਚ 38 ਐਕਟੀਵਿਟੀਜ਼ ਨਾਰਥ ਇੰਡੀਆ 'ਚ ਹੋਈਆਂ ਸੀਗੀਆਂ, ਜਿਨ੍ਹਾਂ 'ਚੋਂ 6 ਫੋਟੋ ਪ੍ਰਿੰਟ ਹੋਈਆਂ ਸੀ। ਪਹਿਲੀ ਫੋਟੋ ਜਿਹੜੀ ਹੈ ਐਂਟੀਕ ਮਿਊਜ਼ੀਅਮ ਪਟਿਆਲਾ ਦੀ ਸੀ। ਅਰੇ ਵਾਹ। ਤੇ ਮੈਂ ਹੁਣ ਰਜਿਸਟਰਡ ਹਾਂ ਉਹਨਾਂ ਦੇ ਨਾਲ, ਮੈਨੂੰ ਉਹਨਾਂ ਦੀਆਂ ਮੇਲ ਆਉਂਦੀਆਂ ਨੇ, ਲੈਟਰਸ ਆਉਂਦੇ ਨੇ, ਉਹ ਰਿਪੋਰਟਸ ਵੀ ਮੇਰੇ ਕੋਲ ਪਈਆਂ, ਮੈਂ ਉਹਨਾਂ ਦਾ ਪ੍ਰਿੰਟ ਆਊਟ ਵੀ ਪੂਰੀ ਰਿਪੋਰਟ ਦਾ। ਅੱਛਾ ਭਾਜੀ, ਤੁਸੀਂ ਨਾ ਹੁਣ ਦਰਸ਼ਕ ਦੇਖ ਰਹੇ ਹੋਣਗੇ, ਕਿਉਂਕਿ ਮੈਂ ਜਿਵੇਂ ਪਹਿਲਾਂ ਜ਼ਿਕਰ ਕਰਕੇ ਟਾਈਮ ਵੀ ਕਈ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਚੀਜ਼ ਆਪਾਂ ਕੈਮਰੇ ਤੇ ਨਹੀਂ ਦਿਖਾ ਸਕਦੇ, ਕਿਉਂਕਿ ਵੀਡੀਓ ਬਹੁਤ ਲੰਬੀ ਹੋਊਗੀ। ਇਸ ਹਿਸਾਬ ਨਾਲ ਕਈ ਲੋਕ ਚਾਹਣਗੇ ਵੀ ਪਰਸਨਲੀ ਆ ਕੇ ਵੇਖ ਕੇ ਜਾਣ, ਨਾਲੇ ਤੁਹਾਨੂੰ ਮਿਲ ਕੇ ਜਾਣ ਵੀ ਕਿਹੜਾ ਉਹ ਸ਼ਖਸ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਦੁਨੀਆ ਦਾ ਸਭ ਤੋਂ ਅਮੀਰ ਬੰਦਾ। ਮੈਂ ਇਸੇ ਕਰਕੇ ਨਹੀਂ ਕਿਹਾ, ਕਿਉਂਕਿ ਹਰ ਇੱਕ ਵਿਰਸਾ ਤੁਸੀਂ ਸਾਂਭ ਕੇ ਰੱਖਿਆ ਹੋਇਆ, ਹਰ ਇੱਕ ਚੀਜ਼ ਪੁਰਾਣੀ 6 ਕਰੋੜ
ਤੇ ਤੁਸੀਂ 40 ਕਰੋੜ ਦੀ ਵੀ ਗੱਲ ਕੀਤੀ ਸੀ ਹਨਾ ਵੀ ਮਤਲਬ ਕਿ ਦਿਮਾਗ ਜਿਹਾ ਹਿੱਲ ਜਾਂਦਾ ਇੱਕ ਵਾਰ ਤਾਂ 40 ਕਰੋੜ ਹੀ ਸੁਣ ਕੇ ਵੀ ਇੰਨੇ ਸਾਲ ਪੁਰਾਣੀ ਗੱਲ ਹੈ। ਆਪਣਾ ਨੰਬਰ ਤੇ ਐਡਰੈਸ ਜ਼ਰੂਰ ਦੱਸ ਦਿਓ ਕਿਉਂਕਿ ਲੋਕ ਜੇ ਇੱਥੇ ਆ ਕੇ ਵਿਜ਼ਿਟ ਕਰਨਾ ਚਾਹੁੰਦੇ ਹੋ। ਗੂਗਲ ਦੇ ਉੱਤੇ ਮੇਰਾ ਐਂਟੀਕ ਮਿਊਜ਼ੀਅਮ ਪਟਿਆਲਾ ਜਿਹੜਾ ਹੈਗਾ ਸਰਚ ਕਰੋਗੇ ਤੁਸੀਂ, ਉੱਥੇ ਇਹਦੇ ਟਾਈਮਿੰਗ ਵੀ ਆਉਣਗੀਆਂ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਮਿਊਜ਼ੀਅਮ ਮੇਰਾ ਖੁੱਲ੍ਹਾ ਹੈ। ਸੈਚਰਡੇ ਸੰਡੇ ਬੰਦ ਹੁੰਦਾ, 9:30 ਤੋਂ 5:30 ਦਾ ਟਾਈਮ ਹੈਗਾ ਔਰ ਸੈਚਰਡੇ ਸੰਡੇ ਆਫ ਹੁੰਦਾ। ਤੇ ਉਹਦੇ 'ਚ ਮੇਰਾ ਕੰਟੈਕਟ ਨੰਬਰ ਵੀ ਹੈ, ਉਹ 'ਚ ਐਡਰੈਸ ਵੀ ਹੈ, ਲੌਂਗੀਟਿਊਡ ਲੈਟੀਟਿਊਡ ਸਾਰੀ ਲੋਕੇਸ਼ਨ ਵੀ ਹੈ, ਸਾਰਾ ਕੁਝ ਉੱਤੇ ਅਪਲੋਡ ਕੀਤਾ ਹੈ। 9872041261 9872041261 ਇਹ ਮੇਰਾ ਨੰਬਰ ਹੈ। ਕਿਸੇ ਟਾਈਮ ਫੋਨ ਕਰਕੇ ਮੈਨੂੰ ਪੁੱਛਿਆ ਜਾ ਸਕਦਾ ਵੀ ਅਸੀਂ ਵਿਜ਼ਿਟ ਕਰਨਾ ਹੈ, ਕਿਉਂਕਿ ਉਹ ਮੈਨੂੰ ਤਾਂ ਲਿਖਣਾ ਪਿਆ ਟਾਈਮ ਉੱਥੇ ਕਿ ਲੋਕੀ ਦੂਸਰੇ ਸ਼ਹਿਰਾਂ ਤੋਂ ਇੱਥੇ ਆਉਂਦੇ ਸੀ। ਮਿਊਜ਼ੀਅਮ ਦੇ ਸ਼ੌਕੀਨ ਜਿਹੜੇ ਲੋਕ ਹੈਗੇ ਮਿਊਜ਼ੀਅਮ ਦੇ ਜਾਂ ਵਿਰਾਸਤ ਨਾਲ ਸੰਬੰਧਿਤ, ਉਹ ਜਿਹੜੇ ਸ਼ਹਿਰ ਵੀ ਜਾਂਦੇ ਨੇ, ਅਸੀਂ ਵੀ ਕਿਤੇ ਦੂਜੇ ਸ਼ਹਿਰ ਜਾਂਦੇ ਹਾਂ ਤਾਂ ਅਸੀਂ ਸਰਚ ਕਰਦੇ ਹਾਂ ਕਿ ਇੱਥੇ ਪੁਰਾਣੀ ਦੇਖਣ ਵਾਲੀ ਚੀਜ਼ ਕਿਹੜੀ ਹੈਗੀ। ਸੋ ਇਤਫਾਕ ਨਾਲ ਪਟਿਆਲੇ ਦਾ ਜਿਹੜਾ ਕਿਲ੍ਹਾ ਮੁਬਾਰਕ ਔਰ ਸ਼ੀਸ਼ ਮਹਿਲ ਪਿਛਲੇ ਕਾਫੀ ਸਾਲਾਂ ਤੋਂ ਰਿਪੇਅਰ ਦੇ ਨਾਂ ਤੇ ਬੰਦ ਪਏ ਨੇ। ਲੋਕ ਜਦੋਂ ਆਉਂਦੇ ਨੇ ਬੜੇ ਨਾਮੋਸ਼ ਹੁੰਦੇ ਨੇ, ਫਿਰ ਉਹ ਸਰਚ ਕਰਦੇ ਨੇ ਤੇ ਅਲਫਾਬੈਟਿਕਲੀ ਐਂਟੀਕ ਮਿਊਜ਼ੀਅਮ ਪਟਿਆਲਾ ਜਿਹੜਾ ਪਹਿਲੇ ਨੰਬਰ ਤੇ ਆ ਜਾਂਦਾ ਹੈ। ਉਹ ਲੋਕੀ ਮੈਨੂੰ ਕਾਲ ਕਰਦੇ ਨੇ ਕਿਉਂਕਿ ਮੇਰੇ ਘਰ 'ਚ ਹੈ, ਇੱਥੇ ਕੋਈ ਬੰਦਿਸ਼ ਨਹੀਂ ਹੈ। ਮੇਰੇ ਕੋਲ ਅੱਧੀ ਰਾਤ ਵੀ ਆਉਂਗੇ, ਮੈਂ ਅੱਧੀ ਰਾਤ ਵੀ ਦਿਖਾ ਦਾਂਗਾ, ਪਰ ਸਮ ਟਾਈਮ ਮੈਂ ਇੱਥੇ ਅਵੇਲੇਬਲ ਨਹੀਂ ਹੁੰਦਾ। ਇਸ ਕਰਕੇ ਮੈਂ ਟਾਈਮਿੰਗ ਉੱਥੇ ਮੈਂਸ਼ਨ ਕੀਤੀ ਹੈ, ਜਦੋਂ ਵੀ ਆਉਣਾ ਤੁਸੀਂ ਕਾਲ ਕਰਕੇ ਆਓ। ਸੋ ਇੱਥੇ ਕੋਈ ਟਿਕਟ ਨਹੀਂ ਹੈ, ਓਪਨ ਹੈ ਐਨੀ ਟਾਈਮ। ਤਾਂ ਤੁਸੀਂ ਤੁਹਾਡੀ ਟੀਵੀ ਸਕਰੀਨ 'ਤੇ ਵੀ ਦਰਸ਼ਕੋ ਨੰਬਰ ਫਲੈਸ਼ ਹੋ ਰਿਹਾ ਹੋਊਗਾ, ਤੁਸੀਂ ਭਾਜੀ ਨੂੰ ਸੰਪਰਕ ਕਰ ਸਕਦੇ ਹੋ। ਬਾਕੀ ਐਂਟੀਕ ਮਿਊਜ਼ੀਅਮ ਪਟਿਆਲਾ ਤੋਂ ਭਾਈ ਜੀ ਉਹਨਾਂ ਦਾ ਜਿਹੜਾ ਆ ਇਹ ਜਿਹੜਾ ਮਿਊਜ਼ੀਅਮ ਹੈ ਇਹ ਗੂਗਲ ਮੈਪਸ ਉੱਤੇ ਵੀ ਹੈ। ਤੁਸੀਂ ਇਹ ਆ ਕੇ ਵਿਜ਼ਿਟ ਕਰਨਾ ਚਾਹੁੰਦੇ, ਮੈਂ ਪਰਸਨਲੀ ਰਿਕਮੈਂਡ ਇਹੀ ਕਰੂੰਗਾ ਕਿਉਂਕਿ ਸਾਰੀਆਂ ਚੀਜ਼ਾਂ ਮੈਂ ਨਹੀਂ ਦਿਖਾ ਸਕਦਾ ਇਸ ਵੀਡੀਓ ਦੇ ਵਿੱਚ। ਵੀਡੀਓ ਬਹੁਤ ਲੰਬੀ ਹੋ ਜਾਊਗੀ, ਕਈ ਚੀਜ਼ਾਂ ਤਾਂ ਇੰਨੀ ਬਰੀਕ ਨੇ ਕਿ ਕੈਮਰੇ ਤੇ ਵੀ ਨਹੀਂ ਦਿਖਣਗੀਆਂ ਤੁਹਾਨੂੰ। ਤੁਸੀਂ ਪਰਸਨਲੀ ਆ ਕੇ ਆਪਣੀ ਅੱਖਾਂ ਦੇ ਨਾਲ ਦੇਖੋਗੇ ਨਾ ਤਾਂ ਤੁਹਾਨੂੰ ਵਿਸ਼ਵਾਸ ਹੋਊਗਾ ਕਿ ਸੱਚਮੁੱਚ ਦੇ ਵੀ ਇਹ ਚੀਜ਼ ਵੀ ਹੁੰਦੀ ਸੀ ਉਸ ਟਾਈਮ ਦੇ ਵਿੱਚ। ਜਿਵੇਂ ਪਿੱਛੇ ਕੋਇਨਸ ਸੀਗੇ, ਉਹ ਪੱਥਰ ਹੀ ਲੱਗਦੇ ਸੀਗੇ, ਪਰ ਭਾਜੀ ਨੇ ਦੱਸਿਆ ਜਿਵੇਂ ਕਿ ਕੁਝ ਆਹ ਕੋਇਨਸ ਵੀ ਪਏ ਨੇ, ਇਹ ਹੁਣ ਦੇ ਨਹੀਂ, ਬਹੁਤ ਸਾਲ ਪੁਰਾਣੇ, 1000 ਸਾਲਾਂ ਪੁਰਾਣੇ ਜਿਹੜੇ ਨੇ ਇਹ ਭਾਜੀ ਉਹਨਾਂ ਨੇ ਸਾਂਭ ਕੇ ਰੱਖੇ ਨੇ। ਇੱਕ ਐਸਾ ਵਿਰਸਾ ਸਾਂਭ ਕੇ ਰੱਖਿਆ ਜਿਹੜਾ ਮੈਨੂੰ ਲੱਗਦਾ ਅੱਜ ਦੀ ਤਰੀਕ ਦੇ ਵਿੱਚ ਸ਼ਾਇਦ ਵਿਸਰਦਾ ਜਾ ਰਿਹਾ ਸੀਗਾ। ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਉਮੀਦ ਕਰਦੇ ਹਾਂ ਦਰਸ਼ਕ ਵੀ ਜਿਹੜੇ ਦੇਖ ਰਹੇ ਹੋਣਗੇ ਆ ਕੇ ਵਿਜ਼ਿਟ ਜ਼ਰੂਰ ਕਰਕੇ ਜਾਣਗੇ, ਤੇ ਇਹ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਪੰਜਾਬ ਨਿਊਜ਼ ਦਾ ਧੰਨਵਾਦ, ਤੁਸੀਂ ਸਾਡੇ ਘਰੇ ਆਏ। ਬਾਕੀ ਸਰੋਤਿਆਂ ਦਾ ਵੀ ਜਿਹੜੇ ਦੇਖ ਰਹੇ ਨੇ, ਸੋ ਮੈਂ ਜਾਂਦੇ ਜਾਂਦੇ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ। ਲੋਕੀ ਅਪੀਲ ਕਰਦੇ ਆ, ਮੈਂ ਬੇਨਤੀ ਕਰਦਾ ਹੁੰਦਾ ਕਿ ਇਹ ਤੁਹਾਡੀ ਵਿਰਾਸਤ ਹੈ, ਇਸ ਵਿਰਾਸਤ ਨੂੰ ਤੁਸੀਂ ਸੰਭਾਲ ਕੇ ਰੱਖੋ। ਆਪਣੇ ਬੱਚਿਆਂ ਨੂੰ ਦੱਸੋ ਕਿ ਸਾਡਾ ਵਿਰਸਾ ਕੀ ਸੀਗਾ। ਸੋ ਇਹ ਚੀਜ਼ਾਂ ਨੂੰ ਤੁਸੀਂ ਬਾਹਰ ਜਾ ਕੇ ਭਾਂਡਿਆਂ ਵਾਲਿਆਂ ਨੂੰ ਜਾਂ ਸੁਨਿਆਰਿਆਂ ਨੂੰ, ਠਠਿਆਰਿਆਂ ਨੂੰ ਨਾ ਵੇਚੋ, ਇਹਨੂੰ ਸੰਭਾਲ ਕੇ ਰੱਖੋ। ਇਹੀ ਤੁਹਾਡੀ ਵਿਰਾਸਤ ਹੈ, ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਭਾਜੀ। ਸੋ ਇਹ ਸਨ ਸੇਖੋਂ ਭਾਜੀ, ਤੁਸੀਂ ਇੱਥੇ ਆ ਕੇ ਇਹਨਾਂ ਦਾ ਐਂਟੀਕ ਮਿਊਜ਼ੀਅਮ ਜਿਹੜਾ ਪਟਿਆਲਾ ਤੁਸੀਂ ਵਿਜ਼ਿਟ ਕਰੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਸੱਚਮੁੱਚ ਦੇ ਵਿੱਚ ਕਈ ਚੀਜ਼ਾਂ ਐਸੀਆਂ ਸੀਗੀਆਂ ਜਿਹੜੀਆਂ ਦੇਖ ਕੇ ਇੱਕ ਵਾਰ ਬੰਦੇ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ ਕਿ ਆਹ ਚੀਜ਼ ਵੀ ਯਾਰ ਹੁੰਦੀ ਸੀ ਉਸ ਟਾਈਮ ਦੇ ਵਿੱਚ। ਕਿਉਂਕਿ ਮੈਂ ਪਰਸਨਲੀ ਗੱਲ ਕਰਾਂ ਕਿ ਮੈਨੂੰ ਵੀ ਕੋਈ ਹਿਸਟਰੀ ਦਾ ਬਹੁਤੀ ਨੌਲੇਜ ਨਹੀਂ ਸੀ, ਪਰ ਜਦ ਅੱਜ ਮਿਊਜ਼ੀਅਮ ਦੇ ਵਿੱਚ ਦੇਖ ਕੇ, ਕੰਨੀ ਸੁਣ ਕੇ ਸਾਰੀ ਚੀਜ਼ਾਂ ਜਿਹੜਾ ਪਰਸਨਲੀ ਆਪਾਂ ਦੇਖ ਰਹੇ ਨਾ ਵੀ ਕੰਨੀ ਸੁਣੀ ਗੱਲ ਤੇ ਅੱਖੀ ਦੇਖੀ ਗੱਲ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਜਦ ਤੱਕ ਬੰਦਾ ਦੇਖ ਨਹੀਂ ਲੈਂਦਾ। ਹੁਣ ਅੱਜ ਮੈਂ ਵੇਖੀਆਂ ਨੇ ਤੇ ਅੱਜ ਮੈਨੂੰ ਭਰੋਸਾ ਹੋਣ ਲੱਗ ਗਿਆ ਵੀ ਨਹੀਂ ਯਾਰ, ਉਹ ਸ਼ਖਸ ਵੀ ਹੈਗੇ ਨੇ ਜਿਹੜੇ ਵਿਰਸੇ ਨੂੰ ਪਿਆਰ ਕਰਦੇ ਨੇ। ਅਸਲ ਜਿਹੜੀ ਭਾਰਤ ਦੀਆਂ ਜੜ੍ਹਾਂ ਨੇ ਉਹਨਾਂ ਨੂੰ ਸਾਂਭ ਕੇ ਰੱਖਿਆ ਹੋਇਆ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਸ ਐਡਰੈਸ ਤੇ ਆ ਕੇ ਤੁਸੀਂ ਕਦੇ ਵੀ ਵਿਜ਼ਿਟ ਕਰ ਸਕਦੇ ਹੋ। ਸੈਟਰਡੇ ਸੰਡੇ ਜਿਵੇਂ ਦੱਸ ਰਹੇ ਨੇ ਭਾਜੀ ਆਫ ਹੈ, 9:30 ਤੋਂ 5 ਵਜੇ ਤੱਕ ਤੁਸੀਂ ਆ ਕੇ ਭਾਜੀ ਉਹਨਾਂ ਕੋਲ ਜਿਹੜਾ ਆ ਮਿਊਜ਼ੀਅਮ ਵਿਜ਼ਿਟ ਕਰ ਸਕਦੇ ਹੋ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਐਸੀਆਂ ਸੋਹਣੀਆਂ ਵੀਡੀਓ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।